ਚੱਕ ਦੇ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਕੁਲਵੀਰ ਥਿੰਦ ਵੱਲੋਂ ਭਖਤ ਦੀਆਂ ਖਬਰਾਂ ਦੇ ਅੱਜ ਦੇ ਇਸ ਸੈਗਮੈਂਟ ਵਿੱਚ ਬਹੁਤ-ਬਹੁਤ ਸਵਾਗਤ ਹੈ। ਮੇਰੇ ਨਾਲ ਜੁੜ ਚੁੱਕੇ ਨੇ ਜੀ ਸੀਪੀ ਸਿੰਘ ਜੀ ਤੇ ਸ਼ਬਦੀਪ ਜੀ ਚੰਡੀਗੜ੍ਹ ਤੋਂ। ਸਵਾਗਤ ਹੈ ਜੀ ਤੁਹਾਡਾ ਭਖਤ ਦੀਆਂ ਖਬਰਾਂ ਵਿੱਚ। ਥੈਂਕ ਯੂ ਜੀ, ਥੈਂਕ ਯੂ। ਨਾਲ ਹੀ ਪਰਮਜੀਤ ਜੀ ਵੀ ਚੰਡੀਗੜ੍ਹ ਤੋਂ ਮੇਰੇ ਨਾਲ ਜੁੜ ਚੁੱਕੇ ਨੇ। ਪਰਮਜੀਤ ਜੀ ਤੁਹਾਡਾ ਵੀ ਸਵਾਗਤ ਹੈ ਜੀ। ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਅੱਜ ਜਿਸ ਵਿਸ਼ੇ ਦੇ ਉੱਪਰ ਅਸੀਂ ਗੱਲ ਕਰਨ ਜਾ ਰਹੇ ਹਾਂ ਆਪਣੇ ਭਖਤ ਦੀਆਂ ਖਬਰਾਂ ਦੇ ਇਸ ਸੈਗਮੈਂਟ ਦੇ ਵਿੱਚ, ਵਿਸ਼ਾ ਬਹੁਤ ਗੰਭੀਰ ਔਰ ਪਿਛਲੇ ਕਰੀਬ ਸਵਾ ਸਾਲ ਡੇਢ ਸਾਲ ਤੋਂ ਜਿਹੜਾ ਪੰਜਾਬ ਦੇ ਵਿੱਚ ਸਿੱਖ ਭਾਈਚਾਰਾ ਇਸ ਵਿਸ਼ੇ ਦੇ ਨਾਲ ਜੂਝ ਰਿਹਾ ਜੀ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀ ਜਿਹੜੀ ਹਾਈਲਾਈਟਡ ਘਟਨਾ ਸੀ ਉਹ 2015 ਅਕਤੂਬਰ 12 ਨੂੰ ਹੋਈ ਸੀ ਬਰਗਾੜੀ ਦੇ ਵਿੱਚ। ਉਸ ਤੋਂ ਬਾਅਦ ਬਰਗਾੜੀ ਦੀ ਜਿਹੜੀ ਘਟਨਾ ਸੀ, ਉਸ ਘਟਨਾ ਤੋਂ ਬਾਅਦ ਪੰਜਾਬ ਦੇ ਹਾਲਾਤ ਇੱਕਦਮ ਜਿਹੜੇ ਸੀ ਉਹ ਪੂਰੇ ਟੈਨਸ਼ਨ ਵਾਲੇ ਬਣ ਗਏ ਸੀ। ਸਿੱਖ ਸੰਗਤ ਵੱਲੋਂ ਬਹੁਤ ਵੱਡਾ ਵਿਰੋਧ ਦਰਜ ਕੀਤਾ ਗਿਆ ਸੀ ਔਰ ਸਰਕਾਰ ਦੀ ਨਾਕਾਮਯਾਬੀ ਰਹੀ ਕਿ ਉਹਨਾਂ ਦੋਸ਼ੀਆਂ ਨੂੰ ਅਜੇ ਤੱਕ ਵੀ ਫੜਿਆ ਨਹੀਂ ਗਿਆ। ਨਾਲ ਹੀ ਸਰਕਾਰ ਦੀ ਦੂਸਰੀ ਨਾਕਾਮਯਾਬੀ ਸੀ ਕਿ ਬਾਈਬਲ ਕਲਾਂ ਦੇ ਵਿੱਚ ਸ਼ਾਂਤਮਈ ਢੰਗ ਨਾਲ ਪ੍ਰੋਟੈਸਟ ਕਰ ਰਹੇ ਸੰਗਤ ਦੇ ਉੱਪਰ ਪੁਲਿਸ ਵੱਲੋਂ ਗੋਲੀ ਚਲਾ ਕੇ ਦੋ ਸਿੰਘਾਂ ਗੁਰਜੀਤ ਸਿੰਘ ਤੇ ਹਰਕ੍ਰਿਸ਼ਨ ਭਗਵਾਨ ਸਿੰਘ ਉਹਨਾਂ ਨੂੰ ਸ਼ਹੀਦ ਕਰ ਦਿੱਤਾ ਗਿਆ ਸੀ। ਕਾਫੀ ਲੋਕ ਜ਼ਖਮੀ ਵੀ ਹੋਏ ਸੀ। ਉਸ ਤੋਂ ਬਾਅਦ ਜੇ ਆਪਾਂ ਕਹੀਏ ਕਿ ਪੰਜਾਬ ਦੇ ਵਿੱਚ ਜਿਹੜੀ ਘਟਨਾ ਕਦੇ ਪਹਿਲਾਂ ਵਾਪਰੀ ਨਹੀਂ ਸੀ, ਕਦੀ ਇੱਕਾ ਦੁੱਕਾ ਕਦੀ ਹੋਏਗੀ ਸਾਲਾਂ 'ਚ ਇੱਕ ਵਾਰੀ, ਪਰ ਜੇ ਆਪਾਂ ਅਕਤੂਬਰ 12 2015 ਤੋਂ ਬਾਅਦ ਅੱਜ ਤੱਕ ਦੀ ਗੱਲ ਕਰੀਏ ਤਾਂ ਮੇਰਾ ਖਿਆਲ ਆ ਇੱਕ ਹਫ਼ਤਾ ਬਹੁਤ ਜ਼ਿਆਦਾ ਹੋਵੇਗਾ, ਜੇ ਮੈਂ ਗਲਤ ਨਹੀਂ ਹੋਵਾਂ, ਕਿ ਕੋਈ ਘਟਨਾ ਜਿਹੜੀ ਹੈਗੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਨਾਲ ਜੁੜੀ ਹੋਈ ਜਾਂ ਗੁਟਕਾ ਸਾਹਿਬ ਨਾਲ ਜੁੜੀ ਹੋਈ ਜਿਹੜੀ ਹੈਗੀ ਉਹ ਸਾਹਮਣੇ ਨਾ ਆਵੇ। ਲਗਾਤਾਰ ਸਵਾ ਸਾਲ ਤੋਂ ਪੰਜਾਬ ਦੇ ਵਿੱਚ ਇਹ ਘਟਨਾਵਾਂ ਜਿਹੜੀਆਂ ਵਾਪਰ ਰਹੀਆਂ ਔਰ SGPC, ਪੁਲਿਸ ਪ੍ਰਸ਼ਾਸਨ, ਗੁਰਦੁਆਰਾ ਕਮੇਟੀਆਂ ਸਾਰੇ ਹੀ ਜਿਹੜੇ ਹੈਗੇ ਨੇ ਉਹ ਆਪਣੇ ਤੌਰ ਤਰੀਕੇ ਅਪਣਾ ਰਹੇ ਨੇ ਕਿ ਇਹਨਾਂ ਘਟਨਾਵਾਂ ਨੂੰ ਰੋਕਿਆ ਜਾ ਸਕੇ, ਪਰ ਕੋਈ ਕਾਮਯਾਬੀ ਜਿਹੜੀ ਹੈ ਉਹ ਸਾਹਮਣੇ ਨਹੀਂ ਆਉਂਦੀ। ਤਾਜ਼ਾ ਘਟਨਾ ਜਿਹਦੇ ਉੱਪਰ ਅਸੀਂ ਪਹਿਲਾਂ ਗੱਲਬਾਤ ਕਰਾਂਗੇ, ਘਟਨਾ ਡੇਰਾਬੱਸੀ ਦੀ ਹੈ ਜੀ। ਭਾਈ ਸੰਗਤ ਸਿੰਘ ਗੁਰਦੁਆਰਾ, ਜਿੱਥੇ ਕੱਲ੍ਹ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 50 ਅੰਗ ਜਿਹੜੇ ਹੈਗੇ ਆ ਉਹਨਾਂ ਦੀ ਬੇਅਦਬੀ ਕੀਤੀ ਗਈ, ਉਹਨਾਂ ਨੂੰ ਪਾੜ ਦਿੱਤਾ ਗਿਆ। ਹਾਲਾਂਕਿ 5-6 ਘੰਟਿਆਂ ਤੋਂ ਬਾਅਦ ਹੀ ਪੁਲਿਸ ਵੱਲੋਂ ਜਿਹੜਾ ਹੈ ਦੋਸ਼ੀ ਨੂੰ ਫੜਨ ਦਾ ਦਾਅਵਾ ਕੀਤਾ ਗਿਆ। ਪੁਲਿਸ ਨੇ ਪਿੰਡ ਦੇ ਕੁਝ ਲੋਕਾਂ ਦੇ ਉੱਪਰ ਸ਼ੱਕ ਜ਼ਾਹਰ ਕੀਤਾ ਤੇ ਪੁੱਛਗਿੱਛ ਤੋਂ ਬਾਅਦ ਸਖਤੀ ਨਾਲ ਪੁੱਛਣ ਤੇ ਸੁਰਜੀਤ ਸਿੰਘ ਨਾਮ ਦਾ ਜਿਸ ਦਾ ਨਾਮ ਭੋਲਾ ਵੀ ਹੈ, ਉਹਨੂੰ ਜਿਹੜਾ ਹੈ ਗ੍ਰਿਫਤਾਰ ਕੀਤਾ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਵਿਅਕਤੀ ਜਿਹੜਾ ਹੈ ਉਹ ਦਿਮਾਗੀ ਤੌਰ ਤੇ ਠੀਕ ਨਹੀਂ ਹੈ। ਪੁਲਿਸ ਦਾ ਕਹਿਣਾ ਹੈ ਕਿ ਥੋੜਾ ਜਿਹਾ ਸਖਤੀ ਨਾਲ ਪੁੱਛਣ ਤੇ ਉਹਨੇ ਆਪਣਾ ਜੁਰਮ ਜਿਹੜਾ ਹੈ ਉਹ ਕਬੂਲ ਕਰ ਰਿਹਾ ਹੈ, ਪਰ ਜਿਹੜੇ 50 ਅੰਗਾਂ ਦੀ ਬੇਅਦਬੀ ਹੋਈ ਹੈ, 50 ਅੰਗ ਪਾੜੇ ਗਏ ਸੀ, ਉਹਦੇ ਚੋਂ ਅੱਧੇ ਅੰਗ ਗੁਰਦੁਆਰਾ ਸਾਹਿਬ 'ਚ ਮਿਲ ਗਏ, ਪਰ ਅੱਧੇ ਅੰਗ ਜਿਹੜੇ ਹਾਲੇ ਤੱਕ ਬਰਾਮਦ ਨਹੀਂ ਹੋਏ। ਇਸੇ ਪਿੰਡ ਦੇ ਵਿੱਚ ਜਿਹੜਾ ਪਿੰਡ ਦਾ ਨਾਮ ਹੈ ਦੇਵੀ ਨਗਰ, ਜੋ ਡੇਰਾਬੱਸੀ ਵਿੱਚ ਪੈਂਦਾ, ਇਸੇ ਪਿੰਡ ਦੇ ਵਿੱਚ ਇੱਕ ਹੋਰ ਘਟਨਾ ਵਾਪਰੀ ਹੈ। ਸੇਮ ਉਸੇ ਦਿਨ ਗੁਰਦੁਆਰਾ ਸਾਹਿਬ ਦੀ ਘਟਨਾ ਤੋਂ ਪਹਿਲਾਂ ਇਹ ਘਟਨਾ ਹੋਈ ਸੀ ਕਿ ਪੀਰਾਂ ਦੀ ਉੱਥੇ ਮਜ਼ਾਰ ਹੈ, ਸਮਾਧ ਹੈ, ਉੱਥੇ ਕਿਸੇ ਨੇ ਜਿਹੜਾ ਹੈ ਉਹ ਜਿਹੜੀ ਬੇਅਦਬੀ ਕੀਤੀ ਹੈ ਉਸ ਜਗ੍ਹਾ ਦੀ ਵੀ। ਦੋਨੋਂ ਘਟਨਾਵਾਂ ਇੱਕੋ ਦਿਨ ਹੋਈਆਂ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਤੋਂ ਬਾਅਦ ਮੌਜੂਦਾ ਉੱਥੇ ਦੇ MLA NK ਸ਼ਰਮਾ, SGPC ਤੋਂ ਨਿਰਮਲ ਸਿੰਘ ਜੌਲਾ, ਕਾਂਗਰਸ ਤੋਂ ਅੰਮ੍ਰਿਤਪਾਲ ਸਿੰਘ, ਆਪ ਤੋਂ ਬੀਬੀ ਸਰਬਜੀਤ ਕੌਰ ਤੇ ਹਰਕ੍ਰਿਸ਼ਨ ਸੇਵਾ ਜੱਥਾ ਤੇ ਦਮਦਮੀ ਟਕਸਾਲ ਰਾਜਪੁਰਾ ਤੋਂ ਲੋਕ ਉੱਥੇ ਪਹੁੰਚੇ। SGPC ਵੱਲੋਂ ਵੀ ਬਡੂੰਗਰ ਸਾਹਿਬ ਨੇ ਗੱਲ ਕੀ ਹੈ ਕਿ ਗੁਰਦੁਆਰਾ ਕਮੇਟੀਆਂ ਦੀ ਇਹ ਜਿਹੜੀ ਗਲਤੀ ਆ, ਜਿਹੜੀਆਂ ਘਟਨਾਵਾਂ ਜਿਹੜੀਆਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ। ਬਹੁਤ ਸਾਰੇ ਗੁਰਦੁਆਰਿਆਂ ਦੇ ਵਿੱਚ SGPC ਵੱਲੋਂ ਪਿਛਲੇ ਸਾਲ ਦੌਰਾਨ ਇਹ ਵੀ ਐਲਾਨ ਕੀਤਾ ਗਿਆ ਕਿ ਅਸੀਂ CCTV ਕੈਮਰੇ ਲਗਵਾਏ ਨੇ। ਬਹੁਤ ਸਾਰੇ ਗੁਰਦੁਆਰਿਆਂ ਦੇ ਵਿੱਚ CCTV ਕੈਮਰਿਆਂ ਦੀ ਵਜ੍ਹਾ ਦੇ ਨਾਲ ਕੁਝ ਲੋਕ ਆਇਡੈਂਟੀਫਾਈ ਵੀ ਹੋਏ। ਜੇ ਆਪਾਂ ਇਹ ਗੱਲ ਕਹੀਏ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਵਿੱਚ ਹੁਣ ਤੱਕ ਦੋ ਲੋਕਾਂ ਦਾ ਕਤਲ ਵੀ ਹੋ ਚੁੱਕਾ, ਜਿਨ੍ਹਾਂ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕੀਤੀ ਸੀ, ਇੱਕ ਲੁਧਿਆਣੇ ਦੇ ਵਿੱਚ ਔਰ ਇੱਕ ਅੰਮ੍ਰਿਤਸਰ ਦੇ ਵਿੱਚ। ਗੱਲਬਾਤ ਸ਼ੁਰੂ ਕਰਾਂਗੇ ਜੀ ਸ਼ਬਦੀਪ ਜੀ ਤੋਂ। ਸ਼ਬਦੀਪ ਜੀ, ਜਿਹੜੀ ਚੀਜ਼ ਪੰਜਾਬ ਦੇ ਵਿੱਚ ਕਦੀ ਨਹੀਂ ਹੋਈ ਸੀ ਪਰ ਹੁਣ ਰੁਕਣ ਦਾ ਨਾਮ ਹੀ ਨਹੀਂ ਲੈਂਦੀ, ਕਿਸ ਤਰੀਕੇ ਦੇ ਕਾਰਨ ਜਿਹੜੇ ਹੈਗੇ ਨੇ ਤੁਹਾਨੂੰ ਇਹ ਲੱਗਦੇ ਆ?
ਕੁਲਵੀਰ ਜੀ, ਮੈਂ ਇੱਕ ਤੋਂ ਵੱਧ ਵਾਰ ਇੱਕ ਗੱਲ ਕਹਿ ਚੁੱਕਾ ਕਿ ਪੰਜਾਬ ਦੇ ਡੀਐਨਏ ਦੇ ਵਿੱਚ ਇਹ ਗੱਲ ਬਿਲਕੁਲ ਵੀ ਸ਼ਾਮਲ ਨਹੀਂ ਸੀ ਕਿ ਕੋਈ ਕਲਪਨਾ ਵੀ ਕਰ ਸਕਦਾ ਕਿ ਗੁਰੂ ਗ੍ਰੰਥ ਸਾਹਿਬ ਦੀ ਪੰਜਾਬ ਦੀ ਧਰਤੀ ਤੇ ਬੇਅਦਬੀ ਹੋ ਸਕਦੀ ਹੈ। ਬੇਸ਼ੱਕ ਲੋਕ ਸਿੱਖ ਹੋਣ, ਨਾਨ ਸਿੱਖ ਹੋਣ, ਜਾਂ ਕਿਸੇ ਵੀ ਹੋਰ ਆਸਥਾ ਦੇ ਵਿੱਚ ਯਕੀਨ ਰੱਖਦੇ ਹੋਣ, ਪੰਜਾਬ ਦੇ ਵਿੱਚ ਜਿਸ ਕਿਸਮ ਦੀ ਸਿਚੁਏਸ਼ਨ ਹੈ ਉਹਦੇ ਵਿੱਚ ਇਹ ਕਲਪਨਾ ਵੀ ਨਹੀਂ ਸੀ ਕੀਤੀ ਜਾ ਸਕਦੀ। ਪਰ ਘਟਨਾਵਾਂ ਲਗਾਤਾਰ ਵੱਧਦੀਆਂ ਜਾ ਰਹੀਆਂ ਨੇ, ਔਰ ਵੱਧਦੀਆਂ ਘਟਨਾਵਾਂ ਨੂੰ ਸਮਝਣ ਦੇ ਵਿੱਚ ਕਾਫੀ ਸਾਨੂੰ ਦਿੱਕਤ ਆ ਰਹੀ ਹੈ ਇਸ ਪੱਖ ਤੋਂ, ਕਿਉਂਕਿ ਜਿਹੜੀ ਚੀਜ਼ ਸਾਡੇ ਡੀਐਨਏ ਦੇ ਵਿੱਚ ਹੀ ਨਹੀਂ ਸੀ, ਉਸ ਚੀਜ਼ ਦਾ ਲਗਾਤਾਰ ਜੇ ਇਜ਼ਹਾਰ ਹੋ ਰਿਹਾ ਤਾਂ ਸਾਨੂੰ ਸਮਝ ਤੋਂ ਬਾਹਰ ਹੋ ਜਾਂਦਾ ਕਿ ਇਹਦੇ ਪਿੱਛੇ ਕੌਣ ਹੋਣਗੇ, ਕਿਹੜੀਆਂ ਤਾਕਤਾਂ ਹੋਣਗੀਆਂ। ਇਹ ਕਿਸੇ ਸਾਜ਼ਿਸ਼ ਦਾ ਹਿੱਸਾ ਵਾ ਕਿ ਲੋਕਾਂ ਦੀ ਮਨੋਦਸ਼ਾ ਜਿਹੜੀ ਉਹ ਪਹਿਲਾਂ ਦੇ ਮੁਕਾਬਲੇ ਕੋਈ ਤਬਦੀਲ ਹੁੰਦੀ ਨਜ਼ਰ ਆ ਰਹੀ ਹੈ। ਜਿਸ ਤਰ੍ਹਾਂ ਦੀਆਂ ਘਟਨਾਵਾਂ ਹੁਣ ਤੱਕ ਸਾਹਮਣੇ ਆਈਆਂ ਨੇ, ਉਹਨਾਂ ਦੇ ਆਧਾਰ ਦੇ ਉੱਤੇ ਜੇ ਗੱਲ ਕਰੀਏ ਤਾਂ ਪਿਛਲੇ ਦਿਨੀ ਪੁਲਿਸ ਨੇ 4 ਘਟਨਾਵਾਂ ਬਾਰੇ ਇਹ ਬਿਆਨ ਦਿੱਤਾ ਕਿ ਉਹ ਹੇਟ ਕ੍ਰਾਈਮ ਦੀਆਂ ਘਟਨਾਵਾਂ ਨਹੀਂ ਸਨ, ਉਹ ਬੇਅਦਬੀ ਦੀਆਂ ਘਟਨਾਵਾਂ ਨਹੀਂ ਸਨ, ਕਿਉਂਕਿ ਉਹਨਾਂ ਘਟਨਾਵਾਂ ਨੂੰ ਅੰਜਾਮ ਦੇਣ ਵਾਲੇ ਜਾਂ ਤਾਂ ਬੱਚੇ ਸਨ ਜਾਂ ਮਾਨਸਿਕ ਰੋਗੀ ਸਨ। ਹੁਣ ਵੀ ਇਸ ਤਰ੍ਹਾਂ ਦੀਆਂ ਕੁਝ ਗੱਲਾਂ ਉੱਭਰ ਕੇ ਸਾਹਮਣੇ ਆ ਰਹੀਆਂ ਨੇ। ਤਾਜ਼ਾ ਘਟਨਾ ਇੱਕ ਜਿਹੜੀ ਵਾਪਰੀ ਆ, ਉਹਦੇ ਵਿੱਚ ਵੀ ਇੱਕ ਬਜ਼ੁਰਗ ਮਾਤਾ ਜਿਹੜੀ ਗੁਟਕੇ ਨਾਲ ਸੰਬੰਧਿਤ ਘਟਨਾ ਵਾਪਰੀ ਹੈ, ਉਹਦੇ 'ਚ ਵੀ ਮੰਨਿਆ ਜਾ ਰਿਹਾ ਕਿ ਇਸ ਕਰਕੇ ਕੇਸ ਦਰਜ ਨਹੀਂ ਕਰਵਾਇਆ ਗਿਆ ਕਿਉਂਕਿ ਜਿਸ ਬਜ਼ੁਰਗ ਮਾਤਾ ਨੇ ਉਹ ਕੀਤਾ ਵਾ ਉਹਦੀ ਮਾਨਸਿਕ ਹਾਲਤ ਠੀਕ ਨਹੀਂ ਹੈ। ਇਹ ਮਾਨਸਿਕ ਹਾਲਤ ਠੀਕ ਨਹੀਂ ਵਾਲੀਆਂ ਘਟਨਾਵਾਂ ਦੀ ਸਮਝ ਆ ਸਕਦੀ ਹੈ, ਪਰ ਲਗਾਤਾਰ ਘਟਨਾਵਾਂ ਦਾ ਵਾਪਰਨਾ ਆਪਣੇ ਆਪ ਦੇ ਵਿੱਚ ਇੱਕ ਬਹੁਤ ਖਤਰਨਾਕ ਕਿਸਮ ਦਾ ਸਾਈਨ ਹੈ ਪੰਜਾਬ ਦੀ ਰਾਜਨੀਤੀ ਦੇ ਵਿੱਚ। ਪਰ ਇੱਕ ਗੱਲ ਜ਼ਰੂਰ ਸਾਨੂੰ ਮੰਨਣੀ ਚਾਹੀਦੀ ਹੈ ਕਿ ਕੁਝ ਵੀ ਅਕਾਰਨ ਕਦੇ ਨਹੀਂ ਵਾਪਰਦਾ, ਉਹਦੇ ਪਿੱਛੇ ਕੁਝ ਨਾ ਕੁਝ ਚੀਜ਼ਾਂ ਜ਼ਰੂਰ ਹੁੰਦੀਆਂ ਨੇ ਜਿਨ੍ਹਾਂ ਚੀਜ਼ਾਂ ਨੂੰ ਤੁਸੀਂ ਵਾਪਰਨ ਦੇ ਪਿੱਛੇ ਵੇਖ ਸਕਦੇ ਹੋ। ਜੇ ਅਮਰੀਕਾ ਦੇ ਵਿੱਚ ਹੇਟ ਕ੍ਰਾਈਮ ਦੀਆਂ ਘਟਨਾਵਾਂ ਵਾਪਰ ਰਹੀਆਂ ਨੇ ਤਾਂ ਅਸੀਂ ਮੰਨ ਕੇ ਚੱਲੀਏ ਕਿ ਉਹਦੇ ਪਿੱਛੇ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਟਰੰਪ ਦੀ ਮੁਹਿੰਮ ਦਾ ਕੋਈ ਨਾ ਕੋਈ ਯੋਗਦਾਨ ਜ਼ਰੂਰ ਹੈ। ਕਿੰਨਾ ਵਾ, ਕਿਵੇਂ ਦਾ ਹੈ, ਇਹਦੇ ਬਾਰੇ ਅਸੀਂ ਜ਼ਿਆਦਾ ਵਿਸ਼ਲੇਸ਼ਣ 'ਚ ਨਹੀਂ ਹੁਣ ਜਾਵਾਂਗੇ। ਜੇ ਭਾਰਤ ਦੇ ਵਿੱਚ ਅਖਲਾਕ ਦੀ ਹੱਤਿਆ ਹੋ ਜਾਂਦੀ ਹੈ ਯੂਪੀ ਅੰਦਰ ਇਸ ਬਣਾ ਦੇ ਉੱਤੇ ਕਿ ਉਹਦੀ ਫ੍ਰਿਜ ਦੇ ਵਿੱਚ ਗਾਂ ਦਾ ਮਾਸ ਹੈ, ਤੇ ਸਾਨੂੰ ਲੋਕ ਸਭਾ ਚੋਣਾਂ ਦੇ ਦਰਮਿਆਨ ਕੀਤੀਆਂ ਗਈਆਂ ਉਹਨਾਂ ਸਾਰੀਆਂ ਚੀਜ਼ਾਂ ਨੂੰ ਵੀ ਨਾਲ ਜੋੜ ਕੇ ਦੇਖਣਾ ਪਵੇਗਾ, ਜਿਹਦੇ ਵਿੱਚ ਪ੍ਰਧਾਨ ਮੰਤਰੀ ਜਿੱਤਣ ਤੋਂ ਬਾਅਦ ਇਹ ਅਨਾਉਂਸਮੈਂਟ ਕਰ ਦਿੰਦੇ ਨੇ ਔਰ ਐਲਾਨੀਆਂ ਕਹਿੰਦੇ ਨੇ ਕਿ ਚੋਣ ਪ੍ਰਕਿਰਿਆ ਦੌਰਾਨ ਬੜੀਆਂ ਤਲਖ ਗੱਲਾਂ ਹੋਈਆਂ ਨੇ, ਪਰ ਅੱਗੇ ਤੋਂ ਅਸੀਂ ਲੋਕਾਂ ਦਾ ਸਾਥ ਲੈ ਕੇ ਚੱਲਾਂਗੇ। ਪ੍ਰਧਾਨ ਮੰਤਰੀ ਦੇ ਅਹੁਦੇ ਲਈ ਨਾਮਜ਼ਦ ਬੰਦਾ ਪ੍ਰਧਾਨ ਮੰਤਰੀ ਬਣ ਕੇ ਜੇ ਇਹ ਕਹਿ ਵੀ ਦੇਵੇ ਕਿ ਹੁਣ ਹਾਲਾਤ ਸੁਖਾਵੇਂ ਰੱਖ ਲਵਾਂਗੇ, ਤਾਂ ਮੈਨੂੰ ਨਹੀਂ ਲੱਗਦਾ ਕਿ ਇਸ ਬਿਆਨ ਨੂੰ ਸਿਵਾਏ ਕਿਸੇ ਸਿਆਸੀ ਪਾਖੰਡ ਤੋਂ ਕੁਝ ਕਿਹਾ ਜਾ ਸਕਦਾ ਕਿ ਨਹੀਂ। ਮੈਨੂੰ ਲੱਗਦਾ ਇਹ ਇੱਕ ਬਹੁਤ ਵੱਡਾ ਵਰਤਾਰਾ ਚੱਲ ਰਿਹਾ ਪੰਜਾਬ ਦੀ ਧਰਤੀ ਦੇ ਉੱਤੇ, ਔਰ ਜੇ ਇਹ ਡੀਐਨਏ ਪੰਜਾਬ ਦੇ ਵਿੱਚ ਸੱਚਮੁੱਚ ਆ ਗਿਆ, ਲੋਕਾਂ ਦੀ ਮਨੋਦਸ਼ਾ ਦਫਾੜ ਹੋ ਗਈ ਹੈ, ਤਾਂ ਇਹ ਬਹੁਤ ਖਤਰਨਾਕ ਕਿਸਮ ਦਾ ਵਰਤਾਰਾ। ਜੇ ਸੱਚਮੁੱਚ ਘਟਨਾਵਾਂ ਦੇ ਪਿੱਛੇ ਉਹ ਮਨੋਰੋਗੀ ਵੀ ਸ਼ਾਮਲ ਨੇ ਤਾਂ ਫਿਰ ਸ਼ਾਇਦ ਅਸੀਂ ਬਹੁਤ ਆਸਾਨੀ ਦੇ ਨਾਲ ਰੋਕ ਸਕਦੇ ਹਾਂ, ਕਿਉਂਕਿ ਉਹਨਾਂ ਦਾ ਗੁਰਦੁਆਰਾ ਸਾਹਿਬ ਦੇ ਅੰਦਰ ਦਾਖਲਾ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਅਸੀਂ ਕੰਟਰੋਲ ਕਰ ਸਕਦੇ ਹਾਂ, ਜਾਂ ਅਸੀਂ ਕੈਮਰੇ ਲਾ ਕੇ ਘੱਟੋ ਘੱਟ ਇੰਨੀ ਗੱਲ ਜ਼ਰੂਰ ਨੋਟ ਕਰ ਸਕਦੇ ਹਾਂ ਕਿ ਇਹਨਾਂ ਘਟਨਾਵਾਂ ਨੂੰ ਅੰਜਾਮ ਦੇਣ ਲਈ ਗੁਰੂ ਗ੍ਰੰਥ ਸਾਹਿਬ ਦੀ ਭੀੜ ਨੂੰ ਉਠਾ ਕੇ ਕੌਣ ਲਿਜਾ ਰਿਹਾ, ਜਾਂ ਅਸੀਂ ਰਾਤ ਵੇਲੇ ਭੀੜ ਨੂੰ ਜਿਵੇਂ ਆਮ ਤੌਰ ਤੇ ਵੈਸੇ ਵੀ ਪਿਰਤ ਦੇ ਮੁਤਾਬਕ ਵੀ ਰਵਾਇਤ ਦੇ ਮੁਤਾਬਕ ਵੀ ਸੰਤੋਖ ਕੇ ਰੱਖ ਦਿੱਤਾ ਜਾਂਦਾ। ਇਹ ਸਾਰੀਆਂ ਚੀਜ਼ਾਂ ਕੀਤੀਆਂ ਜਾ ਸਕਦੀਆਂ ਹੈ, ਪਰ ਬੇਸਿਕ ਚੀਜ਼ ਹੈ ਵੀ ਇਹਦੇ ਪਿੱਛੇ ਜੇ ਕੋਈ ਸਾਜ਼ਿਸ਼ ਹੈ ਤਾਂ ਉਹ ਜ਼ਰੂਰ ਨੰਗੀ ਹੋਣੀ ਚਾਹੀਦੀ ਹੈ। ਹਾਲੇ ਤੱਕ ਪੁਲਿਸ ਨੇ ਇੱਦਾਂ ਦਾ ਕੋਈ ਸਾਈਨ ਸਾਡੇ ਸਾਹਮਣੇ ਨਹੀਂ ਲਿਆਂਦਾ ਜਿਹਦੇ ਤੋਂ ਅਸੀਂ ਇਹ ਅੰਦਾਜ਼ਾ ਲਾ ਸਕੀਏ ਜਾਂ ਅਸੀਂ ਯਕੀਨ ਨਾਲ ਕਹਿ ਸਕੀਏ ਕਿ ਇਹਦੇ ਪਿੱਛੇ ਕੋਈ ਸਾਜ਼ਿਸ਼ ਕੰਮ ਕਰ ਰਹੀ ਹੈ। ਜੀ ਸੀਪੀ ਸਿੰਘ ਜੀ। ਕੁਲਵੀਰ ਜੀ, ਇਹਦੇ ਪਿੱਛੇ ਰੀਜ਼ਨ ਪੋਲੀਟੀਕਲ ਹੋਵੇ ਜਾਂ ਕਿਸੇ ਦੀ ਸਾਜ਼ਿਸ਼ ਹੋਵੇ ਜਾਂ ਕੁਝ ਹੋਰ ਵੀ ਕਾਰਨ ਹੋ ਸਕਦਾ ਹੈ, ਲੇਕਿਨ ਇਸ ਪੂਰੇ ਇਨਸੀਡੈਂਟ ਨੂੰ ਕੁਲਵੀਰ ਜੀ ਮੈਂ ਇੱਕ ਥੋੜਾ ਜਿਹਾ ਅਲੱਗ ਤਰੀਕੇ ਨਾਲ ਦੇਖਣਾ ਚਾਹੂੰਗਾ। ਸਾਡੇ ਪਿੰਡਾਂ ਦੇ ਵਿੱਚ, ਸਾਡੇ ਸ਼ਹਿਰਾਂ ਦੇ ਵਿੱਚ, ਸਾਡੀ ਆਬਾਦੀਆਂ ਦੇ ਵਿੱਚ ਜਿਹੜੀ ਗੁਰਦੁਆਰਾ ਸਾਹਿਬ ਦੀ ਵੱਧ ਰਹੀ ਤਾਦਾਦ ਹੈ, ਉਹ ਸ਼ਾਇਦ ਇਸ ਚੀਜ਼ ਨੂੰ ਅੰਜਾਮ ਦੇਣ ਦੇ ਵਿੱਚ ਬਹੁਤ ਜ਼ਿਆਦਾ ਤੁਸੀਂ ਕਹੋ ਕਿ ਆਪਣਾ ਯੋਗਦਾਨ ਪਾ ਰਹੀ ਹੈ। ਤੁਸੀਂ ਦੇਖੋ ਹਰ ਇੱਕ ਪਿੰਡ ਦੇ ਵਿੱਚ, ਚਾਹੇ ਉਹ ਸਿਰਫ 1000 ਘਰ ਉਸ ਪਿੰਡ ਦੇ ਵਿੱਚ ਹੋਣ, ਉਸ ਪਿੰਡ ਦੇ ਵਿੱਚ ਵੀ 3 ਤੋਂ ਲੈ ਕੇ 6 ਗੁਰਦੁਆਰੇ ਉੱਥੇ ਬਣੇ ਹੋਏ ਨੇ ਅੱਜ ਦੀ ਡੇਟ ਦੇ ਵਿੱਚ।
ਤੁਸੀਂ ਦੇਖੋ ਅਗਰ ਇੰਨੇ ਗੁਰਦੁਆਰਿਆਂ ਦੀ ਆਮਦ ਹੋਏਗੀ, ਇੰਨੇ ਗੁਰਦੁਆਰਿਆਂ ਦੀ ਕੰਸਟਰਕਸ਼ਨ ਹੋਏਗੀ, ਤਾਂ ਉੱਥੇ 1000 ਘਰਾਂ ਦੇ ਵਿੱਚ ਜਿਹੜਾ ਇੱਕ ਪਿੰਡ ਹੈ 1000 ਘਰਾਂ ਦਾ, ਉਹਨਾਂ ਦੇ ਵਿੱਚ ਕਲੈਕਸ਼ਨ ਵੀ ਕਿੰਨੀ ਕੁ ਹੋਏਗੀ, ਔਰ ਉਸ ਗੁਰਦੁਆਰੇ ਨੂੰ ਚਲਾਉਣ ਵਾਸਤੇ ਜਿਹੜਾ ਫੰਡ ਹੈ ਉਹ ਕਿੱਥੋਂ ਆਏਗਾ। ਸੋ ਕਿਤੇ ਨਾ ਕਿਤੇ ਜਿਹੜੇ ਅਸੀਂ ਉੱਥੇ ਗ੍ਰੰਥੀ ਸਾਹਿਬ ਅਪਾਇੰਟ ਕਰਦੇ ਆ, ਜਾਂ ਉੱਥੇ ਉਹਨਾਂ ਦੀ ਟੇਕ ਕੇਅਰ ਕਰਨ ਵਾਸਤੇ ਬੰਦੇ ਵੀ ਜਿਹੜੇ ਅਸੀਂ ਰੱਖਦੇ ਆ ਗੁਰੂ ਸਾਹਿਬ ਦੀ ਨਿਗਰਾਨੀ ਵਾਸਤੇ, ਉਹ ਜਿਹੜੇ ਆ ਉਹ ਬਹੁਤ ਹੀ ਲੋ ਕਹਿ ਲਓ ਕਿ ਘੱਟ ਤਨਖਾਹ ਵਾਲੇ ਬੰਦੇ ਹੁੰਦੇ ਨੇ, ਔਰ ਉਸ ਬੰਦਿਆਂ ਦੀ ਜਿਹੜੀ ਪ੍ਰੋਪਰ ਅਟੈਂਸ਼ਨ ਹੁੰਦੀ ਹੈ ਉਸ ਗੁਰਦੁਆਰਾ ਸਾਹਿਬ ਦੇ ਪ੍ਰਤੀ, ਉਹ ਓਨੀ ਨਹੀਂ ਹੁੰਦੀ ਜਿੰਨੀ ਕਿ ਐਜ਼ ਅ ਮਰਿਆਦਾ ਹੋਣੀ ਚਾਹੀਦੀ ਹੈ। ਸੋ ਕਿਤੇ ਨਾ ਕਿਤੇ ਜਿਹੜੀ ਵੱਧਦੀ ਤਾਦਾਦ ਗੁਰਦੁਆਰਿਆਂ ਦੀ ਹੈ, ਉਹ ਇਹਨਾਂ ਬੇਅਦਬੀਆਂ ਦੇ ਜਿਹੜੇ ਇਨਸੀਡੈਂਟ ਹੁੰਦੇ ਨੇ ਉਹਨਾਂ ਨੂੰ ਤੁਸੀਂ ਕਹਿ ਲਓ ਕਿ ਵਾਪਰਨ ਦੇ ਵਿੱਚ ਕਾਫੀ ਸਹਾਈ ਹੁੰਦੀ ਹੈ, ਕਿਉਂਕਿ ਉਹਨਾਂ ਦੀ ਟੇਕ ਕੇਅਰ ਕਰਨਾ, ਉਹਨਾਂ ਦੇ ਪ੍ਰੋਪਰ ਟਾਈਮ ਦੇ ਉੱਪਰ ਸੁਖਾਸਨ ਕਰਨਾ, ਔਰ ਤੁਸੀਂ ਕਹਿ ਲਓ ਪ੍ਰਕਾਸ਼ ਕਰਨਾ, ਜਾਂ ਉਹਨਾਂ ਦੀ ਸਾਂਭ ਸੰਭਾਲ ਕਰਨੀ, ਉਹ ਜਿਹੜੀ ਚੀਜ਼ ਹੈ ਉਹ ਉੱਥੇ ਮਰਿਆਦਾ ਦੇ ਅਨੁਸਾਰ ਨਹੀਂ ਹੁੰਦੀ, ਔਰ ਉਸ ਨੂੰ ਜਿਹੜੀ ਉਹਨਾਂ ਦੀਆਂ ਪ੍ਰਬੰਧਕ ਕਮੇਟੀਆਂ ਵੀ ਹੁੰਦੀਆਂ ਗੁਰਦੁਆਰਾ ਸਾਹਿਬ ਦੀਆਂ, ਉਹ ਵੀ ਪ੍ਰੋਪਰ ਤਰੀਕੇ ਨਾਲ ਧਿਆਨ ਨਹੀਂ ਦੇ ਪਾਉਂਦੀਆਂ। ਸੋ ਕਿਤੇ ਨਾ ਕਿਤੇ ਜਿਹੜੀ ਹਰ ਇੱਕ ਕਮਿਊਨਿਟੀ ਆਪਣਾ ਗੁਰਦੁਆਰਾ ਕ੍ਰੀਏਟ ਕਰਨ ਦੀ ਕੋਸ਼ਿਸ਼ ਕਰਦੀ ਹੈ, ਹਰ ਇੱਕ ਜਿਹੜੀ ਤੁਸੀਂ ਕਹਿ ਲਓ ਕਿ ਜਾਤ ਪਾਤ ਦੇ ਆਧਾਰ ਤੇ ਵੀ ਜਿਹੜੇ ਅੱਜ ਕੱਲ੍ਹ ਗੁਰਦੁਆਰੇ ਬਣਨੇ ਸ਼ੁਰੂ ਹੋ ਗਏ ਨੇ। ਸੋ ਉਸ ਤਰ੍ਹਾਂ ਦੀ ਜਿਹੜੀ ਤਾਦਾਦ ਆ ਰਹੀ ਹੈ ਗੁਰਦੁਆਰਾ ਸਾਹਿਬ ਦੀ, ਇਸ ਚੀਜ਼ ਨੇ ਜਿਹੜਾ ਬੇਅਦਬੀਆਂ ਨੂੰ ਬਹੁਤ ਜ਼ਿਆਦਾ ਹੂਲ ਦੇਣੀ ਸ਼ੁਰੂ ਕਰ ਦਿੱਤੀ ਹੈ। ਰੀਸੈਂਟ ਇਨਸੀਡੈਂਟ ਅਸੀਂ ਦੇਵੀ ਨਗਰ ਦੀ ਗੱਲ ਕਰ ਰਹੇ ਹਾਂ। ਦੇਵੀ ਨਗਰ ਦੇ ਵਿੱਚ ਪੁਲਿਸ ਨੇ ਇਹ ਤਾਂ ਕਹਿ ਦਿੱਤਾ ਕਿ ਜਿਹੜੀ ਬੇਅਦਬੀ ਹੋਈ ਹੈ ਉਹ ਇੱਕ ਸੁਰਜੀਤ ਸਿੰਘ ਨਾਮ ਦੇ 28 ਸਾਲਾਂ ਦੇ ਲੜਕੇ ਨੇ ਕੀਤੀ ਹੈ, ਜਿਹੜਾ ਕਿ ਮੈਂਟਲੀ ਅਪਸੈਟ ਹੈ। ਠੀਕ ਹੈ, ਮੰਨਿਆ ਉਹ ਮੈਂਟਲੀ ਅਪਸੈਟ ਹੈ, ਲੇਕਿਨ ਉਹ ਗੁਰਦੁਆਰਾ ਸਾਹਿਬ ਦੀ ਪ੍ਰੈਮਿਸਿਸ ਦੇ ਵਿੱਚ ਅੰਦਰ ਕਿਵੇਂ ਗਿਆ, ਔਰ ਸਵੇਰੇ 6 ਵਜੇ ਉਹ ਅੰਦਰ ਵੜਦਾ ਹੈ, ਜਦੋਂ ਕਿ ਹਲੇ ਪਾਠੀ ਸਾਹਿਬ ਨੇ ਉੱਥੇ ਆਉਣਾ ਸੀਗਾ ਨਿਤਨੇਮ ਕਰਨ ਵਾਸਤੇ। ਸੋ ਕਿਤੇ ਨਾ ਕਿਤੇ ਦੇਖੋ ਉਹ ਉਸ ਗੁਰਦੁਆਰੇ ਦੀ ਪ੍ਰੋਟੈਕਸ਼ਨ ਕਿੱਥੇ ਸੀਗੀ, ਗੁਰਦੁਆਰਾ ਲੌਕ ਨਹੀਂ ਕੀਤਾ ਗਿਆ ਰਾਤ ਨੂੰ, ਜਾਂ ਕੀ ਸੀ, ਕਾਫੀ ਸਵਾਲ ਏਦਾਂ ਦੇ ਉੱਠਦੇ ਆ, ਔਰ ਸ਼ਾਇਦ ਇਸੇ ਕਰਕੇ ਉੱਠਦੇ ਆ ਕਿ ਉਹ ਜਿਹੜੀਆਂ ਪ੍ਰਬੰਧਕ ਕਮੇਟੀਆਂ ਹੁੰਦੀਆਂ ਉਸ ਗੁਰਦੁਆਰੇ ਨੂੰ ਜਿਹੜੀਆਂ ਰਨ ਕਰਦੀਆਂ, ਉਹ ਲੋ ਫੰਡ ਦੇ ਵਿੱਚ ਚੱਲਦੀਆਂ, ਔਰ ਲੋ ਫੰਡ ਦੇ ਹੁੰਦੇ ਅਸੀਂ ਜਿਹੜੇ ਗ੍ਰੰਥੀ ਸਿੰਘ ਵੀ ਰੱਖਦੇ ਆ, ਜਾਂ ਜਿਹੜੇ ਸਿਕਿਉਰਿਟੀ ਪਰਸਨਸ ਵੀ ਰੱਖਦੇ ਆ, ਉਹ ਬਹੁਤ ਘੱਟ ਤਨਖਾਹ ਵਾਲੇ ਰੱਖਦੇ ਆ, ਔਰ ਜਿਹੜਾ ਘੱਟ ਬੰਦਾ ਤਨਖਾਹ ਤੇ ਕੰਮ ਕਰੇਗਾ ਉਹ ਆਪਣਾ ਜਿਹੜਾ ਢਿੱਡ ਪਾਲਣ ਲਈ ਹੋਰ ਵੀ ਕੰਮ ਕਰਦਾ ਹੈ, ਔਰ ਪੂਰੀ ਦੀ ਪੂਰੀ ਅਟੈਂਸ਼ਨ ਜਿਹੜੀ ਉਹਦੀ ਗੁਰਦੁਆਰਾ ਸਾਹਿਬ ਤੇ ਨਹੀਂ ਰਹਿੰਦੀ। ਸੋ ਕਿਤੇ ਨਾ ਕਿਤੇ ਜਿਹੜੀ ਏਦਾਂ ਦੀ ਘਟਨਾਵਾਂ ਨੂੰ ਅੰਜਾਮ ਦਿੱਤਾ ਜਾ ਰਿਹਾ, ਈਵਨ ਤੁਸੀਂ ਦੇਖੋ ਉਸ ਪਿੰਡ ਦੇ ਵਿੱਚ ਮਜ਼ਾਰ ਤੇ ਵੀ ਕੁਝ ਏਦਾਂ ਦਾ ਕੀਤਾ ਗਿਆ ਜਿਹੜਾ ਕਿ ਵੀ ਕਾਂਟ ਸੇ ਔਨ 에ਅਰ, ਤੇ ਉਹ ਵੀ ਚੀਜ਼ ਜਿਹੜੀ ਬਹੁਤ ਗਲਤ ਹੈ। ਮੈਂ ਇਕੱਲਾ ਗੁਰਦੁਆਰਾ ਸਾਹਿਬ ਦੀ ਗੱਲ ਨਹੀਂ ਕਰਦਾ, ਮੰਦਿਰ ਵੀ ਸ਼ਾਮਲ ਨੇ ਇਹਨਾਂ ਦੇ ਵਿੱਚ ਮਜ਼ਾਰਾਂ ਵੀ ਸ਼ਾਮਲ ਹੈ, ਜਿਹੜੀਆਂ ਕਿ ਬਹੁਤਾਤ ਦੇ ਵਿੱਚ ਅੱਜ ਕੱਲ੍ਹ ਪਿੰਡਾਂ ਔਰ ਸ਼ਹਿਰਾਂ ਦੇ ਵਿੱਚ ਕਿਤੇ ਵੀ ਕੋਈ ਏਦਾਂ ਦਾ ਇੰਸੀਡੈਂਟ ਸ਼ੋਅ ਕਰਕੇ ਬਣਾ ਦਿੱਤੀਆਂ ਜਾਂਦੀਆਂ, ਜਿੱਥੇ ਕਿ ਲੋਕਾਂ ਦੀ ਆਸਥਾ ਬਣਨੀ ਹੌਲੀ ਹੌਲੀ ਸ਼ੁਰੂ ਹੋ ਜਾਂਦੀ ਹੈ। ਸੋ ਕਿਤੇ ਨਾ ਕਿਤੇ ਇਸ ਚੀਜ਼ ਨੂੰ ਕੁਲਵੀਰ ਜੀ ਰੈਗੂਲਰਾਈਜ਼ ਕਰ ਦਿੱਤਾ ਜਾਵੇ ਤਾਂ ਸ਼ਾਇਦ ਇਹ ਘਟਨਾਵਾਂ ਜਿਹੜੀਆਂ ਉਹ ਘਟ ਜਾਣ। ਹਾਂ, ਕੁਝ ਹੋਰ ਐਂਗਲ ਵੀ ਹੈਗੇ ਨੇ, ਜਿਸ ਤਰ੍ਹਾਂ ਕੋਈ ਇਸ ਨੂੰ ਕੱਲ ਪੋਲੀਟੀਕਲ ਐਂਗਲ ਨਾਲ ਵੀ ਦੇਖ ਰਹੇ ਸੀ, ਕੁਝ ਐਨਾਲਿਸਿਸ ਕਰ ਰਹੇ ਸੀਗੇ, ਕੁਝ ਹੋਰ ਵੀ ਸਾਜ਼ਿਸ਼ ਦੇ ਤਹਿਤ ਵੀ ਹੋ ਸਕਦਾ ਹੈ, ਬਟ ਕਿਤੇ ਨਾ ਕਿਤੇ ਜੋ ਮੈਂ ਸਮਝਦਾ ਉਹ ਇਹੀ ਹੈ ਕਿ ਜਿਹੜੀ ਗੁਰਦੁਆਰਾ ਸਾਹਿਬ ਦੀ ਬਹੁਤਾਤ ਹੋ ਰਹੀ ਹੈ ਉਹ ਮੇਨ ਕਾਰਨ ਹੈ ਇਸ ਬੇਅਦਬੀ ਦੇ ਵਿੱਚ। ਪਰ ਸੀਪੀ ਜੀ, ਮੈਂ ਛੋਟਾ ਜਿਹਾ ਤੁਹਾਡੇ ਤੇ ਇੱਕ ਜਵਾਬ ਹੋਰ ਲੈਣਾ ਚਾਹਾਂ। ਸੈਂਕੜੇ ਸਾਲਾਂ ਤੋਂ ਪੰਜਾਬ ਦੇ ਵਿੱਚ ਗੁਰਦੁਆਰਾ ਸਾਹਿਬ ਸੀ, ਇਹੋ ਜਿਹੀਆਂ ਘਟਨਾਵਾਂ ਨਹੀਂ ਹੁੰਦੀਆਂ ਸੀ। ਜਿੱਦਾਂ ਸ਼ਬਦੀਪ ਜੀ ਕਹਿੰਦੇ ਹੁੰਦੇ ਕਿ ਪੰਜਾਬੀਆਂ ਦੇ DNA 'ਚ ਹੀ ਨਹੀਂ ਸੀ ਕਿ ਕਿਸੇ ਦੇ ਧਰਮ ਦੀ ਬੇਅਦਬੀ ਕੀਤੀ ਜਾਵੇ। ਕੁਲਵੀਰ ਜੀ, ਨਹੀਂ ਏਦਾਂ ਨਹੀਂ, ਬਿਲਕੁਲ ਹੁਣ ਚਾਹੇ ਗੁਰਦੁਆਰੇ ਜ਼ਿਆਦਾ ਹੋਣ ਚਾਹੇ ਘੱਟ ਹੋਣ, ਕਿਤੇ ਨਾ ਕਿਤੇ ਮਨੋਦਸ਼ਾ ਦੇ ਵਿੱਚ ਫਰਕ ਪਿਆ, ਜਾਂ ਸਿਆਸੀ ਤੌਰ ਦੇ ਉੱਪਰ, ਜਾਂ ਕਿਸੇ ਬਾਹਰਲੇ ਏਜੰਸੀ ਵੱਲੋਂ ਜਿਹੜਾ ਹੈ ਪੰਜਾਬ ਦੇ ਵਿੱਚ ਹਾਲਾਤ ਖਰਾਬ ਕਰਨ ਦੀ ਕੋਸ਼ਿਸ਼ ਵੀ ਹੋ ਸਕਦੀ ਹੈ। ਆਪਾਂ ਸਿਰਫ ਇਹ ਗੱਲ ਨਹੀਂ ਕਹਿ ਸਕਦੇ ਕਿਉਂਕਿ ਪਾਪੂਲੇਸ਼ਨ ਵੱਧ ਰਹੀ ਹੈ, ਗੁਰਦੁਆਰਾ ਸਾਹਿਬ ਵੱਧ ਰਿਹਾ। ਮੈਂ ਤੁਹਾਡੀ ਗੱਲ ਨਾਲ ਸਹਿਮਤ ਹਾਂ ਕਿ ਅਗਰ ਲਿਮਟਿਡ ਹੋਣਗੇ, ਉਹਨਾਂ ਦੀ ਦੇਖ ਰੇਖ ਵਧੀਆ ਹੋਏਗੀ, ਕੁਆਲਿਟੀ ਜਿਹੜੀ ਹੈ ਵਧੀਆ ਹੋਏਗੀ, ਉੱਥੇ ਜਿਹੜੇ ਅਸੀਂ ਗ੍ਰੰਥੀ ਸਿੰਘ ਰੱਖਾਂਗੇ, ਕਿਉਂਕਿ ਪਿੰਡਾਂ ਦੇ ਵਿੱਚ ਬਹੁਤ ਸਾਰੇ ਗੁਰਦੁਆਰੇ ਐਸੇ ਨੇ ਜਿਨ੍ਹਾਂ ਦੇ ਵਿੱਚ ਗ੍ਰੰਥੀ ਸਿੰਘ ਰੱਖੇ ਨਹੀਂ ਜਾਂਦੇ। ਉਹ ਪਿੰਡਾਂ ਦੇ ਵਿੱਚੋਂ ਜਿਹੜੇ ਸਾਡੀ ਸੰਗਤ ਹੈਗੀ ਆ ਉਹ ਸੇਵਾ ਕਰਦੀ ਹੈ, ਔਰ ਸੇਵਾ ਟਾਈਮ ਦੇ ਟਾਈਮ ਜਾ ਕੇ ਕਰਦੀ ਆ, ਸਾਰਾ ਦਿਨ ਉੱਥੇ ਨਹੀਂ ਰਹਿ ਸਕਦੇ। ਕੁਲਵੀਰ ਜੀ, ਇਹੀ ਚੀਜ਼ ਹੈ ਨਾ, ਜੇ ਇੰਨੇ ਗੁਰਦੁਆਰਾ ਸਾਹਿਬ ਹੋਣਗੇ ਤਾਂ ਉਹਨਾਂ ਦੇ ਵਿੱਚ ਫੰਡਸ ਦੀ ਵੀ ਕਮੀ ਹੋਏਗੀ। ਜੇ ਫੰਡਸ ਦੀ ਕਮੀ ਹੋਏਗੀ ਤਾਂ ਉਸ ਨੂੰ ਰਨ ਕਰਨ ਵਾਸਤੇ ਸਾਡੇ ਕੋਲ ਮੈਨ ਪਾਵਰ ਦੀ ਕਮੀ ਆ ਜਾਂਦੀ ਹੈ, ਔਰ ਜੇ ਲੋਕੀ ਖੁਦ ਉਹਨੂੰ ਰਨ ਕਰਨਗੇ ਤਾਂ ਲੋਕਾਂ ਦੇ ਆਪਣੇ ਕੰਮਕਾਰ ਵੀ ਨੇ, ਘਰ ਵੀ ਨੇ, ਉਹ ਗੁਰਦੁਆਰਾ ਸਾਹਿਬ ਨੂੰ ਲੋਕ ਲਾ ਕੇ ਚਲੇ ਜਾਂਦੇ ਆ। ਬਟ ਕਿਤੇ ਨਾ ਕਿਤੇ ਕਹਿਣ ਦਾ ਮਤਲਬ ਮੇਰਾ ਇਹੀ ਹੈ ਕਿ ਗੁਰਦੁਆਰਾ ਸਾਹਿਬ ਦੀ ਟੇਕ ਕੇਅਰ ਕਰਨੀ ਬਹੁਤ ਔਖੀ ਹੋ ਜਾਂਦੀ ਹੈ। ਨੋ ਡਾਊਟ ਪਹਿਲਾਂ ਵੀ ਕਾਫੀ, ਜੇ ਅਸੀਂ ਦੇਖੀਏ ਪਿੱਛੇ ਉਹ ਗੁਰਦੁਆਰਾ ਸਾਹਿਬ ਹੁੰਦੇ ਸੀਗੇ, ਲੇਕਿਨ ਉਦੋਂ ਇਹ ਬਹੁਤਾਤ ਦੇ ਵਿੱਚ ਨਹੀਂ ਸੀ। ਅੱਜ ਇੱਕ ਨਵਾਂ ਹੀ ਟ੍ਰੈਂਡ ਚੱਲ ਗਿਆ ਕਿ ਹਰੇਕ, ਮੈਂ ਮੋਹਾਲੀ ਰਹਿੰਦਾ, ਚੰਡੀਗੜ੍ਹ ਰਹਿੰਦੇ ਅਸੀਂ, ਚੰਡੀਗੜ੍ਹ ਇੱਕ ਸੈਕਟਰ ਦੇ ਵਿੱਚ 3-3 ਗੁਰਦੁਆਰੇ ਸਾਹਿਬ ਤੁਹਾਨੂੰ ਦੇਖਣ ਨੂੰ ਮਿਲ ਜਾਣਗੇ। ਸੋ ਇਹ ਚੀਜ਼ ਜਿਹੜੀ ਹੈ ਉਹ ਖਰਾਬ ਜਿਹੜੀ ਹੈਗੀ ਹੈ ਸਾਨੂੰ ਦਿਸ਼ਾ ਵੱਲ ਲੈ ਕੇ ਜਾ ਰਹੀ ਹੈ। ਨੋ ਡਾਊਟ ਪੰਜਾਬ ਦੇ DNA ਦੇ ਵਿੱਚ ਇਹ ਨਹੀਂ ਸੀ, ਔਰ DNA ਨੂੰ ਵੀ ਛੱਡੋ, ਪੰਜਾਬ
ਤੇ ਲੋਕ ਜਿਹੜੇ ਜਿਨ੍ਹਾਂ ਦੇ ਵਿੱਚ ਧਾਰਮਿਕ ਆਸਥਾ ਹੈ ਉਹ ਇਸ ਤਰ੍ਹਾਂ ਦਾ ਸਟੈਪ ਕਦੀ ਵੀ ਨਹੀਂ ਲੈਣਗੇ। ਲੇਕਿਨ ਜਦੋਂ ਦੇਖੋ ਮੈਂਟਲੀ ਇਲ ਬੰਦੇ ਆ ਗਏ ਜਾਂ ਕੁਝ ਹੋਰ ਇਦਾਂ ਦੇ ਬੈਗਰਸ ਹੈਗੇ ਜਿਨ੍ਹਾਂ ਨਾਲ ਜਿਹੜੇ ਮਾਈਗ੍ਰੇਟਡ ਹੋ ਕੇ ਪੰਜਾਬ ਦੇ ਵਿੱਚ ਆਉਂਦੇ ਨੇ, ਉਹਨਾਂ ਦੇ ਪ੍ਰਤੀ ਜਾਂ ਉਹਨਾਂ ਦੇ ਦਿਲ ਦੇ ਵਿੱਚ ਉਦਾਂ ਦੀ ਆਸਥਾ ਨਹੀਂ ਹੁੰਦੀ ਜਿਹੜੀ ਸਾਡੇ ਦੇ ਦਿਲਾਂ ਦੇ ਵਿੱਚ ਹੁੰਦੀ ਹੈ। ਤਾਂ ਸ਼ਾਇਦ ਬਹੁਤਾਤ ਦੇ ਵਿੱਚ ਹੋਣ ਕਰਕੇ ਉਹਨਾਂ ਨੂੰ ਗੋਲਕਾਂ ਵੀ ਪਈਆਂ ਦਿਖਦੀਆਂ, ਉਹਨਾਂ ਨੂੰ ਇਦਾਂ ਦੀਆਂ ਚੀਜ਼ਾਂ ਵੀ ਦਿਖਦੀਆਂ ਜਿਹਦੇ ਨਾਲ ਕਿ ਮਤਲਬ ਤੁਸੀਂ ਕਹ ਲਓ ਕਿ ਨਿਊਸੈਂਸ ਕ੍ਰੀਏਟ ਕੀਤਾ ਜਾਵੇ। ਨੋ ਡਾਊਟ ਇਹਦੇ ਵਿੱਚ ਪੋਲੀਟੀਕਲ ਐਂਗਲ ਵੀ ਹੋ ਸਕਦਾ ਹੈ, ਇਹਦੇ ਵਿੱਚ ਬਾਹਰਲੀਆਂ ਤਾਕਤਾਂ ਵੀ ਹੋ ਸਕਦੀਆਂ ਕਿਉਂਕਿ ਇਲੈਕਸ਼ਨ ਦਾ ਮਾਹੌਲ ਚੱਲ ਰਿਹਾ ਹੈ, ਰਿਜ਼ਲਟ ਆਉਣ ਵਾਲੇ ਨੇ। ਬਟ ਕਿਤੇ ਨਾ ਕਿਤੇ ਜੇ ਮੈਜੋਰਿਟੀ ਦੇਖੀਏ ਤਾਂ ਸਿਰਫ ਮੇਰੇ ਹਿਸਾਬ ਨਾਲ ਗੁਰਦੁਆਰਾ ਦੀ ਬਹੁਤਾਤ ਇਹਦਾ ਮੇਨ ਕਾਰਨ। ਪਰਮਜੀਤ ਜੀ, ਲਗਾਤਾਰ ਸਵਾ ਸਾਲ ਹੋ ਗਿਆ, ਜਿਹੜੀ ਗੱਲ ਆਪਾਂ ਪਹਿਲਾਂ ਕਦੀ ਸੁਣਦੇ ਨਹੀਂ ਹੁੰਦੇ ਸੀ ਉਹ ਲਗਾਤਾਰ ਅਸੀਂ ਹਰ ਹਫ਼ਤੇ, ਤੁਸੀਂ ਜਰਨਲਿਸਟ ਹੋ, ਰੋਜ਼ ਖਬਰਾਂ ਦੇ ਵਿੱਚ ਰਹਿੰਦੇ ਹੋ, ਮੇਰਾ ਨਹੀਂ ਖਿਆਲ ਕੋਈ ਇੱਕ ਹਫ਼ਤਾ ਸਾਡਾ ਖਾਲੀ ਜਾਂਦਾ ਹੋਵੇ ਜਦੋਂ ਅਸੀਂ ਇਹ ਨਿਊਜ਼ ਨਾ ਸੁਣਦੇ ਹੋਈਏ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋ ਗਈ, ਗੁਟਕਾ ਸਾਹਿਬ ਦੀ ਬੇਅਦਬੀ ਹੋ ਗਈ, ਜਾਂ ਕਿਸੇ ਮੰਦਿਰ ਦੇ ਵਿੱਚ ਬੇਅਦਬੀ ਹੋ ਗਈ, ਜਾਂ ਕਿਸੇ ਮਸਜਿਦ ਦੇ ਵਿੱਚ ਬੇਅਦਬੀ ਹੋ ਗਈ, ਜਾਂ ਕਿਸੇ ਮਜ਼ਾਰ ਦੇ ਉੱਪਰ ਬੇਅਦਬੀ ਹੋ ਗਈ। ਕੁਲਵੀਰ ਜੀ, ਇਹਦੇ ਵਿੱਚ ਸਭ ਤੋਂ ਪਹਿਲਾਂ ਜਿਹੜੀ ਚੀਜ਼ ਮੈਂ ਮੰਨ ਕੇ ਚੱਲਦਾ ਵੀ ਇਹ ਮਾਨਸਿਕ ਰੋਗੀ ਹੀ ਹੁੰਦਾ ਬੰਦਾ, ਕੋਈ ਵੀ ਹੋਵੇ, ਭਾਵੇਂ ਜਿਹੜਾ ਕਿਸੇ ਵੀ ਧਾਰਮਿਕ ਗ੍ਰੰਥ ਦੀ ਬੇਅਦਬੀ ਕਰਦਾ ਹੈਗਾ। ਕੱਲ ਜਿਵੇਂ ਡੇਰਾਬੱਸੀ ਦੇ ਵਿੱਚ ਜਿਹੜੀ ਘਟਨਾ ਹੋਈ ਔਰ ਪੁਲਿਸ ਨੇ 5 ਘੰਟਿਆਂ 'ਚ ਜਿਹੜਾ ਅਕਿਊਜ਼ਡ ਆ ਉਹਨੂੰ ਫੜਨ ਦਾ ਦਾਅਵਾ ਵੀ ਕੀਤਾ ਤੇ ਬਾਅਦ 'ਚ ਇਹ ਕਿਹਾ ਗਿਆ ਕਿ ਉਹ ਮਾਨਸਿਕ ਰੋਗੀ ਹੈ। ਮੇਰਾ ਨਿੱਜੀ ਤੌਰ ਤੇ ਇੱਕ ਤਾਂ ਇਹ ਮੰਨਣਾ ਕਿ ਕੋਈ ਵੀ ਇਨਸਾਨ ਜਿਹੜਾ ਇਸ ਤਰ੍ਹਾਂ ਦੇ ਕਿਸੇ ਵੀ ਘਟਨਾ ਨੂੰ ਅੰਜਾਮ ਦਿੰਦਾ ਉਹ ਮਾਨਸਿਕ ਰੋਗੀ ਹੀ ਹੁੰਦਾ ਹੈ। ਜਿੱਥੋਂ ਤੱਕ ਰਹੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ, ਮੈਂ ਇਹਦੇ ਵਾਸਤੇ ਸਭ ਤੋਂ ਜ਼ਿਆਦਾ SGPC ਨੂੰ ਜ਼ਿੰਮੇਵਾਰ ਬਣਦਾ, ਕਿਉਂਕਿ ਜਿਹੜੇ ਗੁਰੂ ਗ੍ਰੰਥ ਸਾਹਿਬ ਦੇ ਜਿਹੜੇ ਪ੍ਰਕਾਸ਼ ਨੇ ਉਹ ਬੇਹਿਸਾਬ ਛਾਪੇ ਜਾ ਰਹੇ ਨੇ, ਉਹਨਾਂ ਦਾ ਕੋਈ ਰਿਕਾਰਡ ਨਹੀਂ ਰੱਖਿਆ ਜਾਂਦਾ। ਅਸੀਂ ਥੋੜੇ ਦਿਨ ਪਹਿਲਾਂ ਵੀ SGPC ਪ੍ਰਧਾਨ ਬਡੂੰਗਰ ਸਾਹਿਬ ਨਾਲ ਮੈਂ ਗੱਲ ਕੀਤੀ ਸੀ, ਮੈਂ ਵੀ ਉਹਨਾਂ ਨੂੰ ਇਹੀ ਸੁਜੈਸ਼ਨ ਦਿੱਤੀ ਸੀ ਕਿ ਤੁਸੀਂ ਜਿਹੜੇ ਗੁਰੂ ਗ੍ਰੰਥ ਸਾਹਿਬ ਦੇ ਜਿਹੜੇ ਅੰਗ ਛਾਪੇ ਜਾਂਦੇ ਨੇ ਉਹਨਾਂ ਦਾ ਇੱਕ ਸੀਰੀਅਲ ਨੰਬਰ ਲਗਾਓ, ਤੁਹਾਨੂੰ ਪਤਾ ਹੋਵੇ ਕਿ ਕਿਹੜਾ ਅਗਰ ਕਿਸੇ ਪਾਰਟਿਕੂਲਰ ਜਗ੍ਹਾ ਤੇ ਕੋਈ ਬੇਅਦਬੀ ਹੋਈ ਹੈ ਤਾਂ ਉਹ ਜਿਹੜਾ ਬੀੜ ਸਾਹਿਬ ਹੈ ਉਹ ਕਿਸ ਨੂੰ ਇਸ਼ੂ ਹੋਈ ਸੀ, ਕਿਸ ਨੂੰ ਦਿੱਤੀ ਗਈ ਸੀ, ਉਹਦੀ ਜ਼ਿੰਮੇਵਾਰੀ ਬਣਦੀ ਹੈ, ਉਹਨੂੰ ਤੁਸੀਂ ਨਕੇਲ ਪਾਓ। ਕਿਉਂਕਿ ਅੱਜ ਦੀ ਡੇਟ 'ਚ ਇਹ ਆ ਰਿਹਾ ਕਿ ਬੇਹਿਸਾਬ ਗੁਰੂ ਗ੍ਰੰਥ ਸਾਹਿਬ ਛਾਪੇ ਜਾ ਰਹੇ ਨੇ। ਜਿਵੇਂ CP ਜੀ ਨੇ ਕਿਹਾ ਕਿ ਬੇਹਿਸਾਬ ਗੁਰਦੁਆਰੇ ਖੁੱਲ ਰਹੇ ਨੇ, ਤਾਂ ਉਹਨਾਂ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜਿਹੜੇ ਪਏ ਨੇ ਉਹਨਾਂ ਦਾ ਕੋਈ ਰਿਕਾਰਡ ਨਹੀਂ ਹੈ ਕਿ ਕਿੱਥੋਂ ਆ ਰਹੇ ਨੇ, ਕਿੱਥੇ ਜਾ ਰਹੇ ਨੇ। ਅੱਗੇ ਉਹਨਾਂ ਦਾ ਬੇਅਦਬੀ ਹੋ ਰਹੀ ਹੈ ਤਾਂ ਬੇਅਦਬੀ ਹੋਣ ਤੋਂ ਬਾਅਦ ਅਕਿਊਜ਼ ਜਿਹੜੇ ਨੇ ਉਹ ਮਾਨਸਿਕ ਰੋਗੀ ਕਹਿ ਕੇ ਇੱਕ ਤਰ੍ਹਾਂ ਨਾਲ ਕਾਨੂੰਨ ਦੇ ਵਿੱਚ ਸੌਫਟ ਕਾਰਨਰ ਲੈ ਲੈਂਦੇ ਨੇ। ਤਾਂ ਕਿਤੇ ਨਾ ਕਿਤੇ ਸਰਕਾਰ ਜਿਹੜੀ ਆ ਉਹਨੂੰ ਜਾਂ SGPC ਨੂੰ ਸਭ ਤੋਂ ਜ਼ਿਆਦਾ ਇਹਦੇ ਵਿੱਚ ਇੱਕ ਜਿਹੜਾ ਪੁਆਇੰਟ ਆ ਉਹ ਦੇਖਣਾ ਚਾਹੀਦਾ ਹੈਗਾ। ਤੇ ਕਿਉਂਕਿ ਬੇਹਿਸਾਬ ਜਿਹੜੇ ਗੁਰੂ ਗ੍ਰੰਥ ਸਾਹਿਬ ਛਾਪੇ ਜਾਂਦੇ ਨੇ, ਹੁਣ ਗੁਰਦੁਆਰਿਆਂ ਦੇ ਵਿੱਚ ਮੈਂ ਅਕਸਰ ਦੇਖਿਆ ਕਿ ਉੱਥੇ ਦੁਕਾਨਾਂ ਲੱਗੀਆਂ ਹੁੰਦੀਆਂ ਨੇ, ਗੁਰੂ ਗ੍ਰੰਥ ਸਾਹਿਬ ਨੂੰ ਸੇਲ ਕਰਦੇ ਨੇ ਉੱਥੇ। ਜਦੋਂ ਤੱਕ ਇਸ ਚੀਜ਼ ਤੇ ਕੋਈ ਕੰਟਰੋਲ ਨਹੀਂ ਹੋਏਗਾ, ਕੋਈ ਅਥਾਰਟੀ ਉਹਨੂੰ ਕੰਟਰੋਲ ਨਹੀਂ ਕਰੇਗੀ, ਤਾਂ ਇਹ ਚੀਜ਼ਾਂ ਹੁੰਦੀਆਂ ਹੀ ਰਹਿਣਗੀਆਂ। ਮੇਰੇ ਹਿਸਾਬ ਨਾਲ ਜੋ ਕੁਝ ਵੀ ਪੰਜਾਬ ਦੇ ਵਿੱਚ ਸ਼ੁਰੂ ਹੋ ਗਿਆ, ਗਲਤ ਵਰਤਾਰਾ ਜਿਹੜਾ ਸ਼ੁਰੂ ਹੋ ਗਿਆ, ਇਹਦੇ ਵਾਸਤੇ ਜਿਹੜੇ ਇਸ ਚੀਜ਼ ਨੂੰ ਕਰਨ ਵਾਲੇ ਲੋਕ ਨੇ ਉਹਨਾਂ ਵਾਸਤੇ ਬਹੁਤ ਇੱਕ ਖੁੱਲਾ ਮੈਦਾਨ ਹੈ, ਕਿਉਂਕਿ ਕੋਈ ਉਹਨਾਂ ਨੂੰ ਚੈੱਕ ਕਰਨ ਵਾਲਾ ਨਹੀਂ ਕਿ ਉਹ ਕਿੱਥੋਂ ਗੁਰੂ ਗ੍ਰੰਥ ਸਾਹਿਬ ਲੈ ਰਹੇ ਨੇ, ਉਹਦੇ ਪੰਨੇ ਫਾੜ ਕੇ ਕਿੱਥੇ ਸੜਕ ਤੇ ਖਿਲਾਰਦੇ ਨੇ, ਕਿੱਥੇ ਖਿਲਾਰਦੇ ਨੇ, ਤੇ ਉਹ ਆਪਣਾ ਬੜੇ ਆਰਾਮ ਨਾਲ ਸਾਫ਼ ਬਚ ਕੇ ਨਿਕਲ ਜਾਂਦੇ ਨੇ। ਤੇ ਜਿੱਥੋਂ ਤੱਕ ਰਹੀ ਮਾਨਸਿਕ ਰੋਗੀਆਂ ਦੀ ਗੱਲ, ਮੇਰੇ ਮੁਤਾਬਕ ਕਾਨੂੰਨ ਨੂੰ ਜਿਹੜਾ ਮਾਨਸਿਕ ਰੋਗੀਆਂ ਨਾਲ ਇਸ ਮਾਮਲੇ ਦੇ ਵਿੱਚ ਵੀ ਉਸੇ ਤਰ੍ਹਾਂ ਸਲੂਕ ਕਰਨਾ ਚਾਹੀਦਾ ਤਾਂ ਜੋ ਆਉਣ ਵਾਲੇ ਜਿਹੜੇ ਹੋਰ ਜਿਹੜੇ ਇਸ ਤਰ੍ਹਾਂ ਦੇ ਕ੍ਰਿਮੀਨਲ ਨੇ, ਜਿਹੜੇ ਹੋਰ ਇਸ ਤਰ੍ਹਾਂ ਦੀ ਘਟਨਾਵਾਂ ਕਰਨ ਵਾਲੇ ਨੇ, ਉਹਨਾਂ ਨੂੰ ਪਤਾ ਹੋਵੇ ਕਿ ਅਸੀਂ ਕਿਸੇ ਵੀ ਹਾਲਾਤ ਦੇ ਵਿੱਚ ਬਖਸ਼ੇ ਨਹੀਂ ਜਾਵਾਂਗੇ। ਜੀ, ਜੇ ਆਪਾਂ ਗੱਲ ਕਰਦੇ ਹਾਂ ਮਾਨਸਿਕ ਰੋਗੀਆਂ ਦੀ, ਦੋ ਵਿਸ਼ੇ ਸਾਹਮਣੇ ਆਉਂਦੇ ਨੇ ਜੀ। ਬੱਚਿਆਂ ਦੀਆਂ ਘਟਨਾਵਾਂ ਸਾਹਮਣੇ ਆਈਆਂ ਕਿ ਬੱਚਿਆਂ ਨੇ ਪਾੜ ਦਿੱਤੇ। ਉਹ ਬੱਚੇ ਜਿਹੜੇ ਰੋਜ਼ ਗੁਰਦੁਆਰਾ ਸਾਹਿਬ ਮੱਥਾ ਟੇਕਦੇ ਸੀ, ਰੋਜ਼ ਆਉਂਦੇ ਸੀ, ਉਹਨਾਂ ਨੇ ਪਹਿਲਾਂ ਇਹ ਘਟਨਾ ਕਦੀ ਨਹੀਂ ਕੀਤੀ, ਕਦੀ ਉਹਨਾਂ ਨੇ ਇਹ ਕਾਰਵਾਈ ਨਹੀਂ ਕੀਤੀ ਸੀ। ਅਚਾਨਕ ਇੱਕ ਦਿਨ ਆਉਂਦੇ ਆ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗਾਂ ਦੀ ਬੇਅਦਬੀ ਕਰਦੇ, ਬਾਹਰ ਜਾਂਦੇ, ਫਿਰ ਦੁਬਾਰਾ ਆਉਂਦੇ ਆ, ਫਿਰ ਬੇਅਦਬੀ ਕਰਦੇ ਆ। ਇਹਦੇ ਪਿੱਛੇ ਕਾਰਨ ਅਜੇ ਤੱਕ ਪਤਾ ਨਹੀਂ ਲੱਗੇ। ਅੱਜ ਹੁਣ ਅਸੀਂ ਕਹਿਣ ਲੱਗ ਪਏ ਕਿ ਜਿਨ੍ਹਾਂ ਦੀ ਮਨੋਦਸ਼ਾ ਠੀਕ ਨਹੀਂ ਹੈਗੀ, 2-3 ਕੇਸ ਉਹ ਹੋ ਗਏ ਨੇ, ਪੁਲਿਸ ਕਹਿਣ ਲੱਗ ਪਈ ਇਹਨਾਂ ਦੀ ਮਨੋਦਸ਼ਾ ਠੀਕ ਨਹੀਂ ਸੀਗੀ। ਇਹਨਾਂ ਨੂੰ ਕੋਈ ਪਿੱਛੋਂ ਗਾਈਡ ਵੀ ਕਰ ਸਕਦਾ, ਕਿਉਂਕਿ ਅਗਰ ਉਹਨਾਂ ਦੀ ਮਨੋਦਸ਼ਾ ਠੀਕ ਨਹੀਂ ਹੈਗੀ ਤੇ ਉਹਨਾਂ ਨੂੰ ਜਿਹੜਾ ਹੈ ਇਸ ਕੰਮ ਕਰਨ ਵਾਸਤੇ ਉਕਸਾਇਆ ਵੀ ਜਾ ਸਕਦਾ, ਮਨਾਇਆ ਵੀ ਜਾ ਸਕਦਾ, ਬੱਚਿਆਂ ਨੂੰ ਪਤਿਆਇਆ ਵੀ ਜਾ ਸਕਦਾ ਕਿਸੇ ਵੀ ਗੱਲ ਦੇ ਉੱਤੇ, ਲਾਲਚ ਵੀ ਦਿੱਤਾ ਜਾ ਸਕਦਾ। ਸੋ ਗੱਲ ਇਹ ਨਹੀਂ ਹੈ ਕਿ ਇਹ ਤਾਂ 3-4 ਘਟਨਾਵਾਂ ਜਿਨ੍ਹਾਂ ਦੇ ਵਿੱਚ ਅਸੀਂ ਕਹਿੰਦੇ ਕਿ ਮਨੋਰੋਗੀ ਆ ਗਏ। ਦੂਜਾ ਇੱਕ ਪਹਿਲੂ ਇਹਦਾ ਹੋਰ ਵੀ ਆਪਾਂ ਦੇਖ ਸਕਦੇ ਹਾਂ ਕਿ ਪੁਲਿਸ, ਕਿਉਂਕਿ ਜਦੋਂ ਵੀ ਇਹੋ ਜਿਹੀ ਘਟਨਾ ਵਾਪਰਦੀ ਹੈ ਹਾਲਾਤ ਬਹੁਤ ਜ਼ਿਆਦਾ ਤਣਾਅਪੂਰਨ ਹੋ ਜਾਂਦੇ ਆ, ਪੁਲਿਸ ਉਹਦੇ ਉੱਪਰ ਜਲਦੀ ਜਿਹੜੀ ਕਾਰਵਾਈ ਕਰਦੀ ਆ, ਉਹਦੇ ਵਿੱਚ ਇਸ ਤਰੀਕੇ ਨਾਲ ਹੁਣ ਇੱਕ ਮਨੋਰੋਗੀ ਨੂੰ ਫੜ ਲਿਆ ਗਿਆ। ਇਹ ਵੀ ਹੋ ਸਕਦਾ ਕੱਲ੍ਹ ਨੂੰ ਜੇ ਖਬਰ ਨਿਕਲ ਆਵੇ ਤਾਂ ਮਨੋਰੋਗੀਆਂ ਵਿਚਾਰਿਆਂ ਨੇ ਇਹ ਕੰਮ ਕੀਤਾ ਹੀ ਨਹੀਂ ਸੀਗਾ, ਕਿਉਂਕਿ ਉਹ ਮਨੋਰੋਗੀ ਆ, ਉਹ ਆਪਣੇ ਆਪ ਨੂੰ ਸਹੀ ਤਰੀਕੇ ਦੇ ਨਾਲ
ਜਿਹੜਾ ਹੈ ਉਹ ਪ੍ਰੈਜ਼ੈਂਟ ਨਹੀਂ ਕਰ ਸਕਦੇ, ਆਪਣੇ ਸਹੀ ਵਿਚਾਰ ਨਹੀਂ ਦੇ ਸਕਦੇ। ਪੁਲਿਸ ਨੇ ਅਗਰ ਉਹਦੇ ਨਾਲ ਸਖਤੀ ਕੀਤੀ, ਉਹਨੂੰ ਮਨਾ ਲਿਆ, ਤੇ ਇਹਦੇ ਪਿੱਛੇ ਇਹ ਵੀ ਹੋ ਸਕਦਾ ਕਿ ਪੁਲਿਸ ਨੇ ਵਕਤੀ ਤੌਰ ਦੇ ਉੱਪਰ ਹਾਲਾਤ ਨੂੰ ਕੰਟਰੋਲ ਕਰਨ ਵਾਸਤੇ ਮਨੋਰੋਗੀਆਂ ਨੂੰ ਟਾਰਗੇਟ ਬਣਾਉਣਾ ਸ਼ੁਰੂ ਕਰ ਦਿੱਤਾ ਹੋਵੇ। ਇਸ ਗੱਲ ਦੀ ਸੰਭਾਵਨਾ ਵੀ ਆਪਾਂ ਜਿਹੜੀ ਹੈਗੀ ਆ ਉਹ ਦੂਰ ਨਹੀਂ ਕਰ ਸਕਦੇ। ਤੀਸਰੀ ਗੱਲ, ਕੁਝ ਘਟਨਾਵਾਂ ਦੇ ਵਿੱਚ ਜਿਹੜੇ ਦੋਸ਼ੀ ਸਾਹਮਣੇ ਆਏ ਸੀਗੇ, ਜਿਹੜੀ ਸਭ ਤੋਂ ਦੁੱਖ ਭਰੀ ਗੱਲ ਇਹ ਆ ਕਿ ਕੁਝ ਦੋਸ਼ੀ ਸਾਹਮਣੇ ਆਏ ਸੀ ਜਿਹੜੇ ਗ੍ਰੰਥੀ ਸਨ, ਜਿਨ੍ਹਾਂ ਦੀ ਜ਼ਿੰਮੇਵਾਰੀ ਸੀ ਗੁਰਦੁਆਰਾ ਸਾਹਿਬ ਦੀ ਕੇਅਰ ਟੇਕ ਕਰਨੀ, ਜਿਨ੍ਹਾਂ ਦੇ ਵਿੱਚ 2 ਲੋਕਾਂ ਦਾ ਕਤਲ ਵੀ ਬਾਅਦ ਦੇ ਵਿੱਚ ਕਰ ਦਿੱਤਾ ਗਿਆ ਜੀ। ਜਦੋਂ ਇਹੋ ਜਿਹੇ ਹਾਲਾਤ ਹੋ ਗਏ ਨੇ ਜਿਨ੍ਹਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਾਂਭ ਸੰਭਾਲ ਵਾਸਤੇ ਅਸੀਂ ਜ਼ਿੰਮੇਵਾਰੀ ਦੇ ਕੇ ਬਿਠਾ ਲਿਆ ਹੋਇਆ, ਉਹ ਵੀ ਲੋਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਦੇ ਨੇ। ਤੇ ਇੱਥੇ ਮੇਰਾ ਖਿਆਲ ਆ ਕਿ ਮਨੋਦਸ਼ਾ ਦੀ ਹਾਲਤ ਜਿਹੜੀ ਹੈਗੀ ਆ, ਜਾਂ ਇਹਦੇ ਪਿੱਛੇ ਵਾਕਿਆ ਹੀ ਕੋਈ ਤੀਸਰੀ ਪਾਵਰ ਕੰਮ ਕਰਦੀ ਹੈ। ਸ਼ਬਦੀਪ ਜੀ, ਅਸੀਂ ਮਨੋਰੋਗੀਆਂ ਦਾ ਨਾਮ ਲੈ ਕੇ ਇਸ ਗੱਲ ਨੂੰ ਪਿੱਛੇ ਨਹੀਂ ਪਾ ਸਕਦੇ ਕਿ ਮਨੋਰੋਗੀ ਜਿਹੜੇ ਹੈਗੇ ਨੇ ਉਹ ਬੇਅਦਬੀ ਕਰ ਦਿੰਦੇ ਆ। ਇਹਦੇ ਵਿੱਚ 3 ਧਿਰਾਂ, ਪੰਜਾਬ ਸਰਕਾਰ, ਪੰਜਾਬ ਪੁਲਿਸ ਤੇ SGPC, ਚੌਥੀ ਧਿਰ ਜਿਹੜੀ ਹੈਗੀ ਆ, ਜਿਹੜੀਆਂ ਲੋਕਲ ਗੁਰਦੁਆਰਾ ਪ੍ਰਬੰਧਕ ਕਮੇਟੀਆਂ, 4 ਧਿਰਾਂ ਜਿਹੜੀਆਂ ਹੈਗੀਆਂ, ਮੇਰਾ ਖਿਆਲ ਹੈ ਨਾ ਚਾਰਾਂ ਦਾ ਹੀ ਬਰਾਬਰ ਕਸੂਰ ਹੈ। ਕਿਉਂਕਿ ਪੁਲਿਸ ਜਿਹੜੀ ਹੈਗੀ ਆ, ਜਦੋਂ ਵੀ ਇਹੋ ਜਿਹੀ ਘਟਨਾ ਹੁੰਦੀ ਆ, ਉਹਨੂੰ ਜਲਦੀ ਤੋਂ ਜਲਦੀ ਜਿਹੜੀ ਹੈਗੀ ਆ ਮੈਨੂਪੂਲੇਟ ਕਰਨ ਦੀ ਕੋਸ਼ਿਸ਼ ਕਰਦੀ ਆ, ਉਹਦੇ ਉੱਪਰ ਪਰਦਾ ਪਾਉਣ ਦੀ ਕੋਸ਼ਿਸ਼ ਕਰਦੀ ਆ, ਤਾਂ ਕਿ ਜਿਹੜੇ ਹਾਲਾਤ ਤਣਾਅਪੂਰਨ ਨਾ ਹੋਣ। ਸਰਕਾਰ ਇਹਨੂੰ ਏਜੰਸੀਆਂ ਦਾ ਨਾਮ ਲੈ ਕੇ, ਬਾਹਰੀ ਤਾਕਤਾਂ ਦਾ ਨਾਮ ਲੈ ਕੇ ਆਪਣਾ ਪੱਲਾ ਝਾੜ ਲੈਂਦੀ ਹੈ। SGPC ਵੱਲੋਂ ਗੁਰਦੁਆਰਾ ਕਮੇਟੀਆਂ ਦੇ ਉੱਪਰ ਜਿਹੜੀ ਹੈਗੀ ਜ਼ਿੰਮੇਵਾਰੀ ਪਾ ਦਿੱਤੀ ਜਾਂਦੀ ਹੈ ਕਿ ਗੁਰਦੁਆਰਾ ਕਮੇਟੀਆਂ ਦੀ ਜਿਹੜੀ ਜ਼ਿੰਮੇਵਾਰੀ ਬਣਦੀ ਆ ਉਹ ਕੇਅਰ ਟੇਕ ਕਰਨ। ਗੁਰਦੁਆਰਾ ਕਮੇਟੀਆਂ ਦੀ ਜਿਹੜੀ ਹਾਲਤ ਹੈਗੀ ਆ, ਉਹ CP ਜੀ ਨੇ ਸਾਨੂੰ ਜਿਹੜੀ ਬਿਲਕੁਲ ਸਹੀ ਜਿਹੜੀ ਹੈਗੀ ਆ ਸਾਨੂੰ ਪੇਸ਼ ਕੀਤੀ ਹੈਗੀ ਆ। ਇਹੋ ਜਿਹੇ ਹਾਲਾਤਾਂ ਦੇ ਵਿੱਚ ਜਦੋਂ ਇੱਕ ਦੂਸਰੇ ਦੇ ਉੱਪਰ ਜ਼ਿੰਮੇਵਾਰੀ ਪਾ ਰਿਹਾ, ਤੇ ਕਿਸ ਤਰੀਕੇ ਦੇ ਨਾਲ ਲੱਗਦਾ ਤੁਹਾਨੂੰ ਕਿ ਇਹ ਜਿਸ ਬੰਦੇ, ਮੈਨੂੰ ਇਦਾਂ ਲੱਗਦਾ ਕਿ ਅਗਰ ਇਹਦੇ ਪਿੱਛੇ ਕਿਸੇ ਦੀ ਚਾਲ ਹੈ, ਅਗਰ ਇਹਦੇ ਪਿੱਛੇ ਕਿਸੇ ਦਾ ਦਿਮਾਗ ਲੱਗਿਆ ਹੋਇਆ, ਕੋਈ ਇਹਦੇ ਪਿੱਛੇ ਕੋਈ ਕਿਸੇ ਦਾ ਏਜੰਡਾ ਹੋ ਸਕਦਾ, ਤੇ ਉਹਨਾਂ ਵਾਸਤੇ ਬਹੁਤ ਵਧੀਆ ਅਸੀਂ ਪੰਜਾਬ ਦੇ ਵਿੱਚ ਹਾਲਾਤ ਦਿੱਤੇ ਹੋਏ ਨੇ ਕਿ ਉਹ ਆਪਣੀਆਂ ਘਟਨਾਵਾਂ ਨੂੰ ਜਾਰੀ ਰੱਖਣ। ਹਾਂਜੀ ਸ਼ਬਦੀਪ ਜੀ। ਕੁਲਬੀਰ ਜੀ, ਇੱਕ ਸੰਭਾਵਨਾ ਜਿਹੜੀ ਤੁਸੀਂ ਵਿਅਕਤ ਕੀਤੀ ਹੈ ਕਿ ਹੋ ਸਕਦਾ ਕਿ ਘਟਨਾਵਾਂ ਦੇ ਪਿੱਛੇ ਕੁਝ ਹੋਰ ਲੋਕ ਹੋਣ, ਸਾਜ਼ਿਸ਼ ਕਿਸੇ ਹੋਰ ਦੀ ਹੋਵੇ, ਪੁਲਿਸ ਆਪਣੀ ਖਲੜੀ ਬਚਾਉਣ ਦੇ ਲਈ ਕਿਸੇ ਨਾ ਕਿਸੇ ਮਾਨਸਿਕ ਰੋਗੀ ਨੂੰ ਗ੍ਰਿਫਤਾਰ ਕਰਕੇ ਇਸ ਗੱਲ ਨੂੰ ਆਪਣੇ ਆਪ ਤਰੀਕੇ ਦੇ ਨਾਲ ਫਾਈਲ ਨੂੰ ਕਮਜ਼ੋਰ ਕਰਨ ਲਈ ਜਾਂ ਫਾਈਲ ਨੂੰ ਅਗਲੇ ਥੋੜੇ ਦਿਨਾਂ ਦੇ ਵਿੱਚ ਬੰਦ ਕਰਨ ਦੀ ਕੋਸ਼ਿਸ਼ ਕਰ ਰਹੀ ਹੋਵੇ। ਇਸ ਗੱਲ ਦੀ ਸੰਭਾਵਨਾ ਜ਼ਰੂਰ ਅਸੀਂ ਕਿਸੇ ਹੱਦ ਤੱਕ ਦੇਖ ਸਕਦੇ ਹਾਂ। ਇਹ ਕਿੰਨਾ ਸੱਚ ਹੈ ਕਿੰਨਾ ਨਹੀਂ ਆਪਾਂ ਕਹਿ ਨਹੀਂ ਸਕਦੇ, ਪਰ ਇਸ ਗੱਲ ਦੀ ਥੋੜੀ ਜਿਹੀ ਸੰਭਾਵਨਾ ਜ਼ਰੂਰ ਰੱਖਣੀ ਚਾਹੀਦੀ, ਕਿਉਂਕਿ ਪੁਲਿਸ ਦਾ ਤੰਤਰ ਜਿਸ ਤਰੀਕੇ ਦੇ ਨਾਲ ਸਾਡੇ ਦੇਸ਼ ਦੇ ਵਿੱਚ ਕੰਮ ਕਰਦਾ, ਜਿਵੇਂ ਜ਼ੋਰਾਵਰ ਲੋਕਾਂ ਦੇ ਖਿਲਾਫ ਜਦੋਂ ਧਾਰਾਵਾਂ ਲਾਈਆਂ ਜਾਂਦੀਆਂ ਉਹ ਕਮਜ਼ੋਰ ਲਾਈਆਂ ਜਾਂਦੀਆਂ, ਔਰ ਜ਼ੋਰਾਵਰ ਜੇ ਕਿਸੇ ਦੇ ਖਿਲਾਫ ਧਾਰਾਂ ਲਵਾਉਣੀਆਂ ਚਾਹਣ ਤਾਂ ਉਦੋਂ ਹੋਰ ਤਰੀਕੇ ਦੀਆਂ ਧਾਰਾਵਾਂ ਲਾ ਕੇ ਆਮ ਤੇ ਨਿਰਦੋਸ਼ ਬੰਦੇ ਨੂੰ ਵੀ ਜਿਹੜਾ ਉਹ ਕਟਹਿਰੇ ਦੇ ਵਿੱਚ ਖੜਾ ਕਰ ਦਿੱਤਾ ਜਾਂਦਾ। ਔਰ ਹੋ ਸਕਦਾ ਇਹਨਾਂ ਘਟਨਾਵਾਂ ਦੇ ਪਿੱਛੇ ਇਦਾਂ ਦੀ ਵੀ ਕੋਈ ਗੱਲ ਹੋਵੇ, ਪਰ ਫਿਰ ਵੀ ਸਾਨੂੰ ਇੱਕ ਗੱਲ ਜ਼ਰੂਰ ਮੰਨ ਕੇ ਚੱਲਣੀ ਚਾਹੀਦੀ ਆ ਕਿ ਪੁਲਿਸ ਜੋ ਕੁਝ ਵੀ ਕਰ ਰਹੀ ਹੈ ਉਹ ਉਦੋਂ ਫੌਰੀ ਤੌਰ ਤੇ ਉਹਦੀ ਚੌਕਸੀ ਨਜ਼ਰ ਆਉਂਦੀ ਜਦੋਂ ਘਟਨਾ ਵਾਪਰ ਜਾਂਦੀ ਹੈ, ਪਰ ਘਟਨਾ ਦੇ ਵਾਪਰਨ ਦੇ ਪੂਰੇ ਵਰਤਾਰੇ ਤੋਂ ਪਹਿਲਾਂ ਪੁਲਿਸ ਕਿਸੇ ਤਰੀਕੇ ਦੇ ਨਾਲ ਉਹਦੇ ਬਾਰੇ ਕੋਈ ਚਰਚਾ ਨਹੀਂ ਕਰਦੀ। ਈਵਨ ਘਟਨਾ ਵਾਪਰਨ ਤੋਂ ਥੋੜੇ ਦਿਨਾਂ ਦੇ ਬਾਅਦ ਵੀ ਪੁਲਿਸ ਦੀ ਤੁਹਾਨੂੰ ਜਿਹੜੀ ਕਾਰਵਾਈ ਆ ਉਹ ਕੋਈ ਬਹੁਤ ਅੱਗੇ ਵੱਧਦੀ ਹੋਈ ਨਜ਼ਰ ਨਹੀਂ ਆਉਂਦੀ। ਇੱਕ ਤਰ੍ਹਾਂ ਨਾਲ ਘਟਨਾ ਵਾਪਰੀ, ਪੁਲਿਸ ਆਈ, ਕਿਸੇ ਨਾ ਕਿਸੇ ਉੱਤੇ ਇਲਜ਼ਾਮ ਧਰਿਆ ਜਾਂ ਕਿਸੇ ਅਣਪਛਾਤੇ ਉੱਤੇ ਕੇਸ ਦਰਜ ਕੀਤਾ ਤੇ ਕਹਾਣੀ ਨੂੰ ਉੱਥੇ ਇੱਕ ਤਰ੍ਹਾਂ ਨਾਲ ਖਤਮ ਕਰ ਦਿੱਤਾ ਗਿਆ ਔਰ ਫਾਈਲ ਪੁਲਿਸ ਥਾਣੇ ਦੇ ਵਿੱਚ ਪਈ ਹੈ ਔਰ ਪੁਲਿਸ ਥਾਣੇ ਦੇ ਵਿੱਚ ਲੋਕ ਥੋੜੀ ਬਹੁਤੀ ਪੜਤਾਲ ਕਰਨਗੇ ਤਾਂ ਉਹਦੇ ਬਾਰੇ ਥੋੜੀ ਬਹੁਤੀ ਸੂਚਨਾ ਦੇ ਦਿੱਤੀ ਜਾਏਗੀ। ਬਹੁਤ ਜ਼ਿਆਦਾ ਗੰਭੀਰਤਾ ਨਾਲ ਪੁਲਿਸ ਕੰਮ ਕਰਦੀ ਨਜ਼ਰ ਨਹੀਂ ਆਈ, ਇਹ ਗੱਲ ਇੱਕ ਫੈਕਟ ਹੈ ਜਿਹੜੇ ਨੂੰ ਸਾਨੂੰ ਮੰਨਣਾ ਚਾਹੀਦਾ। ਅੰਤ ਦੇ ਵਿੱਚ ਮੈਂ ਇੱਕੋ ਗੱਲ ਕਹਿਣੀ ਚਾਹਾਂਗਾ ਕਿ ਸਾਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਇਹਨਾਂ ਬਦਲੇ ਹੋਏ ਹਾਲਾਤ ਦੇ ਵਿੱਚ ਸੱਚਮੁੱਚ ਓਨੈਸਟੀ ਦੇ ਨਾਲ, ਗੰਭੀਰਤਾ ਦੇ ਨਾਲ ਇਹਨਾਂ ਚੀਜ਼ਾਂ ਨੂੰ ਪਰਖਿਆ ਔਰ ਵਿਚਾਰਿਆ ਜਾਵੇ। ਗੁਰਦੁਆਰਾ ਸਾਹਿਬ ਪਹਿਲਾਂ ਦੇ ਮੁਕਾਬਲੇ ਉਸ ਬਣਤਰ ਜਾਂ ਵਰਗੇ ਨਹੀਂ ਹੈ ਜਿਨ੍ਹਾਂ ਦੇ ਵਿੱਚ ਆਸਾਨੀ ਦੇ ਨਾਲ ਕੋਈ ਜਾ ਕੇ ਇਸ ਤਰੀਕੇ ਦੀ ਘਟਨਾ ਨੂੰ ਅੰਜਾਮ ਦੇ ਸਕਦਾ ਹੋਵੇ। ਪਹਿਲਾਂ ਨਾਲੋਂ ਹਾਲਾਤ ਕਾਫੀ
ਬਦਲ ਵੀ ਚੁੱਕੇ ਨੇ ਔਰ ਗੁਰਦੁਆਰਾ ਸਾਹਿਬ ਨੂੰ ਸੁਰੱਖਿਅਤ ਰੱਖਣਾ ਪਹਿਲਾਂ ਦੇ ਮੁਕਾਬਲੇ ਕਾਫੀ ਆਸਾਨ ਹੋ ਗਿਆ। ਜੇ ਫਿਰ ਵੀ ਇਹ ਘਟਨਾਵਾਂ ਵਾਪਰ ਰਹੀਆਂ ਨੇ ਤਾਂ ਸਾਨੂੰ ਜ਼ਰੂਰ ਇਹਨਾਂ ਬਾਰੇ ਸੋਚਣਾ ਚਾਹੀਦਾ। ਮੇਰੀ ਫੋਨ ਲਾਈਨ ਵੀ ਕੱਟੀ ਗਈ ਹੈ, ਇਸ ਕਰਕੇ ਵੀ ਮੈਂ ਆਪਣੀ ਗੱਲ ਨੂੰ ਖਤਮ ਕਰਦਾ ਔਰ ਚਾਹਾਂਗਾ ਜਦੋਂ ਮੈਨੂੰ ਤੁਹਾਡੀ ਆਵਾਜ਼ ਆ ਰਹੀ ਹੋਵੇ ਮੈਂ ਉਦੋਂ ਫਰਦਰ ਆਪਣੀ ਗੱਲ ਅੱਗੇ ਵਧਾ ਸਕਾਂ। ਜੀ ਸ਼ਬਦੀਤ ਜੀ, ਮੈਂ ਟੈਕਨੀਕਲ ਟੀਮ ਨੂੰ ਕਹਾਂਗਾ ਸ਼ਬਦੀਤ ਜੀ ਨੂੰ ਦੁਬਾਰਾ ਜਿਹੜਾ ਹੈ ਨਾਲ ਲਿਆ ਜਾਵੇ। ਸੀਪੀ ਜੀ, ਆਪਾਂ ਗੱਲ ਕਰਾਂਗੇ ਕਿ ਜੇ ਆਪਾਂ ਉੱਥੇ ਦੇਖੀਏ ਕਿ ਕੱਲ ਘਟਨਾ ਹੋਣ ਤੋਂ ਬਾਅਦ ਦੇਵੀ ਨਗਰ ਵਿੱਚ ਘਟਨਾ ਹੋਣ ਤੋਂ ਬਾਅਦ ਡੇਰਾਬੱਸੀ ਜਿਹੜੇ MLA NK ਸ਼ਰਮਾ, SGPC ਤੋਂ ਨਿਰਮਲ ਸਿੰਘ ਜੌਲਾ, ਜਿਹੜੇ ਉੱਥੇ ਦੇ ਮੈਂਬਰ ਸੀਗੇ, ਕਾਂਗਰਸ ਤੋਂ ਅਮਰਤਪਾਲ ਸਿੰਘ, ਆਮ ਆਦਮੀ ਪਾਰਟੀ ਤੋਂ ਸਰਬਜੀਤ ਕੌਰ ਤੇ ਹਰਕਿਸ਼ਨ ਸੇਵਾ ਜੱਥਾ ਤੇ ਦਮਦਮੀ ਟਕਸਾਲ ਤੋਂ ਜਿਹੜੇ ਹੈਗੇ ਨੇ ਉੱਥੇ ਜੱਥੇ ਪਹੁੰਚੇ ਰਾਜਪੁਰੇ ਤੋਂ। ਹਾਲਾਤ ਆਪਾਂ ਜੇ ਉੱਥੇ ਦੀ ਇੱਕ ਸਾਡੇ ਕੋਲ ਚੱਕਦੇ TV ਨੇ ਇੱਕ ਵੀਡੀਓ ਜਿਹੜੀ ਹੈਗੀ ਆ ਉਹ ਅੱਜ ਅਸੀਂ ਨਿਊਜ਼ ਵਿੱਚ ਵੀ ਦਿਖਾ ਲਈ ਆ, ਫੇਸਬੁੱਕ ਦੇ ਉੱਪਰ ਵੀ ਹੈ, ਜਿਹਦੇ ਵਿੱਚ ਦਮਦਮੀ ਟਕਸਾਲ ਵੱਲੋਂ ਆਏ ਹੋਏ ਜੱਥੇ ਵੱਲੋਂ ਜਿਹੜਾ ਹੈ ਉਹ ਸ਼੍ਰੋਮਣੀ ਕਮੇਟੀ ਦਾ ਜਿਹੜਾ SGPC ਦਾ ਜਿਹੜਾ ਹੈ ਉਹ ਰੋਲ ਨੂੰ ਬਿਲਕੁਲ ਉੱਥੇ ਨਕਾਰਦਿਆਂ ਹੋਇਆਂ ਇਹ ਗੱਲ ਕਹੀ ਕਿ SGPC ਜਿਹੜੀ ਹੈਗੀ ਆ ਉਹਦੀ ਕੋਈ ਜ਼ਿੰਮੇਵਾਰੀ ਨਹੀਂ, ਅਸੀਂ ਸਾਡੀ ਜ਼ਿੰਮੇਵਾਰੀ ਆ ਅਸੀਂ ਆਪ ਨਿਭਾਵਾਂਗੇ। ਦੂਸਰਾ ਇੱਕ ਜਿਹੜਾ ਹੋਰ ਪਹਿਲੂ ਆ ਮੈਂ ਉਹਦੇ 'ਤੇ ਜ਼ਰੂਰ ਗੱਲ ਕਰਨੀ ਚਾਹਾਂਗਾ ਔਰ ਮੈਂ ਵਿਚਾਰ ਵੀ ਤੁਹਾਡੇ ਜਾਣਨਾ ਚਾਹਾਂਗਾ ਕਿ ਔਰ ਮੈਂ ਬਿਲਕੁਲ ਹੂਬਹੂ ਉਹੀ ਕਹਿਣ ਦੀ ਕੋਸ਼ਿਸ਼ ਕਰਾਂਗਾ, ਉਹੀ ਬੋਲਣ ਦੀ ਕੋਸ਼ਿਸ਼ ਕਰਾਂਗਾ ਜੋ ਜਿਹੜੇ ਉੱਥੇ ਸਾਡੇ ਜੱਥੇ ਵੱਲੋਂ ਸੱਜਣ ਆਏ ਹੋਏ ਸੀ ਉਹਨਾਂ ਨੇ ਬੋਲਿਆ। ਉਹਨਾਂ ਨੇ ਕਿਹਾ ਕਿ ਅਗਰ ਕਿਸੇ ਨੂੰ ਇਹੋ ਜਿਹੀ ਘਟਨਾ ਕਰਨ ਵਾਲੇ ਦਾ ਜਾਂ ਬੇਅਦਬੀ ਕਰਨ ਵਾਲੇ ਦਾ ਪਤਾ ਲੱਗਦਾ ਤਾਂ ਜੱਗ ਜ਼ਾਹਰ ਨਾ ਕਰਿਓ, ਸਾਨੂੰ ਮਾੜਾ ਜਿਹਾ ਆਈਡੀਆ ਦੇ ਦਿਓ। ਜਿੱਦਾਂ ਲੁਧਿਆਣੇ ਤੇ ਅੰਮ੍ਰਿਤਸਰ ਦੇ ਬੇਅਦਬੀ ਕਰਨ ਵਾਲਿਆਂ ਦੀ ਗੱਡੀ ਚੜ੍ਹਾਈ ਸੀ, ਅਸੀਂ ਉਹਦੀ ਵੀ ਗੱਡੀ ਚੜ੍ਹਾ ਦਿਆਂਗੇ। ਇਹ ਵੀ ਕਿਹਾ ਕਿ ਅਗਰ ਪ੍ਰਸ਼ਾਸਨ ਵੱਲੋਂ ਕੋਈ ਕਾਰਵਾਈ ਨਹੀਂ ਹੁੰਦੀ ਔਰ ਪ੍ਰਸ਼ਾਸਨ ਵੱਲੋਂ ਨਹੀਂ ਲੱਭਿਆ ਜਾਂਦਾ ਔਰ ਅਗਰ ਸਾਨੂੰ ਲੱਭ ਗਿਆ ਤੇ ਖਬਰਾਂ ਲੱਗ ਜਾਣਗੀਆਂ। ਇੱਕ ਚੀਜ਼ ਤੇ ਸਪਸ਼ਟ ਹੈ, ਜਾਂ ਤੇ ਸਿੱਖ ਸੰਗਤ ਦਾ ਜਾਂ ਕੁਛ ਲੋਕਾਂ ਦਾ ਭਰੋਸਾ ਪ੍ਰਸ਼ਾਸਨ ਤੋਂ 100% ਉੱਠ ਚੁੱਕਿਆ, ਪੁਲਿਸ ਤੋਂ 100% ਉੱਠ ਚੁੱਕਿਆ ਔਰ ਉਹ ਚਾਹੁੰਦੇ ਨੇ ਕਿ ਇਹਨਾਂ ਘਟਨਾਵਾਂ ਦੇ ਉੱਪਰ ਆਪ ਨਕੇਲ ਪਾਈ ਜਾਵੇ, ਉਹ ਆਪ ਫੈਸਲਾ ਕਰਨਾ ਚਾਹੁੰਦੇ ਨੇ, ਜਿਹੜਾ ਕਿ ਆਪਾਂ ਕਹਿ ਸਕਦੇ ਕਿ ਕਾਨੂੰਨੀ ਤੌਰ ਤੇ ਬਿਲਕੁਲ ਵੀ ਦਰੁਸਤ ਨਹੀਂ ਹੈ। ਉਹਨਾਂ ਦਾ ਇਹ ਗੱਲ ਭਰੀ ਸਭਾ ਦੇ ਵਿੱਚ ਕਹਿਣਾ ਵੀ ਮੇਰੇ ਅਕੋਰਡਿੰਗ ਬਿਲਕੁਲ ਦਰੁਸਤ ਨਹੀਂ ਆ ਕਿ ਅਸੀਂ ਜਿਹੜਾ ਹੈ ਜਿਹੜਾ ਬੰਦਾ ਬੇਅਦਬੀ ਕਰ ਰਿਹਾ ਉਹਨੂੰ ਕਾਨੂੰਨੀ ਤੌਰ ਦੇ ਉੱਪਰ ਅਗਰ ਸਰਕਾਰ ਨਹੀਂ ਫੜਦੀ ਤੇ ਅਸੀਂ ਉਹਦਾ ਕਤਲ ਕਰ ਦਿਆਂਗੇ, ਕਿਉਂਕਿ ਦੋਨਾਂ ਕਤਲਾਂ ਦੀ ਉਹਨਾਂ ਨੇ ਜ਼ਿੰਮੇਵਾਰੀ ਵੀ ਲੈ ਲਈ ਤੇ ਜਿਹੜਾ ਹੈ ਉਹ ਕਹਿ ਸਕਦੇ ਹਾਂ ਕਿ ਦਾਅਵਾ ਵੀ ਕੀਤਾ ਕਿ ਲੁਧਿਆਣੇ ਤੇ ਅੰਮ੍ਰਿਤਸਰ ਜਿਹੜੇ ਦੋਨੋਂ ਕਤਲ ਬੇਅਦਬੀ ਨਾਲ ਰਿਲੇਟਡ ਸੀਗੇ ਉਹ ਕੀਤੇ ਗਏ ਨੇ। ਇਸੇ ਤਰੀਕੇ ਨਾਲ ਅਸੀਂ ਅੱਗੇ ਵੀ ਇਹ ਕਾਰਵਾਈ ਜਿਹੜੀ ਕਰਾਂਗੇ। ਜਦੋਂ ਇਸ ਤਰੀਕੇ ਦਾ ਬਿਆਨ ਆ ਜਾਂਦਾ CP ਸਿੰਘ ਜੀ ਸਾਹਮਣੇ ਤੋਂ, ਅਸੀਂ ਦੇਖਿਆ ਕਿ ਪੁਲਿਸ ਜਿਹੜੀ ਸੀ ਉਹ ਬਹੁਤ ਵੱਡੀ ਤਾਦਾਦ ਦੇ ਵਿੱਚ ਲਗਾਈ ਗਈ ਸੀ ਕਿਉਂਕਿ ਹਾਲਾਤ ਕੁਝ ਵੀ ਹੋ ਸਕਦੇ ਸੀ। ਔਰ ਜਦੋਂ ਇਸ ਤਰੀਕੇ ਦੇ ਬਿਆਨ ਸਾਹਮਣੇ ਤੋਂ ਆਉਣ ਲੱਗ ਪੈਂਦੇ ਨੇ, ਕੀ ਲੱਗਦਾ ਤੁਹਾਨੂੰ ਕਿ ਇਹ ਘਟਨਾਵਾਂ ਹੌਲੀ ਹੌਲੀ ਪੰਜਾਬ ਦੇ ਲੋਕਾਂ ਦੇ ਮਨਾਂ ਦੇ ਵਿੱਚ ਜਿੱਥੇ ਪ੍ਰਸ਼ਾਸਨ ਦੇ ਪ੍ਰਤੀ ਜਿਹੜੀ ਹੈਗੀ ਆ ਉਹ ਪਾੜਾ ਵਧਾ ਰਹੀਆਂ, ਉੱਥੇ ਧਰਮ ਦੇ ਨਾਮ ਦੇ ਲੋਕਾਂ ਦੇ ਵਿੱਚ ਵੀ ਪਾੜਾ ਵਧਾ ਰਿਹਾ? ਕੁਲਬੀਰ ਜੀ, ਦੋ ਚੀਜ਼ਾਂ ਹੈ ਇਹਦੇ ਵਿੱਚ। ਨੋ ਡਾਊਟ ਪ੍ਰਸ਼ਾਸਨ ਦੀ ਨਾਕਾਮਯਾਬੀ ਹੈਗੀ ਹੈ ਕਿਉਂਕਿ ਅਸੀਂ ਲੋਕ ਇਨਸੀਡੈਂਟ ਹੋਣ ਦੀ ਵੇਟ ਕਰਦੇ ਹਾਂ, ਅਸੀਂ ਇਨਸੀਡੈਂਟ ਤੋਂ ਪਹਿਲਾਂ ਉਸ ਨੂੰ ਪ੍ਰੀਕਾਸ਼ਨਰੀ ਮੈਜਰਸ ਨਹੀਂ ਲੈਂਦੇ। ਬਟ ਕਿਤੇ ਨਾ ਕਿਤੇ ਜਿਵੇਂ ਕੱਲ ਮੈਂ ਵੀ ਵੀਡੀਓ ਦੇਖ ਰਿਹਾ ਸੀਗਾ ਜਦੋਂ ਉਹਨਾਂ ਨੇ ਬਿਆਨ ਦਿੱਤਾ ਕਿ ਅਸੀਂ ਆਪਣੇ ਹਿਸਾਬ ਨਾਲ ਜਿਹੜਾ ਉਸ ਬੰਦੇ ਦਾ ਜਿਹੜਾ ਬੇਅਦਬੀ ਜਿਹੜਾ ਕਰੇਗਾ ਜਾਂ ਜਿਹਨੇ ਕੀਤੀ ਹੈ ਉਹਦਾ ਅਸੀਂ ਜਿਹੜਾ ਹਸ਼ਰ ਕਰਾਂਗੇ। ਬਟ ਕੁਲਵੀਰ ਜੀ, ਮੈਂ ਸਮਝੂੰਗਾ ਕਿ ਇਹ ਬਿਆਨ ਠੀਕ ਨਹੀਂ ਹੈ, ਗਲਤ ਹੈ, ਕਾਫੀ ਜਣਾਂ ਨੇ ਨਿੰਦਾ ਵੀ ਕੀਤੀ ਹੈ, ਲੇਕਿਨ ਸਾਨੂੰ ਉਸ ਗੱਲ ਤੋਂ ਇਲਾਵਾ ਇੱਕ ਚੀਜ਼ ਹੋਰ ਸੋਚਣੀ ਚਾਹੀਦੀ ਹੈ। ਜੇ ਅਸੀਂ ਇਨਸੀਡੈਂਟ ਹੋਣ ਤੋਂ ਬਾਅਦ ਉਸ ਬੰਦੇ ਦਾ ਜਿਹੜਾ ਦੋਸ਼ ਹੈ ਜਾਂ ਤੁਸੀਂ ਕਹ ਲਓ ਕਿ ਬੰਦੇ ਨੂੰ ਸਜ਼ਾ ਦੇਣੀ ਹੈ, ਉਹ ਆਪਣੇ ਅਨੁਸਾਰ ਸੋਚ ਸਕਦੇ ਆ ਕਿ ਕੱਲ ਨੂੰ ਅਖਬਾਰਾਂ ਦੇ ਵਿੱਚ ਖਬਰਾਂ ਲੱਗ ਜਾਣਗੀਆਂ, ਤੁਸੀਂ ਆਪ ਦੇਖ ਲੈਣਾ। ਬਟ ਉਸ ਤੋਂ ਪਹਿਲਾਂ ਅਗਰ ਅਸੀਂ ਇੱਕ ਬੀੜਾ ਚੱਕ ਲਈਏ, ਇੱਕ ਨਿਸ਼ਚੈ ਕਰ ਲਈਏ ਕਿ ਜੇ ਅਸੀਂ ਬੇਅਦਬੀ ਨੂੰ ਰੋਕਣਾ ਹੈ ਜਾਂ ਬੇਅਦਬੀ ਦੇ ਜਿਹੜੇ ਬੰਦੇ ਕਰਦੇ ਉਹਨਾਂ ਨੂੰ ਸਜ਼ਾ ਦੇਣ ਤੋਂ ਪਹਿਲਾਂ ਕਿ ਅਸੀਂ ਆਪਣੀ ਇੱਕ ਜਿਹੜਾ ਸੰਗਠਨ ਹੈ ਸਾਡਾ ਜਿਹੜਾ ਜਿਨ੍ਹਾਂ ਨੇ ਇਹ ਬਿਆਨ ਦਿੱਤਾ ਹੈ ਉਹ ਸੰਗਠਨ ਗੁਰਦੁਆਰਿਆਂ ਦੀ ਟੇਕ ਕੇਅਰ ਕਰਨ ਵਾਸਤੇ ਜਾਂ ਗੁਰਦੁਆਰਿਆਂ ਦੇ ਵਿੱਚ ਜਿਹੜੇ ਰਾਗੀ ਜਾਂ ਜਿਹੜੇ ਉੱਥੇ ਬੰਦੇ ਉਹਨਾਂ ਨੂੰ ਟੇਕ ਕੇਅਰ ਸੰਭਾਲਦੇ ਨੇ ਉਹਨਾਂ ਨੂੰ ਅਵੇਅਰ ਕਰਨ ਵਾਸਤੇ ਇੱਕ ਟੀਮ ਨਹੀਂ ਬਣਾ ਸਕਦਾ ਕਿ ਉਹਨਾਂ ਨੂੰ ਠੀਕ ਹੈ ਇਕੱਲੀ SGPC ਦੇ ਉੱਪਰ ਇਹ
ਦੋਸ਼ ਲਗਾਉਂਦੇ ਆ ਕਿ ਐਸਜੀਪੀਸੀ ਜਿਹੜੇ ਗੁਰੂ ਗ੍ਰੰਥ ਸਾਹਿਬ ਇਸ਼ੂ ਕਰਦੀ ਹੈ ਗੁਰਦੁਆਰਾ ਸਾਹਿਬ ਨੂੰ, ਜਾਂ ਕਿਤੋਂ ਵੀ ਅਸੀਂ ਕੋਈ ਪਰਚੇਜ਼ ਕਰਕੇ ਲਿਆਉਂਦੇ ਤਾਂ ਉਹਦਾ ਇੱਕ ਟਰੈਕ ਰਿਕਾਰਡ ਹੋਣਾ ਚਾਹੀਦਾ, ਇੱਕ ਟਰੈਕ ਰਿਕਾਰਡ ਮੇਨਟੇਨ ਕਰਨਾ ਚਾਹੀਦਾ, ਕਿਹੜੇ ਗੁਰਦੁਆਰੇ ਨੂੰ ਕਿਹੜੇ ਸੀਰੀਅਲ ਨੰਬਰ ਤੇ ਗੁਰੂ ਗ੍ਰੰਥ ਸਾਹਿਬ ਗਿਆ। ਪਰ ਉਸ ਗੁਰੂ ਗ੍ਰੰਥ ਸਾਹਿਬ ਜਾਣ ਨਾਲ ਬੇਅਦਬੀ ਦੀਆਂ ਘਟਨਾਵਾਂ ਨਹੀਂ ਰੁਕ ਸਕਦੀਆਂ। ਉਹਦਾ ਕਾਰਨ ਇਹ ਹੈ ਕਿ ਅਸੀਂ ਗੁਰੂ ਗ੍ਰੰਥ ਸਾਹਿਬ ਉਹਨਾਂ ਨੂੰ ਇਸ਼ੂ ਕਰ ਦਿੰਦੇ ਆ, ਪਰ ਉਸ ਤੋਂ ਬਾਅਦ ਉਹਦੀ ਟੇਕ ਕੇਅਰ ਕੌਣ ਕਰਦਾ ਹੈ, ਕਿਸ ਤਰ੍ਹਾਂ ਹੁੰਦੀ ਹੈ, ਕੀ ਉੱਥੇ ਲੌਕ ਪ੍ਰੋਪਰ ਹੁੰਦਾ ਹੈ, ਸੀਸੀਟੀਵੀ ਲੱਗੇ ਹੈ ਨਹੀਂ ਲੱਗੇ ਹੈ, ਕਿਸ ਕਮਿਊਨਿਟੀ ਦਾ ਗੁਰਦੁਆਰਾ ਹੈ, ਇਹ ਸਾਰੀ ਚੀਜ਼ਾਂ ਮੈਟਰ ਕਰਦੀਆਂ। ਪਰ ਮੈਂ ਉਸ ਸੰਗਠਨ ਨੂੰ ਇਹ ਚੀਜ਼ ਪੁੱਛਣਾ ਚਾਹੂੰਗਾ ਆਪਣੇ ਅੱਜ ਔਨ 에ਅਰ ਪ੍ਰੋਗਰਾਮ ਦੇ ਤਹਿਤ ਕਿ ਜੇ ਅਸੀਂ ਉਸ ਬੰਦਿਆਂ ਨੂੰ ਸਜ਼ਾ ਦੇਣ ਦੀ ਗੱਲ ਕਰਦੇ ਆ, ਉਹਨਾਂ ਦਾ ਕਤਲ ਕਰਨ ਦੀ ਗੱਲ ਕਰਦੇ ਆ, ਕਿ ਸਾਡੀ ਇਹ ਵੀ ਜ਼ਿੰਮੇਵਾਰੀ ਨਹੀਂ ਬਣਦੀ ਕਿ ਅਸੀਂ ਉਸ ਗੁਰਦੁਆਰਾ ਸਾਹਿਬ ਦੇ ਵਿੱਚ ਆਪਣੇ ਕੁਝ ਟੀਮ ਮੈਂਬਰਸ ਲੈ ਜਾ ਕੇ ਜਾਂ ਕੁਝ ਬੰਦੇ ਉਸ ਪਿੰਡ ਚੋਂ ਹੀ ਚਾਹੇ ਅਪਾਇੰਟ ਕੀਤੇ ਜਾਣ, ਉਸ ਗੁਰਦੁਆਰੇ ਦੀ ਟੇਕ ਕੇਅਰ ਕੀਤੀ ਜਾਵੇ, ਉਸ ਗੁਰਦੁਆਰੇ ਟੇਕ ਕੇਅਰ ਕਰਨ ਦੇ ਵਿੱਚ ਉਹਨਾਂ ਦੀ ਹੈਲਪ ਕੀਤੀ ਜਾਵੇ, ਤਾਂ ਜੋ ਇਹ ਜਿਹੜੀਆਂ ਘਟਨਾਵਾਂ ਇਹਨਾਂ ਨੂੰ ਅੰਜਾਮ ਕੋਈ ਵੀ ਨਾ ਦੇ ਸਕੇ। ਚਾਹੇ ਇਹਦੇ ਪਿੱਛੇ ਪੋਲੀਟੀਕਲ ਰੀਜ਼ਨ ਹੋਵੇ, ਚਾਹੇ ਇਹਦੇ ਪਿੱਛੇ ਉਹ ਮਨੋਰੋਗੀ ਹੋਵੇ। ਮਨੋਰੋਗੀ ਵੀ ਜਿਹੜਾ ਉਹ ਏਦਾਂ ਦੀ ਸ਼ਰਾਰਤ ਜਦੋਂ ਕਰਦਾ ਹੈ ਤਾਂ ਕਿਤੇ ਨਾ ਕਿਤੇ ਇੱਕ ਸ਼ੱਕ ਦੀ ਸੂਈ ਜ਼ਰੂਰ ਜਾਂਦੀ ਹੈ ਕਿ ਪਿੱਛੇ ਕਿਸੇ ਨਾ ਕਿਸੇ ਵੱਲੋਂ ਉਹਨੂੰ ਪ੍ਰਵੋਕ ਕੀਤਾ ਗਿਆ, ਭੜਕਾਇਆ ਗਿਆ ਜਾਂ ਉਕਸਾਇਆ ਗਿਆ। तो कितना किते इस चीज ਨੂੰ ਅੰਜਾਮ ਦੇਣ ਦੀ ਬਜਾਏ ਸਾਨੂੰ ਇਸ ਚੀਜ਼ ਦਾ ਬੀੜਾ ਚੱਕਣਾ ਚਾਹੀਦਾ ਕਿ ਅਸੀਂ ਉਸ ਗੁਰਦੁਆਰੇ ਦੀ ਟੇਕ ਕੇਅਰ ਕਰਨ ਦੇ ਵਿੱਚ ਲੋਕਾਂ ਦਾ ਹੱਕ ਵਟਾਈਏ। ਦੂਸਰੀ ਗੱਲ ਤੁਸੀਂ ਕੀਤੀ ਕਿ ਉੱਥੇ ਪੋਲੀਟੀਕਲ ਲੀਡਰਸ ਦੀ ਇੱਕਦਮ ਆਮਦ ਹੋ ਗਈ, ਪਿੰਡ ਜਿਹੜਾ ਸੀਗਾ ਉਹ ਛਾਉਣੀ ਦੇ ਵਿੱਚ ਤਬਦੀਲ ਕਰ ਦਿੱਤਾ ਗਿਆ ਸੀ ਕਿਉਂਕਿ ਲੱਗਦਾ ਸੀ ਕਿ ਜਿਸ ਤਾਦਾਦ ਦੇ ਵਿੱਚ ਲੋਕ ਆਸੇ-ਪਾਸੇ ਦੇ ਪਿੰਡਾਂ ਦੇ ਵਿੱਚੋਂ ਨਿਕਲ ਕੇ ਉਸ ਗੁਰਦੁਆਰਾ ਸਾਹਿਬ ਦੇ ਵਿੱਚ ਆ ਰਹੇ ਸੀ ਤੇ ਕਿ ਕਿਤੇ ਏਦਾਂ ਦੀ ਕੋਈ ਅਣਸੁਖਾਵੀ ਘਟਨਾ ਨੂੰ ਅੰਜਾਮ ਨਾ ਦਿੱਤਾ ਜਾਵੇ, ਇਸੇ ਕਰਕੇ ਸ਼ਾਇਦ ਉੱਥੇ ਪੁਲਿਸ ਆਈ। ਲੇਕਿਨ ਉਸ ਤੋਂ ਬਾਅਦ ਤੁਸੀਂ ਦੇਖੋ ਅਕਾਲੀ ਦਲ ਵੱਲੋਂ ਐਨਕੇ ਸ਼ਰਮਾ ਵੀ ਆਏ, ਹੋਰ ਵੀ ਆਪ ਦੇ ਵੀ ਸਰਜੀਤ ਕੌਰ ਜੀ ਆਏ ਨਾ, ਇੱਕ ਬੜਾ ਘਟਨਾ ਨੂੰ ਅੰਜਾਮ ਦੇ ਦਿੱਤਾ ਗਿਆ ਸੀ। ਆਪਕੇ ਤੋਂ ਇੱਕ ਪੋਲੀਟੀਕਲ ਤੁਸੀਂ ਕਹ ਲਓ ਕਿ ਬਿਆਨ ਦੇਣ ਦੀ ਗੱਲ ਹੁੰਦੀ ਹੈ ਕਿ ਅਸੀਂ ਉਹਨਾਂ ਨੂੰ ਇੰਨੇ ਘੰਟੇ ਦੇ ਵਿੱਚ ਅੰਦਰ ਕਰ ਦਾਂਗੇ ਜਾਂ ਅਸੀਂ ਆਹ ਕਰ ਦਾਂਗੇ ਜਾਂ ਉਹ ਕਰ ਦਾਂਗੇ, ਬਟ ਕਿਤੇ ਨਾ ਕਿਤੇ ਉਹਨਾਂ ਏਜੰਸੀਆਂ ਨੂੰ ਉਹਨਾਂ ਸੰਗਠਨਾਂ ਨੂੰ ਮੈਂ ਇਹ ਕਹੂੰਗਾ ਕਿ ਤੁਸੀਂ ਗੁਰਦੁਆਰੇ ਟੇਕ ਕਰਨ ਦੇ ਵਿੱਚ ਜ਼ਿਆਦਾ ਧਿਆਨ ਦਿਓ ਬਜਾਏ ਕਿ ਲੋਕਾਂ ਨੂੰ ਖੁਦ ਮੁਖਤਿਆਰ ਸਜ਼ਾ ਦਿਓ। ਪਰਮਜੀਤ ਜੀ, ਜਿਸ ਤਰੀਕੇ ਦਾ ਬਿਆਨ ਸਾਹਮਣੇ ਆਇਆ, ਮੈਂ ਧਾਰਮਿਕ ਭਾਵਨਾਵਾਂ ਜਿਹੜੀਆਂ ਹਰਟ ਹੋਈਆਂ ਮੰਨ ਸਕਦੇ ਹਾਂ ਕਿ ਉਸ ਵੇਲੇ ਜਿਹੜਾ ਹੈ ਭਾਵਨਾਵਾਂ ਇਸ ਤਰੀਕੇ ਦੀਆਂ ਹੋਣ, ਪਰ ਉਹਨਾਂ ਨੇ 2 ਕਤਲਾਂ ਦਾ ਵੀ ਉਹਦੇ 'ਚ ਜ਼ਿਕਰ ਕੀਤਾ ਔਰ ਜਿਸ ਤਰੀਕੇ ਦਾ ਉਹਨਾਂ ਨੇ ਸੁਨੇਹਾ ਦੇਣ ਦੀ ਕੋਸ਼ਿਸ਼ ਕੀਤੀ ਆ, ਕੀ ਲੱਗਦਾ ਤੁਹਾਨੂੰ ਪਰਮਜੀਤ ਜੀ ਕਿ ਹਾਲਾਤ ਕਿੱਧਰ ਨੂੰ ਜਾਂਦੇ ਨੇ? ਪਰਮਜੀਤ ਜੀ, ਸ਼ਬਦੀਪ ਜੀ ਮੇਰਾ ਖਿਆਲ ਤੁਸੀਂ ਸਾਡੇ ਨਾਲ ਦੁਬਾਰਾ ਜੁੜ ਗਏ, ਆਪਣੀ ਗੱਲ ਕੰਪਲੀਟ ਕਰ ਲਓ ਜੀ। ਵੀਰ ਜੀ, ਗੱਲ ਇਹ ਹੈ ਕਿ ਜਦੋਂ ਤੁਹਾਡੀ ਭਾਸ਼ਾ ਦੇ ਵਿੱਚ ਵੀ ਹਿੰਸਾ ਆ ਜਾਂਦੀ ਹੈ ਤਾਂ ਤੁਸੀਂ ਇਹ ਕਲਪਨਾ ਨਹੀਂ ਕਰ ਸਕਦੇ ਕਿ ਤੁਸੀਂ ਆਪਣੇ ਧਰਮ ਦੀ ਰਾਖੀ ਕਰ ਸਕੋਗੇ ਜਾਂ ਦੂਸਰੇ ਦੀ ਆਸਥਾ ਦੀ ਜਿਹੜੀ ਹੈਗੀ ਸਤਿਕਾਰ ਕਰ ਸਕੋਗੇ, ਕਿਉਂਕਿ ਆਸਥਾ ਦਾ ਸਤਿਕਾਰ ਸਿਰਫ ਤੇ ਸਿਰਫ ਸੰਵੇਦਨਸ਼ੀਲਤਾ ਦੇ ਨਾਲ ਕੀਤਾ ਜਾ ਸਕਦਾ ਜਿਨ੍ਹਾਂ ਲੋਕਾਂ ਦੀ ਭਾਸ਼ਾ ਵੀ ਹਿੰਸਕ ਹੋ ਚੁੱਕੀ ਹੈ। ਮੇਰੇ ਮੁਤਾਬਕ ਉਹ ਇੱਕ ਤਰ੍ਹਾਂ ਦੇ ਫਾਸਿਜ਼ਮ ਨੂੰ ਤਾਂ ਅੰਜਾਮ ਦੇ ਸਕਦੇ ਨੇ, ਉਹ ਧਰਮ ਦੀ ਰਾਖੀ ਬਿਲਕੁਲ ਨਹੀਂ ਕਰ ਸਕਦੇ, ਕਿਉਂਕਿ ਧਰਮ ਦੀ ਰਾਖੀ ਕਰਨ ਦਾ ਜੋ ਤਰੀਕਾ ਹੈ ਉਹ ਬਿਲਕੁਲ ਇਹੀ ਹੈ ਕਿ ਜਿਹੜੇ ਲੋਕ ਧਰਮ ਦੀ ਤੋਹੀਨ ਕਰਦੇ ਨੇ ਤੁਸੀਂ ਉਹਨਾਂ ਲੋਕਾਂ ਨੂੰ ਵੀ ਅਹਿਸਾਸ ਕਰਾਉਣਾ ਕਿ ਤੁਸੀਂ ਕਿਵੇਂ ਗਲਤ ਹੋ। ਜਦੋਂ ਈਸਾ ਮਸੀਹ ਨੂੰ ਕਿਹਾ ਜਾਂਦਾ ਕਿ ਸੂਲੀ ਤੇ ਚੜਾਉਣ ਲੱਗੇ ਤਾਂ ਉਹਨਾਂ ਨੇ ਇਹੀ ਕਿਹਾ ਸੀ ਕਿ ਪ੍ਰਮਾਤਮਾ ਇਹਨਾਂ ਨੂੰ ਮਾਫ ਕਰੀ ਕਿਉਂਕਿ ਇਹਨਾਂ ਨੂੰ ਨਹੀਂ ਪਤਾ ਕਿ ਕੀ ਕਰਨ ਜਾ ਰਹੇ ਨੇ। ਗੁਰੂ ਤੇਗ ਬਹਾਦਰ ਜਦੋਂ ਦਿੱਲੀ ਦੇ ਵਿੱਚ ਜਾ ਕੇ ਸੀਸ ਦੇ ਰਹੇ ਸਨ, ਇਸ ਗੱਲ ਦੇ ਬਾਵਜੂਦ ਸੀਸ ਦੇ ਰਹੇ ਸਨ ਕਿ ਪਹਿਲੇ ਗੁਰੂ ਨਾਨਕ ਦੇਵ ਨੇ ਜਨੇਊ ਦੀ ਪਾਏ ਜਾਣ ਨੂੰ ਰੱਦ ਕੀਤਾ ਸੀ ਔਰ ਬਿਲਕੁਲ ਇਹਨੂੰ ਇੱਕ ਸੂਤ ਦੇ ਧਾਗੇ ਦੀ ਨਿਆਈ ਕਬੂਲ ਕੀਤਾ ਸੀ। ਇਹਦੇ ਬਾਵਜੂਦ ਲੋਕਾਂ ਦੀ ਜਿਹੜੀ ਧਾਰਮਿਕ ਆਸਥਾ ਸੀ ਬੁੱਧੀ ਰੱਖਣ ਦੀ ਜਾਂ ਜਨੇਊ ਪਾਉਣ ਦੀ, ਗੁਰੂ ਤੇਗ ਬਹਾਦਰ ਸਾਹਿਬ ਨੇ ਉਹਦੇ ਲਈ ਜਦੋਂ ਸ਼ਹਾਦਤ ਦਿੱਤੀ ਤਾਂ ਅੱਜ ਦੇ ਇਤਿਹਾਸ ਦੇ ਵਿੱਚ ਵੀ ਅਸੀਂ ਉਹਨਾਂ ਚੀਜ਼ਾਂ ਨੂੰ ਮਾਣ ਦੇ ਨਾਲ ਯਾਦ ਕਰਦੇ। ਪਰ ਸਵਾਲ ਸਾਡੇ ਸਾਹਮਣੇ ਇਹ ਹੈ ਕਿ ਯਾਦ ਤਾਂ ਅਸੀਂ ਗੁਰੂ ਤੇਗ ਬਹਾਦਰ ਸਾਹਿਬ ਨੂੰ ਕਰਦੇ ਹਾਂ, ਪਰ ਸਾਡਾ ਜਿਹੜਾ ਸਟਾਈਲ ਹੈ ਮੈਨੂੰ ਨਹੀਂ ਪਤਾ ਅਸੀਂ ਉਹਨੂੰ ਕਿਹੜੇ ਤਰੀਕੇ ਦੇ ਨਾਲ ਔਰੰਗਜ਼ੇਬ ਦੀ ਤਰਜ਼ ਦੇ ਉੱਤੇ ਉਭਾਰਨ ਦੀ ਕੋਸ਼ਿਸ਼ ਕਰਦੇ ਹਾਂ। ਜੇ ਇਸ ਤਰੀਕੇ ਦੇ ਨਾਲ ਹੀ ਕੰਮ ਕਰਾਂਗੇ ਤਾਂ ਲਾਜ਼ਮੀ ਤੌਰ ਦੇ ਉੱਤੇ ਪੰਜਾਬ ਦੇ ਹਾਲਾਤ ਹੋਰ ਖਰਾਬ ਕਰਨ ਦੇ ਵਿੱਚ ਸਹਾਈ ਹੋਵਾਂਗੇ ਔਰ ਜੇ ਹਾਲਾਤ ਖਰਾਬ ਹੋਣਗੇ ਤਾਂ ਘਟਨਾਵਾਂ ਬੇਸ਼ੱਕ ਰੁਕ ਜਾਣ ਪਰ ਧਰਮ ਦਾ ਜਿਹੜਾ ਮਾਣ ਸਤਿਕਾਰ ਆ ਉਹ ਬਿਲਕੁਲ ਨਹੀਂ ਰਹਿ ਸਕੇਗਾ। ਦੂਸਰੀ ਗੱਲ ਮੈਂ ਇਹ ਕਹਿਣੀ ਚਾਹੁੰਦਾ ਕਿ ਕੋਈ ਘਟਨਾ ਵਾਪਰ ਗਈ,
ਅਸੀਂ ਕਿਸੇ ਇਹੋ ਜਿਹੇ ਜਥੇ ਨੂੰ ਜਿਹੜਾ ਜਥਾ ਆਪਣੇ ਆਪ ਬਦਲਾ ਲੈਣਾ ਚਾਹੁੰਦਾ ਕੋਈ ਸੂਚਨਾ ਦੇ ਦਿੰਦੇ ਆ। ਇਸ ਗੱਲ ਦੀ ਕੀ ਗਰੰਟੀ ਹੈ ਕਿ ਮੇਰੀ ਦਿੱਤੀ ਸੂਚਨਾ ਜੋ ਮੈਂ ਜਥੇਦਾਰ ਨੂੰ ਦੱਸੀ ਹੈ ਜਾਂ ਉਸ ਜਥੇ ਨੂੰ ਦਿੱਤੀ ਹੈ ਜਿਹੜਾ ਇਹ ਸਜ਼ਾ ਦੇ ਸਕਦਾ, ਮੇਰੀ ਦੱਸੀ ਗੱਲ ਸੱਚ ਵੀ ਹੈ ਕਿ ਨਹੀਂ। ਮੈਂ ਵੀ ਤਾਂ ਕਿਸੇ ਆਪਣੇ ਦੁਸ਼ਮਣ ਨੂੰ ਲਾਂਭੇ ਕਰਾਉਣ ਲਈ ਉਹਦੇ ਉੱਤੇ ਝੂਠਾ ਇਲਜ਼ਾਮ ਲਾ ਸਕਦਾ। ਮਤਲਬ ਬਿਨਾਂ ਸੋਚੇ ਸਮਝੇ ਜਨਤਾ ਦੇ ਵਿੱਚੋਂ ਇੱਕ ਬੰਦਾ ਉੱਠ ਕੇ ਜੇ ਪੁਲਿਸ ਨੂੰ ਕਹਿ ਦੇਵੇ ਕਿ ਦੋਸ਼ੀ ਇਹ ਆ ਤਾਂ ਫਿਰ ਤਾਂ ਕਾਰਵਾਈ ਨਹੀਂ ਹੋ ਸਕਦੀ, ਪਰ ਜੇ ਉਹੀ ਬੰਦਾ ਉੱਠ ਕੇ ਕਿਸੇ ਇਹੋ ਜਿਹੇ ਜਥੇ ਨੂੰ ਕਹਿ ਦੇਵੇ ਤਾਂ ਇਹ ਕਾਰਵਾਈ ਹੋ ਸਕਦੀ ਹੈ। ਕਿ ਜਥੇ ਨੂੰ ਕਾਰਵਾਈ ਕਰਵਾਉਣ ਵਾਲੇ ਸੱਚਮੁੱਚ ਸੱਚ ਹੀ ਦੱਸਣਗੇ? ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡਾ ਸਵਾਲ ਹੈ। ਜੀ ਪ੍ਰਮੀਤ ਜੀ, ਪ੍ਰਮੀਤ ਜੀ ਮੇਰੀ ਲਾਈਨ ਵਿੱਚੋਂ ਕੱਟ ਗਈ ਸੀ, ਤੁਸੀਂ ਕੁਐਸਚਨ ਰਿਪੀਟ ਕਰ ਦਿਓਗੇ ਪਲੀਜ਼? ਜੀ ਜੀ ਪ੍ਰਮੀਤ ਜੀ, ਸਾਡੀ ਗੱਲ ਚੱਲ ਰਹੀ ਸੀਗੀ ਕਿ ਦਮਦਮੀ ਟਕਸਾਲ ਵੱਲੋਂ ਉੱਥੇ ਇਹ ਐਲਾਨ ਕੀਤਾ ਗਿਆ ਕਿ ਜਿਸ ਤਰੀਕੇ ਨਾਲ ਲੁਧਿਆਣੇ ਤੇ ਅੰਮ੍ਰਿਤਸਰ ਬੇਅਦਬੀ ਕਰਨ ਵਾਲੇ 2 ਲੋਕਾਂ ਨੂੰ ਗੱਡੀ ਚਾੜਿਆ ਗਿਆ ਸੀ, ਅਗਰ ਲੋਕ ਸਾਨੂੰ ਸਿੱਧੀ ਖਬਰ ਦੇਣ, ਚਾਹੇ ਜਿਹੜਾ ਹੈ ਉਹ ਜਗ ਜ਼ਾਹਰ ਨਾ ਕਰਨ, ਸਾਨੂੰ ਸਿਰਫ ਆਈਡੀਆ ਦੇ ਦੇਣ, ਤੇ ਅਸੀਂ ਉਸੇ ਤਰੀਕੇ ਦਾ ਜਿਹੜਾ ਫੈਸਲਾ ਆ ਜਾਂ ਜਿਹੜਾ ਆਪਾਂ ਕਹਿ ਸਕਦੇ ਹਾਂ ਇਨਸਾਫ ਹੈ ਉਹ ਕਰਾਂਗੇ, ਤੇ ਉਸੇ ਤਰੀਕੇ ਦੇ ਨਾਲ ਜਿਹੜਾ ਬੇਅਦਬੀ ਕਰਨ ਵਾਲਾ ਉਹਨੂੰ ਗੱਡੀ ਚੜਾਵਾਂਗੇ। ਮੇਰਾ ਸਵਾਲ ਇਹ ਸੀਗਾ ਕਿ ਇਸ ਤਰੀਕੇ ਦੇ ਜਦੋਂ ਬਿਆਨ ਆਉਣ ਲੱਗ ਪੈਂਦੇ ਨੇ, ਅਸੀਂ ਭਾਵਨਾਵਾਂ ਦੀ ਕਦਰ ਕਰਦੇ ਹਾਂ, ਜਿਹੜਾ ਹਿਰਦਾ ਵਲੂੰਦਰਿਆ ਜਾਂਦਾ ਜਦੋਂ ਅਸੀਂ ਬਾਰ-ਬਾਰ ਘਟਨਾਵਾਂ ਦੇਖਦੇ ਹਾਂ। ਪਹਿਲੇ ਦਿਨ ਤੋਂ ਜਿਹੜੇ ਹਨ ਇਸ ਗੱਲ ਤੋਂ ਪਰੇਸ਼ਾਨ ਵੀ ਹਾਂ, ਦੁਖੀ ਵੀ ਹਾਂ ਕਿ ਕਿਉਂ ਹੋ ਰਿਹਾ ਪੰਜਾਬ ਦੇ ਵਿੱਚ, ਪਰ ਇਸ ਤਰੀਕੇ ਦਾ ਜਦੋਂ ਖੁੱਲ੍ਹੇਆਮ ਐਲਾਨ ਕੀਤਾ ਜਾਂਦਾ ਹੈ, ਕੀ ਸੋਚਦੇ ਹੋ ਤੁਸੀਂ ਇਹਦੇ ਬਾਰੇ? ਕੀ ਇਸ ਤਰੀਕੇ ਨਾਲ ਹੋਣਾ ਚਾਹੀਦਾ, ਜਾਂ ਸਾਨੂੰ ਜਿਸ ਤਰੀਕੇ ਨਾਲ ਅਸੀਂ ਸ਼ੁਰੂ ਤੋਂ ਡਿਸਕਸ ਕਰਦੇ ਆ ਰਹੇ ਹਾਂ ਕਿ ਸਾਨੂੰ ਗਰਾਊਂਡ ਲੈਵਲ ਦੇ ਉੱਪਰ ਸਾਨੂੰ ਆਪਣੇ ਸਿਸਟਮ ਦੇ ਵਿੱਚ ਸੁਧਾਰ ਕਰਨ ਦੀ ਲੋੜ ਆ, ਸਾਨੂੰ ਕਤਲ ਕਰਨ ਦੀ ਲੋੜ ਨਹੀਂ ਹੈਗੀ? ਬਿਲਕੁਲ ਕੁਲਵੀਰ ਜੀ, ਇਹ ਜਿਹੜੀ ਤੁਸੀਂ ਸਵਾਲ ਜਿਹੜਾ ਕੀਤਾ ਬਹੁਤ ਵਧੀਆ ਸਵਾਲ ਹੈ। ਇਸ ਤਰ੍ਹਾਂ ਦਾ ਵਰਤਾਰਾ ਨਹੀਂ ਹੋਣਾ ਚਾਹੀਦਾ, ਬਿਲਕੁਲ ਨਹੀਂ ਹੋਣਾ ਚਾਹੀਦਾ, ਕਿਉਂਕਿ ਅੱਜ ਇੱਕ ਦਮਦਮੀ ਟਕਸਾਲ ਉੱਠੀ ਹੈ, ਕੱਲ ਨੂੰ ਇਹੋ ਜਿਹੀਆਂ 4 ਟਕਸਾਲਾਂ ਜਿਹੜੀਆਂ ਹੋਰ ਉੱਠ ਖੜਨਗੀਆਂ। ਔਰ ਇਹਦੇ ਵਿੱਚ ਇੱਕ ਚੀਜ਼ ਇਹ ਵੀ ਹੈ ਕਿ ਉਹਨਾਂ ਦਾ ਇਹ ਕਹਿਣਾ ਕਿ ਜਿਵੇਂ ਅਸੀਂ ਪਹਿਲਾਂ ਬੰਦੇ ਗੱਡੀ ਚਾੜੇ, ਇਟ ਮੀਨਸ ਕਿ ਉਹ ਕਿਤੇ ਨਾ ਕਿਤੇ ਆਪਣਾ ਜਿਹੜਾ ਜੁਰਮ ਹੈ ਉਹਨੂੰ ਕਬੂਲ ਕਰ ਰਹੇ ਆ। ਉਸ ਤੋਂ ਅਗਲੀ ਜਿਹੜੀ ਇੱਕ ਪੁਆਇੰਟ ਜਿਹੜਾ ਹੈਗਾ ਉਹ ਇਹ ਹੈ ਕਿ ਉਹ ਇਹ ਕਹਿਣਾ ਚਾਹੁੰਦੇ ਨੇ ਕਿ ਤੁਸੀਂ ਸਿਰਫ ਸਾਡੇ ਕੰਨ ਦੇ ਵਿੱਚ ਇੱਕ ਵਿਸਲ ਬਲੋਅਰ ਦਾ ਕੰਮ ਕਰਨਾ ਕਿ ਫਲਾਣੇ ਬੰਦੇ ਨੇ ਕੰਮ ਕੀਤਾ, ਅਸੀਂ ਆਪੇ ਉਹਨੂੰ ਗੱਡੀ ਚਾੜ ਦਾਂਗੇ। ਤਾਂ ਉਸ ਸਾਰੇ ਕੁਝ ਦੇ ਵਿੱਚ ਇਨਵੈਸਟੀਗੇਸ਼ਨ ਦਾ ਪਾਰਟ ਜਿਹੜਾ ਉਹ ਕਿੱਥੇ ਗਿਆ? ਤਫਤੀਸ਼ ਕੌਣ ਕਰੇਗਾ ਕਿ ਉਹ ਬੰਦਾ ਵਾਕਈ ਜਿਹੜਾ ਗਿਲਟੀ ਹੈਗਾ ਜਾਂ ਨਹੀਂ ਗਿਲਟੀ ਹੈਗਾ, ਜਾਂ ਉਹਨੂੰ ਕਿਸੇ ਤਰੀਕੇ ਨਾਲ ਕਿਸੇ ਹੋਰ ਬੰਦੇ ਵੱਲੋਂ ਫਸਾਇਆ ਜਾ ਰਿਹਾ, ਕਿਸੇ ਹੋਰ ਆਰਗੇਨਾਈਜੇਸ਼ਨ ਵੱਲੋਂ ਫਸਾਇਆ ਜਾ ਰਿਹਾ। ਉਸ ਤੋਂ ਬਾਅਦ ਤੁਸੀਂ ਜਿਹੜੀ ਗੱਲ ਕੀਤੀ ਸੀ ਭਾਵਨਾਵਾਂ ਦੀ, ਕਿ ਲੋਕਾਂ ਦੀ ਭਾਵਨਾਵਾਂ ਨੂੰ ਠੇਸ ਪਹੁੰਚਦੀ ਹੈ, ਜਿੱਥੋਂ ਤੱਕ ਮੈਂ ਸਮਝਦਾ ਕਿ ਦਮਦਮੀ ਟਕਸਾਲ ਦਾ ਇਸ ਤਰ੍ਹਾਂ ਦਾ ਬਿਆਨ ਕਿਤੇ ਨਾ ਕਿਤੇ ਇੱਕ ਰਿਫਲੈਕਸ਼ਨ ਇਹ ਪਾਉਂਦਾ ਕਿ ਇਹ ਲੋਕਾਂ ਦੀਆਂ ਭਾਵਨਾਵਾਂ ਦੇ ਨਾਲ ਖੇਡ ਕੇ ਉਸ ਨੂੰ ਆਪਣੇ ਆਪ ਨੂੰ ਚਮਕਾਉਣ ਲਈ ਵਰਤ ਰਹੇ ਕਿ ਦੇਖੋ ਜੀ ਸਾਡੀਆਂ ਭਾਵਨਾਵਾਂ ਜਿਹੜੀਆਂ ਉਹ ਹਰਟ ਹੋਈਆਂ ਨੇ, ਤੇ ਇਸ ਕਰਕੇ ਹੁਣ ਅਸੀਂ ਇਹਦਾ ਫੈਸਲਾ ਅਸੀਂ ਆਪ ਕਰਾਂਗੇ। ਤੇ ਫਿਰ ਜੇ ਹਰ ਚੀਜ਼ ਦਾ ਫੈਸਲਾ ਇਸ ਤਰ੍ਹਾਂ ਦੀ ਜਥੇਬੰਦੀਆਂ ਨਹੀਂ ਕਰਨਾ, ਤਾਂ ਫਿਰ ਪੁਲਿਸ ਦਾ ਕੰਮ ਕਿੱਥੇ ਗਿਆ? ਪ੍ਰਸ਼ਾਸਨ ਦਾ ਕੰਮ ਕਿੱਥੇ ਗਿਆ? ਮੈਂ ਸਿਆਸਤਦਾਨਾਂ ਦੀ ਗੱਲ ਨਹੀਂ ਕਰਦਾ, ਪਰ ਪੁਲਿਸ ਔਰ ਐਡਮਿਨਿਸਟ੍ਰੇਸ਼ਨ ਦਾ ਕੰਮ ਜਿਹੜਾ ਉਹ ਪੰਜਾਬ ਦੇ ਵਿੱਚੋਂ ਕਿੱਥੇ ਚਲਾ ਗਿਆ? ਜੇ ਅੱਜ ਇੱਕ ਜਥੇਬੰਦੀ ਉੱਠ ਕੇ ਕਿਸੇ ਨੂੰ ਇਸ ਤਰ੍ਹਾਂ ਸਜ਼ਾ ਦੇਣੀ ਸ਼ੁਰੂ ਕਰ ਦੇਗੀ ਬਿਨਾਂ ਕਿਸੇ ਇਨਵੈਸਟੀਗੇਸ਼ਨ ਦੇ, ਕੱਲ ਨੂੰ ਹਰ ਤਰ੍ਹਾਂ ਦੀਆਂ ਜਥੇਬੰਦੀਆਂ ਪੰਜਾਬ ਦੇ ਵਿੱਚ ਉੱਠ ਜਾਣਗੀਆਂ ਔਰ ਮਾਹੌਲ ਜਿਹੜਾ ਉਹ ਬਹੁਤ ਤੇਜ਼ੀ ਨਾਲ ਜਿਹੜਾ ਪੰਜਾਬ ਦੇ ਵਿੱਚੋਂ ਖਰਾਬ ਹੋ ਜਾਏਗਾ। ਜੀ ਆਪਾਂ ਜੇ ਗੱਲ ਕਰੀਏ, ਜਦੋਂ ਬਰਗਾੜੀ ਦੇ ਵਿੱਚ ਘਟਨਾ ਵਾਪਰੀ ਸੀਗੀ, ਬਾਈਬਲ ਕਲਾਂ ਦੇ ਵਿੱਚ ਸਿੰਘਾਂ ਦੀ ਸ਼ਹੀਦੀ ਹੋਈ ਸੀ, ਉੱਥੇ ਗੋਲੀ ਕਾਂਡ ਕੀਤਾ ਸੀ ਪੁਲਿਸ ਨੇ, ਉਸ ਤੋਂ ਬਾਅਦ 2017 ਦੀਆਂ ਇਲੈਕਸ਼ਨ ਹੋ ਗਈਆਂ 4 ਫਰਵਰੀ ਨੂੰ। ਜੇ ਆਪਾਂ ਦੇਖੀਏ ਤਾਂ ਜਦੋਂ ਇਲੈਕਸ਼ਨ ਦੇ ਕੈਂਪੇਨ ਸ਼ੁਰੂ ਹੋਏ ਤਾਂ ਸਭ ਤੋਂ ਵੱਡਾ ਮੁੱਦਾ ਜਿਹੜਾ ਕਾਂਗਰਸ ਤੇ ਆਮ ਆਦਮੀ ਪਾਰਟੀ ਵੱਲੋਂ ਸੀ ਉਹ ਬੇਅਦਬੀ ਦਾ ਸੀ, ਜਿਹੜਾ ਆਪਾਂ ਇਹ ਕਹਿ ਸਕਦੇ ਕਿ ਉੱਤੇ ਚੱਕ ਕੇ ਰੱਖਿਆ ਗਿਆ। ਔਰ ਪੰਜਾਬ ਦੇ ਵਿੱਚ ਅਸੀਂ ਬਹੁਤ ਸਾਰੇ ਸਰਵੇ ਕੀਤੇ, ਲੋਕਾਂ ਨਾਲ ਗੱਲ ਕੀਤੀ ਚੱਕਦੇ ਟੀਵੀ ਵੱਲੋਂ, ਔਰ ਜਦੋਂ ਵੀ ਲੋਕ ਗੱਲ ਕਰਦੇ ਸੀ ਉਹਦੇ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀ ਘਟਨਾ ਨੂੰ ਲੈ ਕੇ ਅਕਾਲੀ ਦਲ ਦੇ ਨਾਲ ਸਖਤ ਨਾਰਾਜ਼ ਲੋਕ ਨਜ਼ਰ ਆਉਂਦੇ ਸੀ। ਅਕਾਲੀ ਦਲ ਦੇ ਨਾਲ ਲੋਕਾਂ ਦੀ ਜਿਹੜੀ ਸਾਂਝ ਸੀ ਉਹ ਬਿਲਕੁਲ ਜਿਹੜੀ ਆ ਉਹ ਖਤਮ ਹੋ ਗਈ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਘਟਨਾਵਾਂ ਤੋਂ ਬਾਅਦ। ਹੁਣ ਇਲੈਕਸ਼ਨ ਵੀ ਹੋ ਚੁੱਕੀ ਆ, ਪਰ ਘਟਨਾਵਾਂ ਜਿਹੜੀਆਂ ਹੈਗੀਆਂ ਉਹ ਬੰਦ ਨਹੀਂ ਹੋ ਰਹੀਆਂ। ਸਿਆਸੀ ਤੌਰ ਤੇ ਇਹਦਾ ਪੂਰਾ ਲਾਹਾ ਜਿਹੜਾ ਹੈ ਉਹ ਅਕਾਲੀ ਦਲ ਦੀਆਂ ਦੋਨੋਂ ਵਿਰੋਧੀ ਪਾਰਟੀਆਂ ਕਾਂਗਰਸ ਤੇ ਆਮ ਆਦਮੀ ਪਾਰਟੀ ਨੇ ਵੀ ਲਿਆ। ਜੇ ਆਪਾਂ ਕੱਲ੍ਹ ਦੀ ਗੱਲ ਵੀ ਕਰੀਏ ਤਾਂ ਉੱਥੇ ਵੀ ਦੋਨੋਂ ਪਾਰਟੀਆਂ ਦੇ ਜਿਹੜੇ ਨੁਮਾਇੰਦੇ ਪਹੁੰਚੇ ਆ, ਪਰ ਅਜੇ ਤੱਕ ਜਿਹੜੀ ਕਿਸੇ ਵੀ ਜਿਹੜੀ ਵੱਡੀ ਘਟਨਾ ਹੋਈ ਆ ਉਹਦਾ ਕੋਈ ਸੁਰਾਗ ਨਹੀਂ ਆ। ਇੱਕਾ ਦੁੱਕਾ
ਜਿਹੜੇ ਜਿੱਥੇ ਜਿੱਥੇ CCTV ਕੈਮਰੇ ਸੀ ਉਹ ਫੜੇ, ਉਹ ਲੋਕਾਂ ਨੂੰ ਫੜਿਆ ਗਿਆ। ਇਹਦਾ ਦੋਸ਼ੀ ਬਾਦਲ ਨੂੰ ਆਮ ਆਦਮੀ ਪਾਰਟੀ ਤੇ ਕਾਂਗਰਸ ਵੱਲੋਂ ਬਣਾਇਆ ਜਾਂਦਾ। ਇਹ ਵੀ ਦੋਸ਼ ਲਗਾਏ ਜਾਂਦੇ ਕਿ ਇਹਨਾਂ ਨੇ ਜਾਣ ਬੁੱਝ ਕੇ ਇਹ ਘਟਨਾਵਾਂ ਜਿਹੜੀਆਂ ਹੈਗੀਆਂ ਸ਼ੁਰੂ ਕਰਾਈਆਂ ਸੀ ਪੰਜਾਬ ਦੇ ਵਿੱਚ, ਪੰਜਾਬ ਦੇ ਲੋਕਾਂ ਨੂੰ ਡਰਾਉਣ ਵਾਸਤੇ ਜਾਂ ਵੋਟ ਪੋਲਰਾਈਜੇਸ਼ਨ ਵਾਸਤੇ। ਪਰ ਆਪਾਂ ਦੇਖੀਏ ਤਾਂ ਸਭ ਤੋਂ ਜ਼ਿਆਦਾ ਨੁਕਸਾਨ ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਹੀ ਹੋਇਆ ਇਹਨਾਂ ਘਟਨਾਵਾਂ ਦਾ। ਤੇ ਕਈ ਵਾਰੀ ਅਗਰ ਅਸੀਂ ਓਪਰੇ ਤੌਰ ਤੇ ਸੋਚ ਕੇ ਦੇਖੀਏ ਤਾਂ ਸਾਨੂੰ ਇੱਦਾਂ ਲੱਗਦਾ ਕਿ ਬਾਦਲ ਇਹਨਾਂ ਘਟਨਾਵਾਂ ਦੇ ਪਿੱਛੇ ਨਹੀਂ ਹੋ ਸਕਦਾ, ਕਿਉਂਕਿ ਇਹਦਾ ਨੁਕਸਾਨ ਅਲਟੀਮੇਟਲੀ ਉਹਨੂੰ ਹੋਣਾ ਸੀ ਪਹਿਲੇ ਦਿਨ ਤੋਂ, ਔਰ ਉਹਨੂੰ ਹੀ ਹੋਇਆ ਹੈ। ਕੀ ਇਹ ਘਟਨਾਵਾਂ ਸਿਰਫ ਸਿਆਸੀ ਤੌਰ ਤੇ ਉਭਾਰੀਆਂ ਜਾ ਰਹੀਆਂ, ਜਾਂ ਜਿਸ ਤਰੀਕੇ ਨਾਲ ਪੰਜਾਬ ਦੇ ਵਿੱਚ ਅਸੀਂ ਹੁਣ ਇਹ ਸੁਣਨ ਲੱਗ ਪਏ ਹਾਂ ਕਿ ਪੰਜਾਬ ਦੇ ਵਿੱਚ ਟੈਰਰਿਜ਼ਮ ਵਾਪਸ ਆ ਸਕਦਾ, ਪੰਜਾਬ ਦੇ ਵਿੱਚ ਜਿਹੜੀ ਮੂਵਮੈਂਟ ਵਾਪਸ ਆ ਸਕਦੀ ਆ, ਉਸ ਤਰੀਕੇ ਦੇ ਹਾਲਾਤ ਬਣਾਉਣ ਲਈ, ਉਸ ਤਰੀਕੇ ਦਾ ਇੱਕ ਪਲੇਟਫਾਰਮ ਇੱਕ ਜਿਹੜਾ ਹੈਗਾ ਬਣਾਉਣ ਵਾਸਤੇ ਕੀ ਕੋਈ ਏਜੰਸੀ ਜਿਹੜੀ ਹੈਗੀ ਆ ਪੰਜਾਬ ਦੇ ਵਿੱਚ ਇਹਨਾਂ ਘਟਨਾਵਾਂ ਨੂੰ ਉਹਦੇ ਪਿੱਛੇ ਕੰਮ ਕਰਦੀ ਆ? ਕਿਉਂਕਿ ਕੁਝ ਘਟਨਾਵਾਂ ਹੋਣ ਤੋਂ ਬਾਅਦ ਜਿਹੜਾ ਅਸੀਂ ਦੇਖਿਆ ਕਿ ਇਹ ਘਟਨਾਵਾਂ ਆਮ ਹੋ ਗਈਆਂ। ਹੋ ਸਕਦਾ ਕੁਝ ਲੋਕ ਜਿਹੜੀ ਵਕਤੀ ਜਿਹੜੀ ਇਹ ਘਟਨਾਵਾਂ ਦੀ ਇੱਕ ਸੀਰੀਜ਼ ਸੀ ਉਹਦੇ ਵਿੱਚ ਆਪਣੀ ਨਿੱਜੀ ਸਵਾਰਥਾਂ ਕਰਕੇ ਜਾਂ ਆਪਣੀ ਨਿੱਜੀ ਕਿਸੇ ਕਾਰਨਾਂ ਕਰਕੇ ਬੇਅਦਬੀ ਕਰਦੇ ਹੋਣ। ਪਰ ਕੀ ਅਸੀਂ ਇਹਦੇ ਵਿੱਚ ਕਿਸੇ ਏਜੰਸੀ ਦਾ ਪੰਜਾਬ ਦੇ ਮਾਹੌਲ ਨੂੰ ਖਰਾਬ ਕਰਨ ਵਾਸਤੇ ਹੋਣਾ ਮੰਨ ਸਕਦੇ ਹਾਂ? ਸ਼ਬਦੀਪ ਜੀ। ਬਿਲਕੁਲ ਕੁਲਵੀਰ ਜੀ, ਮੈਂ ਪਹਿਲਾਂ ਵੀ ਤੁਹਾਨੂੰ ਕਹਿ ਚੁੱਕਾ ਕਿ ਬਿਲਕੁਲ ਮੇਰੀ ਸਮਝ ਤੋਂ ਇਹ ਬਾਹਰ ਹੈ ਕਿ ਪੰਜਾਬ ਦੇ DNA ਦੇ ਵਿੱਚ ਇਹ ਚੀਜ਼ ਕਿਵੇਂ ਆ ਗਈ। ਕਿਉਂਕਿ ਇੱਕ ਗੱਲ ਤਾਂ ਸਾਨੂੰ ਮੰਨਣੀ ਪਏਗੀ ਕਿ ਕੋਈ ਨਾ ਕੋਈ ਸਾਜ਼ਿਸ਼ ਤਾਂ ਜ਼ਰੂਰ ਹੈ। ਉਸ ਸਾਜ਼ਿਸ਼ ਦੇ ਪਿੱਛੇ ਕੀ ਵਜ੍ਹਾ ਹੋ ਸਕਦੀ ਹੈ, ਔਰ ਉਹ ਸਾਜ਼ਿਸ਼ ਪਿਛਲੇ ਕੁਝ ਸਮੇਂ ਤੋਂ ਇੰਨੀ ਤੇਜ਼ੀ ਨਾਲ ਲਗਾਤਾਰ ਅੰਜਾਮ ਕਿਉਂ ਦਿੱਤੀ ਜਾ ਰਹੀ ਹੈ। ਔਰ ਦੂਸਰੀ ਗੱਲ ਇਹ ਕਿ ਜੇ ਸਾਜ਼ਿਸ਼ ਕੰਟੀਨਿਊ ਹੈ ਤਾਂ ਪੁਲਿਸ ਪ੍ਰਸ਼ਾਸਨ ਸਰਕਾਰ ਇਹ ਕੀ ਕਰ ਰਹੇ ਨੇ? ਕੀ ਜਦੋਂ ਅਸੀਂ ਘਟਨਾਵਾਂ ਦੇ ਸਿਲਸਿਲੇ ਦੀ ਗੱਲ ਕਰਦੇ ਹਾਂ, ਅਸੀਂ ਮਤਲਬ ਇਹ ਤਾਂ ਕਹਿ ਸਕਦੇ ਹਾਂ ਕਿ ਸਰਹੱਦ ਪਾਰ ਅੱਤਵਾਦੀ ਫਲਾਂ ਥਾਂ ਦੇ ਉੱਤੇ ਟ੍ਰੇਨਿੰਗ ਲੈ ਰਹੇ ਨੇ, ਅਸੀਂ ਉਹਨਾਂ ਦੇ ਖਿਲਾਫ ਸਰਜੀਕਲ ਸਟ੍ਰਾਈਕ ਕਰਨ ਜਾ ਰਹੇ ਹਾਂ। ਪਰ ਜਦੋਂ ਸਾਡੇ ਆਪਣੇ ਰਾਜ ਦੇ ਵਿੱਚ, ਆਪਣੇ ਦੇਸ਼ ਦੇ ਅੰਦਰ ਘਟਨਾਵਾਂ ਵਾਪਰ ਰਹੀਆਂ ਨੇ, ਕੀ ਅਸੀਂ ਸੱਚਮੁੱਚ ਇੰਨੇ ਅਣਜਾਣ ਆ ਉਹਨਾਂ ਬਾਰੇ ਕਿ ਜਾਂ ਅਸੀਂ ਉਹਨਾਂ ਬਾਰੇ ਅਣਜਾਣਤਾ ਪੈਦਾ ਕਰਨੇ ਚਾਹੁੰਦੇ ਹਾਂ? ਇਹਦੇ ਪਿੱਛੇ ਕੁਝ ਨਾ ਕੁਝ ਵਜ੍ਹਾ ਤਾਂ ਜ਼ਰੂਰ ਹੈ। ਜਦੋਂ ਪਹਿਲੀ ਵਾਰ ਘਟਨਾਵਾਂ ਬੇਅਦਬੀ ਵਾਲੀਆਂ ਵਾਪਰੀਆਂ ਸਨ ਤਾਂ ਲੋਕਾਂ ਨੇ ਇਸ ਗੱਲ ਨਾਲ ਜੋੜ ਕੇ ਵੇਖਣ ਦੀ ਕੋਸ਼ਿਸ਼ ਕੀਤੀ ਸੀ ਕਿ ਪੰਜਾਬ ਦੇ ਵਿੱਚ ਕਿਸਾਨਾਂ ਦਾ ਅੰਦੋਲਨ ਬਹੁਤ ਵੱਡੀ ਪੱਧਰ ਦੇ ਉੱਤੇ ਵੱਧਦਾ ਜਾ ਰਿਹਾ, ਔਰ ਕਿਸਾਨਾਂ ਨੇ ਦੇਸ਼ ਦੇ ਵਿੱਚ ਪਹਿਲੀ ਵਾਰ ਰੇਲਵੇ ਸੇਵਾਵਾਂ ਨੂੰ ਲਗਾਤਾਰ ਪੰਜਾਬ ਦੇ ਵਿੱਚ ਠੱਪ ਕਰ ਦਿੱਤਾ, ਔਰ ਕਈ ਦਿਨ ਠੱਪ ਕਰ ਦਿੱਤਾ। ਔਰ ਉਹਨਾਂ ਕਿਸਾਨਾਂ ਦੇ ਅੰਦੋਲਨ ਨੂੰ ਬਿਲਕੁਲ ਉਦੋਂ ਢਾਹ ਲੱਗ ਗਈ ਜਦੋਂ ਇੱਕਦਮ ਬੇਅਦਬੀ ਦੀਆਂ ਘਟਨਾਵਾਂ ਵਾਪਰ ਗਈਆਂ, ਤੇ ਉਸ ਤੋਂ ਬਾਅਦ ਕਦੇ ਉਸ ਕਿਸਮ ਦਾ ਕਿਸਾਨ ਅੰਦੋਲਨ ਪੰਜਾਬ ਦੇ ਵਿੱਚ ਦੁਬਾਰਾ ਪੈਦਾ ਨਹੀਂ ਹੋ ਸਕਿਆ। ਉਹਨਾਂ ਲੋਕਾਂ ਦਾ ਅੰਦਾਜ਼ਾ ਇਹ ਹੈ ਕਿ ਉਹਨਾਂ ਸਾਡੇ ਅੰਦੋਲਨ ਨੂੰ ਫੇਲ ਕਰਨ ਦੇ ਲਈ ਜਾਂ ਕਿਸਾਨੀ ਜਿਹੜੀ ਜਾਗ ਰਹੀ ਸੀ ਉਹਨੂੰ ਜਿਹੜੀ ਆ ਧਰਮ ਦੀ ਜ਼ਹਿਰ ਪਿਆਉਣ ਦੇ ਲਈ ਜਾਂ ਧਰਮ ਦੇ ਨਾਂ ਤੇ ਉਹਨੂੰ ਪ੍ਰਭਾਵਿਤ ਕਰਨ ਦੇ ਲਈ ਇਸ ਕਿਸਮ ਦੀਆਂ ਘਟਨਾਵਾਂ ਨੂੰ ਅੰਜਾਮ ਦਿੱਤਾ ਗਿਆ। ਇਹਦੇ ਚ ਕਿੰਨੀ ਸੱਚਾਈ ਹੈ ਕਿੰਨੀ ਨਹੀਂ, ਇਹਦੀ ਵੀ ਕੋਈ ਪੜਤਾਲ ਹਾਲੇ ਤੱਕ ਨਹੀਂ ਹੋਈ, ਪਰ ਮੇਰੇ ਮੁਤਾਬਕ ਇਹਦੇ ਪਿੱਛੇ ਕੋਈ ਨਾ ਕੋਈ ਸਾਜ਼ਿਸ਼ ਜ਼ਰੂਰ ਹੈ। ਪਰ ਇੱਕ ਗੱਲ, ਦੋਨੋਂ ਗੱਲਾਂ ਬਹੁਤ ਸਮਝਣ ਵਾਲੀਆਂ ਨੇ। ਜੇ ਤਾਂ ਕਿਸਾਨਾਂ ਦੇ ਅੰਦੋਲਨ ਕਰਕੇ ਇਹ ਗੱਲ ਕੀਤੀ ਗਈ ਹੈ ਜਿਵੇਂ ਉਹਨਾਂ ਦਾ ਇਲਜ਼ਾਮ ਹੈ, ਤਾਂ ਕੁਦਰਤੀ ਗੱਲ ਹੈ ਸੱਤਾਧਾਰੀ ਜਿਹੜੇ ਸਿਆਸਤ ਹੈ ਉਹਦੇ ਲਈ ਜ਼ਿੰਮੇਵਾਰ ਮੰਨੀ ਜਾ ਸਕਦੀ ਹੈ। ਪਰ ਪੰਜਾਬ ਦੇ ਵਿੱਚ ਘਟਨਾਵਾਂ ਵਾਪਰਨ, ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ, ਸਰਕਾਰ ਹੋਵੇ ਸ਼੍ਰੋਮਣੀ ਅਕਾਲੀ ਦਲ ਦੀ, ਤਾਂ ਮੇਰੇ ਮੁਤਾਬਕ ਆਈਡੀਓਲੋਜੀਕਲੀ ਇਹ ਸਰਕਾਰ ਇਹੋ ਜਿਹੀਆਂ ਘਟਨਾਵਾਂ ਨੂੰ ਅਫੋਰਡ ਨਹੀਂ ਕਰਦੀ। ਸਭ ਤੋਂ ਵੱਡਾ ਨੁਕਸਾਨ ਉਸੇ ਨੂੰ ਹੀ ਹੋਏਗਾ, ਔਰ ਅੱਜ ਦੀ ਤਰੀਕ ਤੱਕ ਹੋਇਆ ਵੀ ਹੈ। ਪਰ ਇੱਕ ਗੱਲ ਸਾਡੇ ਸਮਝ ਤੋਂ ਫਿਰ ਬਾਹਰ ਹੈ ਕਿ ਜਦੋਂ ਪਹਿਲੀ ਵਾਰ ਘਟਨਾਵਾਂ ਵਾਪਰੀਆਂ, ਸਰਬੱਤ ਖਾਲਸਾ ਕੀਤਾ ਗਿਆ, 1.5 ਮਹੀਨਾ ਸ਼੍ਰੋਮਣੀ ਅਕਾਲੀ ਦਲ ਦੇ ਨੇਤਾਵਾਂ ਨੂੰ ਆਪਣੇ ਘਰਾਂ ਦੇ ਵਿੱਚੋਂ ਬਾਹਰ ਨਿਕਲ ਕੇ ਕਿਤੇ ਨਾ ਕਿਤੇ ਪਨਾਹ ਲੈਣੀ ਪਈ, ਕਿਉਂਕਿ ਲੋਕ ਉਹਨਾਂ ਨੂੰ ਕਿਸੇ ਵੀ ਸੂਰਤ ਦੇ ਵਿੱਚ ਜਨਤਕ ਤੌਰ ਤੇ ਬਰਦਾਸ਼ਤ ਕਰਨ ਲਈ ਉਹਨਾਂ ਦਿਨਾਂ ਦੇ ਵਿੱਚ ਤਿਆਰ ਨਹੀਂ ਸਨ। ਜੇ ਫੇਰ ਵੀ ਘਟਨਾਵਾਂ ਵਾਪਰ ਰਹੀਆਂ ਨੇ ਤਾਂ ਅਸੀਂ ਕਿਵੇਂ ਇਸ ਗੱਲ ਨੂੰ ਆਸਾਨੀ ਦੇ ਨਾਲ ਵੀ ਮੰਨ ਲਈਏ ਕਿ ਸਰਕਾਰ ਇਹਦੇ ਪਿੱਛੇ ਹੈ? ਕਿਉਂਕਿ ਸਰਕਾਰ ਇੱਕ ਤਜਰਬਾ ਕਰਕੇ, ਜੇ ਸਰਕਾਰ ਦਾ ਹੀ ਤਜਰਬਾ ਸੀ ਤੇ ਉਹ ਤਜਰਬਾ ਬਹੁਤ ਬੁਰੀ ਤਰ੍ਹਾਂ ਫੇਲ ਹੋ ਚੁੱਕਾ।
ਡੇਢ ਮਹੀਨਾ ਇੱਕ ਤਰ੍ਹਾਂ ਨਾਲ ਤਾਲਾਬੰਦੀ ਹੋ ਜਾਣੀ ਸਿਆਸੀ ਨੇਤਾਵਾਂ ਦੀ ਕੋਈ ਛੋਟੀ ਗੱਲ ਨਹੀਂ, ਔਰ ਪੰਜਾਬ ਦੇ ਵਿੱਚ ਇਹ ਗੱਲ ਵਾਪਰੀ ਹੈ। ਇਸ ਕਰਕੇ ਕਾਫੀ ਇਸ ਮਸਲੇ ਨੂੰ ਸਮਝਣ ਦੇ ਲਈ ਕਾਫੀ ਤੁਹਾਨੂੰ ਗਹਿਰਾਈ ਨਾਲ ਸੋਚਣਾ ਪਵੇਗਾ, ਔਰ ਇਹਦੇ ਪਿੱਛੇ ਜਿਹੜਾ ਸਾਡਾ ਖੁਫੀਆ ਤੰਤਰ ਹੈ, ਜੇ ਇੰਨੇ ਚਿਰ ਦੇ ਵਿੱਚ ਉਹ ਨਹੀਂ ਪੜਤਾਲ ਕਰ ਸਕਿਆ ਤਾਂ ਮੈਂ ਸਮਝਦਾ ਉਹਦਾ ਫੇਲੀਅਰ ਵੀ ਹੈ। ਔਰ ਜੇ ਇਹਦੇ ਪਿੱਛੇ ਇਸ ਫੇਲੀਅਰ ਦੇ ਪਿੱਛੇ ਖੁਫੀਆ ਤੰਤਰ ਨੂੰ ਜਾਣਬੁੱਝ ਕੇ ਆਪਣੀ ਰਿਪੋਰਟ ਨਾ ਜਾਰੀ ਕਰਨ ਦੀ ਕੋਈ ਕਾਰਨ ਚੱਲ ਰਿਹਾ ਤਾਂ ਫਿਰ ਇਹਦੇ ਪਿੱਛੇ ਕੋਈ ਬਹੁਤ ਗਹਿਰੀ ਪੋਲੀਟੀਕਲ ਸਾਜ਼ਿਸ਼ ਵੀ ਹੈ। ਜੀ ਸੀਪੀ ਸਿੰਘ ਜੀ। ਕੁਲਵੀਰ ਜੀ, ਮੈਂ ਆਪਣੀ ਸਾਰੀ ਗੱਲ ਕਹਿਣ ਤੋਂ ਪਹਿਲਾਂ ਇੱਕ ਚੀਜ਼ ਜ਼ਰੂਰ ਕਹੂੰਗਾ ਕਿ ਪੋਲੀਟੀਕਲ ਬੰਦੇ ਜਾਂ ਪੋਲੀਟੀਕਲ ਪਾਰਟੀਆਂ ਜਾਂ ਪੋਲੀਟੀਕਲ ਸੰਗਠਨ ਜਿੰਨੇ ਵੀ ਚੱਲਦੇ ਆ, ਉਹ ਆਪਣੀ ਗੱਲ ਮਨਾਉਣ ਨੂੰ ਜਾਂ ਆਪਣੇ ਉੱਪਰ ਲੋਕਾਂ ਨੂੰ ਭੁਗਤਾਉਣ ਲਈ ਕਿਸੇ ਵੀ ਹੱਦ ਤੱਕ ਜਾ ਸਕਦੇ ਆ। ਪਰ ਜੇ ਅਸੀਂ ਇਹ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀ ਗੱਲ ਕਰੀਏ, ਪੰਜਾਬ ਦੇ ਵਿੱਚ ਗੱਲ ਕਰੀਏ, ਮੈਂ ਸ਼ਬੀਰ ਜੀ ਨਾਲ ਸਹਿਮਤ ਹਾਂ ਕਿ ਕਿਤੇ ਨਾ ਕਿਤੇ ਇਹ ਸ਼ੰਕਾ ਬਿਲਕੁਲ 100% ਜ਼ਾਹਰ ਹੋ ਰਿਹਾ ਹੈ ਕਿ ਕੋਈ ਨਾ ਕੋਈ ਏਜੰਸੀ ਇਹਦੇ ਵਿੱਚ ਜ਼ਰੂਰ ਇਨਵੋਲਵ ਹੈ, ਕਿਉਂਕਿ ਪੰਜਾਬ ਦੇ ਵਿੱਚ ਏਦਾਂ ਦੀ ਘਟਨਾਵਾਂ ਨੂੰ ਅੰਜਾਮ ਦੇਣਾ ਉਦੋਂ ਜਦੋਂ ਸ਼੍ਰੋਮਣੀ ਅਕਾਲੀ ਦਲ ਪਾਰਟੀ ਰੂਲਿੰਗ ਦੇ ਵਿੱਚ ਹੋਵੇ, ਔਰ ਕੋਈ ਵੀ ਪਾਰਟੀ ਇਹ ਨਹੀਂ ਚਾਹੂਗੀ ਕਿ ਗੁਰੂ ਗ੍ਰੰਥ ਸਾਹਿਬ ਜੀ ਨੂੰ ਏਦਾਂ ਦੀ ਬੇਅਦਬੀ ਕਰਕੇ ਅਸੀਂ ਉਹਦਾ ਕੋਈ ਲਾਹਾ ਲੈ ਸਕੀਏ। ਮੇਰਾ ਦਿਲ ਕਹਿ ਲਓ ਜਾਂ ਮੇਰਾ ਮੰਨਣਾ ਇਹ ਨਹੀਂ ਬਿਲਕੁਲ ਵੀ ਐਗਰੀ ਹੁੰਦਾ ਕਿ ਇਸ ਤਰ੍ਹਾਂ ਦੀ ਕੋਈ ਵੀ ਚੀਜ਼ ਹੋ ਸਕਦੀ ਹੈ। ਕਿਤੇ ਨਾ ਕਿਤੇ ਜ਼ਰੂਰ ਪੰਜਾਬ ਦੇ ਮਾਹੌਲ ਨੂੰ ਖਰਾਬ ਕਰਨ ਵਾਸਤੇ ਕਹਿ ਲਓ ਜਾਂ ਪੰਜਾਬ ਦੇ ਵਿੱਚ ਅਣਸੁਖਾਵਾਂ ਮਾਹੌਲ ਕ੍ਰੀਏਟ ਕਰਨ ਵਾਸਤੇ ਕੋਈ ਏਜੰਸੀ ਜ਼ਰੂਰ ਇਹਦੇ ਪਿੱਛੇ ਲੱਗੀ ਹੋਈ ਹੈ ਜਿਹੜੇ ਕਿ ਏਦਾਂ ਦੀਆਂ ਘਟਨਾਵਾਂ ਨੂੰ ਅੰਜਾਮ ਦਿੰਦੀ ਹੈ। ਪਰ ਕੁਝ ਘਟਨਾਵਾਂ ਏਦਾਂ ਦੀਆਂ ਵੀ ਕੋਈ ਵੀ ਹੋ ਜਾਂਦੀਆਂ, ਜਿਵੇਂ ਪਿੱਛੇ ਜੇ ਕੁਝ ਗੁਟਕਾ ਸਾਹਿਬ ਦੀ ਬੇਇੱਜ਼ਤੀ ਹੋਈ ਸੀ ਜਾਂ ਕਿਸੇ ਛੋਟੇ ਜਿਹੇ ਗੁਰਦੁਆਰੇ ਦੇ ਵਿੱਚ ਕਿਸੇ ਨੇ ਗੁਟਕਾ ਸਾਹਿਬ ਖਿਲਾਰ ਦਿੱਤੇ ਗਏ ਸੀ। ਸੋ ਕਿਤੇ ਨਾ ਕਿਤੇ ਜਿਹੜੀਆਂ ਮੈਂਟਲੀ ਅਸੀਂ ਗੱਲ ਕਰਦੇ ਸੀ ਕਿ ਮਨੋਰੋਗੀਆਂ ਵੱਲੋਂ ਘਟਨਾਵਾਂ ਹੁੰਦੀਆਂ ਉਹ ਵੀ ਵਿੱਚ ਸ਼ਾਮਲ ਹੋ ਜਾਂਦੀਆਂ, ਪਰ ਮੈਜੋਰਿਟੀ ਆਫ ਜਿਹੜੀਆਂ ਘਟਨਾਵਾਂ ਹੁੰਦੀਆਂ ਉਹਦੇ ਪਿੱਛੇ ਹਾਲੇ ਤੱਕ ਜਿੰਨੀ ਵੀ ਤੁਸੀਂ ਕਹਿ ਲਓ ਕਿ ਇਨਵੈਸਟੀਗੇਸ਼ਨ ਹੋ ਰਹੀ ਹੈ ਜਾਂ ਇਨਵੈਸਟੀਗੇਸ਼ਨ ਕਰ ਰਹੇ ਨੇ, ਉਹਦੇ ਵਿੱਚੋਂ ਇਹੀ ਨਿਕਲ ਕੇ ਆਇਆ ਕਿ ਲੋਕਲ ਜਿਹੜਾ ਪੰਜਾਬ ਦਾ ਕੋਈ ਵਸਨੀਕ ਹੋਵੇ, ਚਾਹੇ ਉਹ ਸਿੱਖ ਤੋਂ ਨਾ ਵੀ ਬਿਲੋਂਗ ਕਰਦਾ ਹੋਵੇ ਸਿੱਖ ਰਿਲੀਜਨ ਨੂੰ, ਉਹ ਵੀ ਜਿਹੜਾ ਉਹਨਾਂ ਦੀ ਜਿਹੜੀ ਗੁਰੂ ਗ੍ਰੰਥ ਸਾਹਿਬ ਪ੍ਰਤੀ ਆਸਥਾ ਹੈ ਉਹ ਕਦੀ ਵੀ ਉਸ ਬੰਦੇ ਨੂੰ ਆਪਣੇ ਪਰਸਨਲ ਬੈਨੀਫਿਟ ਲੈਣ ਵਾਸਤੇ ਇਸ ਹਰਕਤ ਨੂੰ ਅੰਜਾਮ ਦੇਣ ਲਈ ਨਹੀਂ ਵੀ ਪ੍ਰਮੋਟ ਕਰੇਗੀ, ਕਿਉਂਕਿ ਗੁਰੂ ਗ੍ਰੰਥ ਸਾਹਿਬ ਇੱਕ ਸੁਪਰੀਮੋ ਬੋਡੀ ਮੰਨਿਆ ਜਾਂਦਾ ਹੈ ਸਿੱਖ ਸੰਗਤ ਦੇ ਵਿੱਚ। ਈਵਨ ਕਿ ਨਾਨ ਸਿੱਖ ਸੰਗਤ ਵੀ ਜਿਹੜੀ ਉਹ ਉਸੇ ਆਦਰ ਸਤਿਕਾਰ ਨਾਲ ਉਹਨਾਂ ਦਾ ਜਿਹੜਾ ਪ੍ਰਚਾਰ ਕਰਦੀ ਹੈ ਜਾਂ ਉਹਨਾਂ ਨੂੰ ਮੰਨਦੀ ਹੈ। ਸੋ ਕਿਤੇ ਨਾ ਕਿਤੇ ਏਜੰਸੀ ਦੀ ਇਨਵੋਲਵਮੈਂਟ ਇਹਦੇ ਵਿੱਚ ਲੱਗ ਰਹੀ ਹੈ। ਪਰ ਇੱਕ ਚੀਜ਼ ਜ਼ਰੂਰ ਕੁਐਸਚਨੇਬਲ ਆਉਂਦੀ ਹੈ ਕਿ ਹਾਲੇ ਤੱਕ ਬਾਈਬਲ ਕਲਾਂ ਦਾ ਕੋਈ ਵੀ ਸਿੱਟਾ ਜਿਹੜਾ ਇਨਵੈਸਟੀਗੇਸ਼ਨ ਦਾ ਸਾਡੇ ਕੋਲ ਨਿਕਲ ਕੇ ਨਹੀਂ ਆਇਆ। ਚਾਹੇ ਪੁਲਿਸ ਕੁਝ ਵੀ ਗੱਲਾਂ ਕਰਦੀ ਹੋਵੇ, ਚਾਹੇ ਕੋਈ ਮਨੋਰੋਗੀ ਖੜੇ ਕਰ ਦੋ ਲਿਆ ਕੇ ਕਿ ਇਸਨੇ ਕੀਤਾ, ਕਿਉਂਕਿ ਮਨੋਰੋਗੀ ਨੂੰ ਮਨਾਉਣਾ ਔਰ ਮਨੋਰੋਗੀ ਤੋਂ ਪੁੱਛਣਾ ਬਹੁਤ ਈਜ਼ੀ ਹੋ ਜਾਂਦਾ ਪੁਲਿਸ ਨੂੰ, ਕਿਉਂਕਿ ਉਹ ਬਿਆਨ ਦੇਣ ਦੇ ਜਾਂ ਉਸ ਗੱਲ ਨੂੰ ਮੰਨਣ ਜਾਂ ਨਾ ਮੰਨਣ ਦੇ ਸક્ષਮ ਹੀ ਨਹੀਂ ਹੁੰਦਾ। ਸੋ ਕਿਤੇ ਨਾ ਕਿਤੇ ਏਜੰਸੀ ਦੀ ਇਨਵੋਲਵਮੈਂਟ ਇਹਦੇ ਵਿੱਚ ਕੁਲਵੀਰ ਜੀ ਲੱਗਦੀ ਹੈ। ਹਾਂ ਪ੍ਰਮੀਤ ਜੀ, ਅਸੀਂ ਗੱਲ ਕਰ ਰਹੇ ਸੀ ਕਿ ਏਜੰਸੀਜ਼ ਇਹਦੇ ਪਿੱਛੇ ਹੋ ਸਕਦੀਆਂ, ਕਿਉਂਕਿ ਜੇ ਇਹਦੇ ਪਿੱਛੇ ਸਿਆਸਤ ਸਿਰਫ ਸਿਆਸੀ ਪਾਰਟੀ ਕਰ ਰਹੀ ਹੁੰਦੀ ਤਾਂ ਜਿਸ ਪਾਰਟੀ ਦਾ ਨਾਮ ਲੱਗ ਰਿਹਾ ਉਹ ਇਸੇ ਵਜ੍ਹਾ ਕਰਕੇ ਜਿਹੜੀ ਹੈਗੀ ਆ ਉਹ ਅੱਜ ਪੰਜਾਬ ਦੇ ਨਕਸ਼ੇ ਤੋਂ ਸ਼ਾਇਦ ਬਾਹਰ ਹੋ ਜਾਵੇਗੀ। ਸਭ ਤੋਂ ਵੱਡਾ ਜਿਹੜਾ ਵਿਰੋਧ ਹੈ ਪੰਜਾਬ ਦੇ ਵਿੱਚ ਉਹਨੂੰ ਇਸੇ ਕਾਰਨ ਕਰਕੇ ਦੇਖਣਾ ਪਿਆ। ਦੂਜੇ ਪਾਸੇ ਅਸੀਂ ਗੱਲ ਕਰਦੇ ਕਿ ਇੱਕ ਇਹਦੇ ਪਿੱਛੇ ਹੋਰ ਸੰਭਾਵਨਾ ਲੱਗਦੀ ਹੈ, ਕਿਉਂਕਿ ਅਸੀਂ ਪੈਰਲਲ 2-3 ਚੀਜ਼ਾਂ ਜਿਹੜੀਆਂ ਹੈਗੀਆਂ ਜੇ ਉਹਨਾਂ ਨੂੰ ਪੰਜਾਬ ਦੇ ਵਿੱਚ ਕੰਪੇਅਰ ਕਰੀਏ ਤਾਂ ਪੰਜਾਬ ਦੇ ਵਿੱਚ ਪਿਛਲੇ ਸਾਲ ਦੌਰਾਨ 5 ਤੋਂ 6 ਹਿੰਦੂ ਨੇਤਾ ਜਿਹੜੇ ਸ਼ਿਵ ਸੈਨਾ ਦੇ ਨਾਲ ਜਾਂ RSS ਦੇ ਨਾਲ ਜਾਂ ਉਹਨਾਂ ਦੇ ਹੋਰ ਜਿਹੜੇ ਸੰਗਠਨ ਹੈਗੇ ਆ ਉਹਨਾਂ ਦਾ ਕਤਲ ਕੀਤਾ ਗਿਆ। ਡੇਰੇ ਵਾਲੇ ਨਾਲ ਪੰਜਾਬ ਦੇ ਵਿੱਚ ਪਹਿਲਾਂ ਹੀ ਕਨਫਲਿਕਟ ਜਿਹੜਾ ਹੈ ਸਿੱਖ ਸੰਗਤ ਦਾ ਚੱਲਦਾ ਸੀ। 2 ਕਤਲ ਹੁਣ ਜੇ ਡੇਰੇ ਦੇ ਕੰਟੀਨ ਦੇ ਵਿੱਚ ਉਹਨਾਂ ਦੇ ਵਰਕਰਾਂ ਦੇ ਉਹਨਾਂ ਦੇ ਜਿਹੜੇ ਫਾਲੋਅਰ ਸੀਗੇ ਉਹਨਾਂ ਦੇ ਵੀ ਕੀਤੇ ਗਏ। ਉਸ ਤੋਂ ਬਾਅਦ ਪੁਲਿਸ ਬਿਆਨ ਦਿੰਦੀ ਹੈ ਕਿ ਇਹਦੇ ਸਾਰੇ ਦੇ ਪਿੱਛੇ ਜਿਹੜੇ ਹੈ ਕੋਈ ISI ਫੰਡਡ ਗਰੁੱਪ ਆ ਜਿਹਨੂੰ ਫੋਰਨ ਦੇ ਵਿੱਚ ਬੈਠ ਕੇ ਵਿਦੇਸ਼ਾਂ ਦੇ ਵਿੱਚ ਬੈਠ ਕੇ ਆਪਰੇਟ ਕੀਤਾ ਜਾ ਰਿਹਾ। ਨਾਲ ਹੀ ਨਾਲ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਘਟਨਾਵਾਂ ਕਰਕੇ ਪੰਜਾਬ ਦੇ ਵਿੱਚ ਇੱਕ ਇਸ ਤਰੀਕੇ ਦੀ ਗਰਾਊਂਡ ਤਿਆਰ ਕੀਤੀ ਜਾ ਰਹੀ ਹੈ ਜਿਹਦੇ ਵਿੱਚ ਜਿਹੜੀ ਫਿਰਕੂ ਸਦਭਾਵਨਾ ਹੈਗੀ ਆ ਉਹਨੂੰ ਭੜਕਾਇਆ ਜਾ ਸਕੇ, ਫਿਰਕੂ ਤੌਰ ਦੇ ਉੱਪਰ ਲੋਕਾਂ ਦੇ ਵਿੱਚ ਕਪਾੜਾ ਜਿਹੜਾ ਹੈ ਉਹ ਪਾਇਆ ਜਾ ਸਕੇ। ਦੂਜੇ ਪਾਸਿਓਂ ਪੰਜਾਬ ਦੇ ਵਿੱਚ ਬਾਰ-ਬਾਰ ਪੁਲਿਸ ਵੱਲੋਂ ਔਰ ਮੌਜੂਦਾ ਸਰਕਾਰ ਵੱਲੋਂ ਇਹ ਗੱਲ ਕਹੀ ਜਾ ਰਹੀ ਹੈ ਕਿ ਪੰਜਾਬ ਦੇ ਹਾਲਾਤ ਖਰਾਬ ਹੋ ਸਕਦੇ ਨੇ, ਪੰਜਾਬ ਦੇ ਵਿੱਚ ਟੈਰਰਿਜ਼ਮ ਆ ਸਕਦਾ, ISI ਪੰਜਾਬ ਦੇ ਵਿੱਚ ਦੁਬਾਰਾ ਐਕਟੀਵੇਟ ਹੋ ਰਹੀ ਆ ਪੰਜਾਬ ਦੇ ਸ਼ਾਂਤੀ ਨੂੰ ਭੰਗ ਕਰਨ ਵਾਸਤੇ। ਇਹੋ ਜਿਹੇ ਹਾਲਾਤਾਂ ਦੇ ਵਿੱਚ
ਜਦੋਂ ਪੁਲਿਸ ਜਿਹੜੀ ਹੈਗੀ ਆ ਉਹ ਆਪਣੇ ਇਲਜ਼ਾਮ ਜਿਹੜੀ ਹੈਗੀ ਆ ਉਹ ਬੱਚਿਆਂ ਦੇ ਉੱਪਰ ਜਾਂ ਰੋਗੀਆਂ ਦੇ ਉੱਪਰ ਪਾਉਣ ਲੱਗ ਪੈਂਦੀ ਆ, ਪਰ ਜਿਹੜੀ ਇਹਦੇ ਪਿੱਛੇ ਅਸਲ ਕਹਾਣੀ ਹੈ ਉਹਨੂੰ ਜਿਹੜਾ ਦਰਸਾਇਆ ਨਹੀਂ ਜਾ ਰਿਹਾ। ਕੀ ਲੱਗਦਾ ਤੁਹਾਨੂੰ ਕਿ ਇਹ ਸਿਰਫ ਤੇ ਸਿਰਫ ਅਸੀਂ ਇਸ ਗੱਲ ਦੇ ਉੱਪਰ ਜਾ ਸਕਦੇ ਹਾਂ ਕਿ ਕੋਈ ਬਾਹਰਲੀ ਤਾਕਤ ਆ ਜਿਹੜੀ ਪੰਜਾਬ ਦੇ ਹਾਲਾਤ ਖਰਾਬ ਕਰਨ ਵਾਸਤੇ ਇਹ ਸਾਰਾ ਕੁਝ ਕਰ ਰਹੀ ਆ, ਜਾਂ ਉਹੀ ਬਾਹਰਲੀ ਤਾਕਤ ਜਿਹੜੀ ਬਹਿਬਲ ਕਲਾਂ ਦੇ ਵਿੱਚ ਬਰਗਾੜੀ ਦੇ ਵਿੱਚ ਜਿਹੜੀ ਬੇਅਦਬੀ ਹੋਈ ਸੀ, ਬਹਿਬਲ ਕਲਾਂ ਦੇ ਵਿੱਚ ਜਿਹੜੀ ਪੁਲਿਸ ਵੱਲੋਂ ਫਾਇਰਿੰਗ ਹੋਈ ਸੀ, ਉਸ ਮੁੱਦੇ ਨੂੰ ਜਿਹੜਾ ਜਿਉਂਦਾ ਰੱਖਣ ਵਾਸਤੇ, ਉਸ ਗੱਲ ਨੂੰ ਜਿਹੜੀ ਜਾਗਰਤ ਰੱਖਣ ਵਾਸਤੇ, ਤਾਂ ਕਿ ਲੋਕ ਭੁੱਲ ਨਾ ਜਾਣ ਬਾਰ-ਬਾਰ ਇਹੋ ਜਿਹੀਆਂ ਘਟਨਾਵਾਂ ਜਿਹੜੀਆਂ ਹੈਗੀਆਂ ਕਿਸੇ ਏਜੰਸੀ ਵੱਲੋਂ ਕਰਾਈਆਂ ਜਾ ਰਹੀਆਂ, ਤਾਂ ਕਿ ਪੰਜਾਬ ਦੇ ਲੋਕਾਂ ਦੇ ਮਨਾਂ ਦੇ ਵਿੱਚੋਂ ਇਹ ਜਿਹੜਾ ਰੋਸ਼, ਇਹ ਜਿਹੜਾ ਦਰਦ, ਉਹ ਜਿਹੜਾ ਗੁੱਸਾ ਆ ਉਹ ਖਤਮ ਨਾ ਹੋਵੇ। ਕੁਲਵੀਰ ਜੀ, ਮੈਂ ਥੋੜਾ ਜਿਹਾ ਸਮਾਂ ਲੈਣਾ ਚਾਹੂੰਗਾ, ਜੇ ਤੁਸੀਂ ਮੇਰੀ ਗੱਲ ਧਿਆਨ ਨਾਲ ਸੁਣੋ ਔਰ ਸਮਝਣ ਦੀ ਕੋਸ਼ਿਸ਼ ਕਰੋ, ਔਰ ਮੈਂ ਆਪਣੇ ਦਰਸ਼ਕਾਂ ਨੂੰ ਇੱਕ ਚੀਜ਼ ਸਮਝਾਉਣੀ ਚਾਹੂੰਗਾ ਕਿ ਅਸੀਂ ਹੁਣ ਤੱਕ ਸ਼੍ਰੋਮਣੀ ਅਕਾਲੀ ਦਲ, ਆਮ ਆਦਮੀ ਪਾਰਟੀ ਤੇ ਕਾਂਗਰਸ ਦਾ ਨਾਮ ਲਿਆ ਇਸ ਤਰ੍ਹਾਂ ਦੀਆਂ ਘਟਨਾਵਾਂ ਦੇ ਵਿੱਚ, ਅਸੀਂ ਬੀਜੇਪੀ ਦਾ ਨਾਮ ਇਸ ਤਰ੍ਹਾਂ ਦੀਆਂ ਘਟਨਾਵਾਂ ਦੇ ਵਿੱਚ ਕਿਉਂ ਨਹੀਂ ਲੈ ਰਹੇ? ਇਸ ਚੀਜ਼ ਨੂੰ ਬਹੁਤ ਗਹਿਰਾਈ ਨਾਲ ਸਮਝਣ ਦੀ ਲੋੜ ਹੈ ਕਿ ਫਿਰਕੂ ਸਦਭਾਵਨਾ ਨਾਲ ਸੰਬੰਧਿਤ ਜਿਹੜੀਆਂ ਘਟਨਾਵਾਂ ਹੋਈਆਂ ਨੇ ਉਹ ਬੀਜੇਪੀ ਜਿੱਥੇ-ਜਿੱਥੇ ਰਾਜ ਕਰਕੇ ਆਈ ਹੈ ਉੱਥੇ ਜ਼ਰੂਰ ਹੋ ਰਹੀਆਂ ਨੇ, ਔਰ ਜਿੱਥੇ-ਜਿੱਥੇ ਉਹ ਰਾਜ ਕਰਨਾ ਚਾਹ ਰਹੀ ਹੈ ਉੱਥੇ ਜ਼ਰੂਰ ਹੋਣ ਜਾ ਰਹੀਆਂ ਨੇ, ਅੱਗੇ ਵੀ ਬੀਤੇ ਦਿਨਾਂ ਦੇ ਵਿੱਚ, ਬੀਤੇ ਕੁਝ ਮਹੀਨਿਆਂ ਦੇ ਵਿੱਚ ਵੀ ਹੋਈਆਂ ਨੇ। ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਜਾਂ ਕਿਸੇ ਵੀ ਧਾਰਮਿਕ ਗ੍ਰੰਥ ਦੀ ਬੇਅਦਬੀ ਕਰਨ ਵਾਸਤੇ ਜਿਹੜੇ ਲੋਕ ਸਾਹਮਣੇ ਨਿਕਲ ਕੇ ਆ ਰਹੇ ਨੇ, ਮੇਰਾ ਇਹ ਮੰਨਣਾ ਕਿ ਉਹ ਸਾਰੇ ਕਿਤੇ ਨਾ ਕਿਤੇ ਪਲਾਂਟਡ ਨੇ। ਉਹ ਇੱਕ ਤਰ੍ਹਾਂ ਦਾ ਇੱਕ ਛੋਟੇ ਬੱਚੇ ਨੂੰ ਭਰਮਾਉਣਾ ਬਹੁਤ ਸੌਖਾ ਹੁੰਦਾ ਹੈ, ਇੱਕ ਮਾਨਸਿਕ ਰੋਗੀ ਨੂੰ ਕੁਝ ਵੀ ਪ੍ਰਵੋਕ ਕਰਨਾ, ਉਹਦੇ ਤੋਂ ਕੁਝ ਵੀ ਕਰਵਾਉਣਾ ਬਹੁਤ ਸੌਖਾ ਹੁੰਦਾ। ਸੋ ਕਿਤੇ ਨਾ ਕਿਤੇ ਇੱਕ ਤਾਂ ਚੀਜ਼, ਦੋ ਤਿੰਨ ਇਹਦੇ ਚ ਪੁਆਇੰਟ ਨੇ। ਇੱਕ ਤਾਂ ਹੈ ਕਿ ਕਿਤੇ ਵੀ ਸਾਨੂੰ ਕੋਈ ਵੈਲ ਐਜੂਕੇਟਡ, ਕੋਈ ਵੈਲ ਬੈਲੈਂਸ ਮਾਈਂਡਡ ਬੰਦਾ ਜਿਹੜਾ ਉਹ ਇਹਨਾਂ ਘਟਨਾਵਾਂ ਦੇ ਪਿੱਛੇ ਨਹੀਂ ਨਜ਼ਰ ਆਇਆ। ਹਮੇਸ਼ਾ ਸੌਫਟ ਟਾਰਗੇਟ ਜਿਹੜੇ ਲੋਕ ਬਣ ਸਕਦੇ ਨੇ ਉਹ ਇਹਨਾਂ ਚੀਜ਼ਾਂ ਦੇ ਪਿੱਛੇ ਨਜ਼ਰ ਆਏ ਨੇ। ਦੂਸਰੀ ਚੀਜ਼ ਇਹ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਰਾਜ ਵੇਲੇ ਇਸ ਤਰ੍ਹਾਂ ਦੀ ਘਟਨਾਵਾਂ ਹੋਈਆਂ ਤਾਂ ਕਿਤੇ ਨਾ ਕਿਤੇ ਇੱਕ ਥੋੜਾ ਅਗਰ ਇਹਨੂੰ ਹਲਕੇ ਪੰਚ ਕਿਹਾ ਜਾਵੇ ਤਾਂ ਅਕਾਲੀ ਦਲ ਨਾਲ ਇਹੋ ਜਿਹੀ ਘਟਨਾਵਾਂ ਵਿਆਹ ਦਿੱਤੀਆਂ ਗਈਆਂ ਜਿਨ੍ਹਾਂ ਤੋਂ ਸਮਾਂ ਰਹਿੰਦੇ ਡਿਵੋਰਸ ਨਹੀਂ ਲੈ ਸਕਿਆ। ਔਰ ਅਕਾਲੀ ਦਲ ਇਹਦੇ ਪਿੱਛੇ ਹੈ ਕਿ ਨਹੀਂ ਹੈ, ਆਮ ਆਦਮੀ ਪਾਰਟੀ ਇਹਦੇ ਪਿੱਛੇ ਹੈ ਕਿ ਨਹੀਂ ਹੈ, ਕਾਂਗਰਸ ਇਹਦੇ ਪਿੱਛੇ ਹੈ ਜਾਂ ਨਹੀਂ ਹੈ, ਪਰ ਅਸੀਂ ਬੀਜੇਪੀ ਨੂੰ ਜਿਹੜਾ ਉਹ ਇਗਨੋਰ ਕਿਵੇਂ ਕਰ ਰਹੇ ਹਾਂ ਇਸ ਚੀਜ਼ ਦੇ ਵਿੱਚ, ਇਹ ਚੀਜ਼ ਮੇਰੀ ਸਮਝ ਤੋਂ ਬਾਹਰ ਹੈ। ਕਿਉਂ ਨਹੀਂ ਇਹਦੇ ਪਿੱਛੇ ਅਸੀਂ ਕਿਤੇ ਨਾ ਕਿਤੇ ਬੀਜੇਪੀ ਦਾ ਵੀ ਇੱਕ ਪੱਖ ਜੋੜ ਕੇ ਦੇਖਦੇ ਹਾਂ ਕਿ ਬੀਜੇਪੀ ਕਿਉਂ ਨਹੀਂ ਇਹਨਾਂ ਘਟਨਾਵਾਂ ਦੇ ਪਿੱਛੇ ਹੋ ਸਕਦੀ। ਜਿੱਥੋਂ ਤੱਕ ਰਹੀ ਹਿੰਦੂ ਜਿਹੜੇ ਧਾਰਮਿਕ ਗ੍ਰੰਥ ਦੀ ਬੇਅਦਬੀ ਹੋਈ ਆ, ਹਿੰਦੂ ਜਿਹੜੇ ਲੀਡਰਸ ਜਿਹੜੇ ਆਪਸ ਦੇ ਵਿੱਚ ਉਹਨਾਂ ਦਾ ਕਾਫੀ ਕਈ ਵਾਰੀ ਦੇਖਣ ਦੇ ਵਿੱਚ ਆਉਂਦਾ ਕਿ ਇੱਕ ਸ਼ਹਿਰ ਦੇ ਵਿੱਚ ਸ਼ਿਵ ਸੈਨਾ ਦੇ ਹੀ 4-4 ਗਰੁੱਪ ਬਣੇ ਹੁੰਦੇ ਨੇ ਔਰ ਉਹ ਸਾਰੇ ਆਪਸ ਦੇ ਵਿੱਚ ਰਾਈਵਰੀ ਜਿਹੜੀ ਉਹਨਾਂ ਦੀ ਹੁੰਦੀ ਹੈ। ਤਾਂ ਕਿਤੇ ਨਾ ਕਿਤੇ ਅਸੀਂ ਇਹ ਸਾਰੀਆਂ ਕੜੀਆਂ ਜੋੜ ਕੇ ਕਿਉਂ ਨਹੀਂ ਦੇਖ ਰਹੇ? ਮੈਂ ਤੁਹਾਡੇ ਤੋਂ ਵੀ ਔਰ ਆਪਣੇ ਦਰਸ਼ਕਾਂ ਨੂੰ ਵੀ ਇੱਕ ਚੀਜ਼ ਇਹ ਜ਼ਰੂਰ ਪੁੱਛਣਾ ਚਾਹੁੰਦਾ ਕਿ ਅਸੀਂ ਬੀਜੇਪੀ ਨੂੰ ਕਿਉਂ ਇਸ ਸਾਰੇ ਮੈਟਰ ਦੇ ਵਿੱਚੋਂ ਅਸੀਂ ਇਗਨੋਰ ਕਰਕੇ ਬੈਠੇ ਹੋਏ ਆ? ਜੀ ਨਹੀਂ, ਅਸੀਂ ਬੀਜੇਪੀ ਨੂੰ ਇਗਨੋਰ ਨਹੀਂ ਕਰਦੇ। ਜਦੋਂ ਪੰਜਾਬ ਸਰਕਾਰ ਦੀ ਗੱਲ ਕਰਦੇ ਬੀਜੇਪੀ ਉਹਦੇ ਨਾਲ ਆਉਂਦੀ ਹੈ, ਪਰ ਜਿਸ ਤਰੀਕੇ ਨਾਲ ਤੁਸੀਂ ਗੱਲ ਕੀਤੀ ਆ ਬਿਲਕੁਲ ਦਰੁਸਤ ਹੈ, ਕਿਉਂਕਿ ਪੰਜਾਬ ਦੇ ਵਿੱਚ ਜਿਹੜੀ ਸਿਚੁਏਸ਼ਨ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉਹ ਹਿੰਦੂ ਸਿੱਖ ਦੀ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਐਗਜ਼ੈਕਟਲੀ। ਤੇ ਮੈਂ ਜਦੋਂ ਟੈਰਰਿਜ਼ਮ ਦੀ ਗੱਲ ਕਰਦਾ ਆ ਤੇ ਉੱਥੋਂ ਮੈਂ ਜਿਹੜਾ ਹੈ ਸਪਸ਼ਟ ਨਹੀਂ ਕਹਿੰਦਾ, ਪਰ ਤੁਹਾਨੂੰ ਪਤਾ ਕਿਹੜੇ ਟੈਰਰਿਜ਼ਮ ਦੀ ਗੱਲ ਜਿਹੜੀ ਆ ਪੰਜਾਬ ਦੇ ਵਿੱਚ ਪੰਜਾਬ ਪੁਲਿਸ ਕਰਦੀ ਪਈ ਹੈ। ਬਿਲਕੁਲ ਜੀ, ਬਿਲਕੁਲ। ਔਰ ਦੂਸਰੀ ਚੀਜ਼ ਜਿਹੜੀ ਹੈ ਕਿ ਏਜੰਸੀਆਂ ਦਾ ਇਹ ਕਹਿਣਾ ਕਿ ਜੀ ISI ਕਰ ਰਹੀ ਹੈ, ਫਲਾਣਾ ਕਰ ਰਹੀ ਹੈ, ਉਹ ਮੈਨੂੰ ਕਿਤੇ ਨਾ ਕਿਤੇ ਕਈ ਵਾਰੀ ਬੜਾ ਇੱਕ ਇਰੀਟੇਸ਼ਨ ਹੁੰਦੀ ਕਿ ਇੱਕ ਟੈਂਪਲੇਟ ਜਿਹਾ ਜਵਾਬ ਹੈ ਕਿ ਕੁਝ ਵੀ ਹੋ ਜਾਏ ਤਾਂ ਉਹਦਾ ਜ਼ਿੰਮੇਵਾਰ ਸਾਡਾ ਗੁਆਂਢੀ ਹੈ। ਤੁਸੀਂ ਅਗਰ ਥੋੜਾ ਜਿਹਾ ਠੰਡੇ ਦਿਮਾਗ ਨਾਲ ਸੋਚ ਕੇ ਬੈਠੋ ਤਾਂ ਗੁਆਂਢੀ ਦਾ ਇਸ ਕੰਮ ਨੂੰ ਕਰਨ ਦੇ ਵਿੱਚ ਮਕਸਦ ਕੀ ਹੈ? ਉਹਨੂੰ ਕੀ ਹਾਸਲ ਹੋਏਗਾ? ਉਹਨੂੰ ਕੁਝ ਨਹੀਂ ਹਾਸਲ ਹੋਏਗਾ। ਹਾਸਲ ਹੋਏਗਾ ਇੱਥੋਂ ਦੀ ਪੋਲੀਟੀਕਲ ਪਾਰਟੀਆਂ ਨੂੰ ਜਿਹੜੀਆਂ ਇੱਥੇ ਆਪਣੇ ਪੈਰ ਪਸਾਰਨੇ ਚਾਹ ਰਹੀਆਂ ਨੇ, ਚਾਹੇ ਉਹ ਮੈਂ ABCD ਕਿਸੇ ਵੀ ਪਾਰਟੀ ਦਾ ਨਾਮ ਨਹੀਂ ਲੈਂਦਾ, ਕੋਈ ਵੀ ਪਾਰਟੀ ਹੈ, ਉਹਦੇ ਮੋਟਿਵ ਵੱਲ ਧਿਆਨ ਦੇ ਕੇ ਦੇਖੋ, ਬਜਾਏ ਇਸ ਦੇ ਕਿ ਅਸੀਂ ਹਰ ਚੀਜ਼ ਦਾ ਜਿਹੜਾ ਠੀਕ ਉਹ ISI ਆ ਕਿਸੇ ਹੋਰ ਏਜੰਸੀ ਦੇ ਸਿਰ ਫੋੜ ਦੇ ਕੇ ਸਾਡੇ ਘਰ ਦੇ ਵਿੱਚ ਜੇ ਅੱਗ ਲੱਗੀ ਤਾਂ ਉਹ ISI ਨੇ ਲਗਾਈ ਹੈ, ਸਾਡੇ ਘਰ 'ਚ ਜੇ ਚੰਗਾ ਹੋ ਰਿਹਾ ਤਾਂ ਉਹ ਅਸੀਂ ਆਪ ਕਰ ਰਹੇ ਹਾਂ। ਸੋ ਕਿਤੇ ਨਾ ਕਿਤੇ ਸਾਡੇ ਦਰਸ਼ਕ ਇਸ ਮਾਮਲੇ 'ਚ ਬਹੁਤ ਸਿਆਣੇ ਨੇ, ਉਹ ਸਮਝ ਰਹੇ ਨੇ ਇਸ ਗੱਲ ਨੂੰ ਕਿ ਜਿਨ੍ਹਾਂ ਲੋਕਾਂ ਨੇ ਘਟਨਾਵਾਂ ਨੂੰ ਅੰਜਾਮ ਦਿੱਤਾ ਉਹ ਬੜੀ ਆਸਾਨੀ ਨਾਲ ਸੌਫਟ ਟਾਰਗੇਟ ਬਣ ਸਕਦੇ ਨੇ। ਪ੍ਰਾਮੀ ਜੀ, ਜਦੋਂ ਆਪਾਂ ਏਜੰਸੀਆਂ ਦੀ ਗੱਲ ਕਰਦੇ ਹਾਂ ਨਾ ਤਾਂ ਪੰਜਾਬ ਦੇ ਵਿੱਚ ਜਦੋਂ ਪਹਿਲਾਂ ਵੀ ਹਾਲਾਤ ਖਰਾਬ ਰਹੇ ਨੇ, ਪੰਜਾਬ ਦੇ ਜਦੋਂ ਪਹਿਲਾਂ ਵੀ 30 ਸਾਲ ਦਾ ਸੰਤਾਪ ਹੰਢਾਇਆ ਉਦੋਂ ਵੀ ਏਜੰਸੀਆਂ ਕੰਮ ਕਰਦੀਆਂ ਸੀ। ਤੁਹਾਨੂੰ ਪਤਾ ਉਹ ਏਜੰਸੀਆਂ ਬਾਹਰੀ ਨਹੀਂ ਸੀਗੀਆਂ, ਉਹ ਏਜੰਸੀਆਂ ਕੇਂਦਰ ਦੀਆਂ ਏਜੰਸੀਆਂ ਸੀਗੀਆਂ। ਅਸੀਂ ਉਹਨਾਂ ਏਜੰਸੀਆਂ ਦੀ ਹੀ ਗੱਲ ਕਰਦੇ ਹਾਂ ਫਿਰ ਦੁਬਾਰਾ। ਬਿਲਕੁਲ ਉਹੀ ਏਜੰਸੀਆਂ ਹੋ ਸਕਦੀਆਂ ਜਿਨ੍ਹਾਂ ਨੇ 30 ਸਾਲ ਪਹਿਲਾਂ ਪੰਜਾਬ ਨੂੰ ਜਿਹੜਾ ਹੈ ਉਹ ਇੱਕ ਗਰਕਣ ਦੇ ਵਿੱਚ ਰੱਖਿਆ ਹੋਇਆ। ਬਿਲਕੁਲ। ਸ਼ਬਦੀਪ ਜੀ, ਕੀ ਕਹਿਣਾ ਚਾਹੋਗੇ ਤੁਸੀਂ ਇਸ? ਹਾਂਜੀ ਜੀ ਕੁਝ ਕਹਿਣ ਲੱਗੇ ਸੀ। ਸੀਪੀ ਜੀ।
ਨਹੀਂ ਮੈਂ ਐਗਰੀ ਕਰ ਰਿਹਾ ਸੀ ਕਿ ਏਜੰਸੀਆਂ ਬਾਹਰਲੀਆਂ ਏਜੰਸੀਆਂ ਨਹੀਂ ਹੈ, ਇਹ ਇੰਟਰਨਲ ਏਜੰਸੀਆਂ ਜਿਹਨੇ ਸਾਡੀਆਂ, ਜਿਹੜੀਆਂ ਕਿ ਆਪਸ ਦੇ ਵਿੱਚ ਖੁੰਦਕ ਕਰਕੇ ਲੋਕਾਂ ਦੇ ਵਿੱਚ ਆਪਣਾ ਰੂਪ ਬਣਾਉਣੇ ਚਾਹੁੰਦੇ। ਔਰ ਪੰਜਾਬ ਤੇ ਇਹਨਾਂ ਏਜੰਸੀਆਂ ਦਾ ਜਿਹੜਾ ਸੰਤਾਪ ਭੋਗ ਰਿਹਾ, ਕਿਉਂਕਿ ਪੰਜਾਬ ਨੂੰ ਬਾਰ-ਬਾਰ ਵੱਖਰੇ ਢੰਗ ਦੇ ਨਾਲ ਟਾਰਗੇਟ ਕੀਤਾ ਜਾਂਦਾ। ਮੈਂ ਤੇ ਪੰਜਾਬ ਦੇ ਵਿੱਚ ਨਸ਼ੇ ਦੀ ਜਿਹੜੀ ਪ੍ਰਵਿਰਤੀ ਪੈਦਾ ਕੀਤੀ ਗਈ ਆ, ਪੰਜਾਬ ਦੇ ਕਲਚਰ ਦੇ ਵਿੱਚ ਜਿਹੜਾ ਨੱਚਣ ਗਾਉਣ, ਸ਼ਰਾਬ, ਗੋਲੀਆਂ, ਇਹ ਜਿਹੜਾ ਸਾਰਾ ਕਲਚਰ ਪਾਇਆ ਗਿਆ, ਮੈਂ ਤਾਂ ਇਹਦੇ ਪਿੱਛੇ ਵੀ ਜਿਹੜਾ ਹੈ ਹਮੇਸ਼ਾ ਏਜੰਸੀਆਂ ਨੂੰ ਦੋਸ਼ੀ ਮੰਨਦਾ ਕਿ ਉਹ ਵੀ ਪੰਜਾਬ ਦੇ ਵਿੱਚ ਜਿਹੜਾ ਪਲਾਟ ਕੀਤਾ ਗਿਆ, ਪੰਜਾਬ ਦੇ ਵਿੱਚ ਉਸ ਕਲਚਰ ਨੂੰ ਜਿਹੜਾ ਹੈ ਉਹ ਪਲੱਗ ਇਨ ਕੀਤਾ ਗਿਆ, ਪੰਜਾਬ ਦੇ ਲੋਕਾਂ ਨੂੰ ਉਹਦੇ ਵਿੱਚ ਪਾਇਆ ਗਿਆ। ਸ਼ਬਦੀਪ ਜੀ। ਬਿਲਕੁਲ ਦੇਖੋ ਕੁਲਵੀਰ ਜੀ, ਗੱਲ ਬਹੁਤ ਹੀ ਕਲੀਅਰ ਹੈ ਕਿ ਜਦੋਂ ਸਮਾਜ ਦੇ ਅੰਦਰ ਬਗਾਵਤਾਂ ਫੈਲਦੀਆਂ ਨੇ ਤਾਂ ਸਰਕਾਰਾਂ, ਸਿਸਟਮ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਉਹਨਾਂ ਤੋਂ ਛੁਟਕਾਰਾ ਪਾਉਣ ਦੇ ਲਈ ਕੋਈ ਨਾ ਕੋਈ ਰਸਤਾ ਅਖਤਿਆਰ ਕਰਦਾ। ਜੇ ਦੁਨੀਆ ਦੇ ਵਿੱਚ ਸੋਵੀਅਤ ਯੂਨੀਅਨ ਆਉਂਦਾ ਤਾਂ ਕੇਂਦਰੀਅਨ ਇਕਨੋਮਿਕਸ ਆਉਂਦੀ ਹੈ ਤਾਂ ਕਿ ਪੂੰਜੀਵਾਦ ਦਾ ਚਿਹਰਾ ਥੋੜਾ ਜਿਹਾ ਮਾਨਵੀ ਬਣਵਾਇਆ ਜਾਵੇ ਔਰ ਉਹਦੇ ਬਦਲ ਦੇ ਵਿੱਚ ਕਲਿਆਣਕਾਰੀ ਪੂੰਜੀਵਾਦੀ ਰਾਜ ਦੀ ਸਥਾਪਨਾ ਕੀਤੀ ਜਾਂਦੀ ਹੈ, ਜਿਹਦੇ ਵਿੱਚ ਲੋਕਾਂ ਨੂੰ ਸਹੂਲਤਾਂ ਦਿੱਤੀਆਂ ਜਾਂਦੀਆਂ ਨੇ। ਔਰ ਸਹੂਲਤਾਂ ਉਹ ਸਿਸਟਮ ਦੇ ਸਕਦਾ ਜਿਹਦੇ ਕੋਲੇ ਸਾਧਨ ਹੋਣ। ਇਹ ਸਹੂਲਤਾਂ ਕੈਨੇਡਾ ਦੇ ਸਕਦਾ ਸੀ, ਇਹ ਸਹੂਲਤਾਂ ਇੰਗਲੈਂਡ ਦੇ ਸਕਦਾ ਸੀ, ਇਹ ਸਹੂਲਤਾਂ ਅਮਰੀਕਾ ਦੇ ਸਕਦਾ ਸੀ, ਜਾਂ ਹੋਰ ਯੂਰਪੀਅਨ ਮੁਲਕ ਦੇ ਸਕਦੇ ਸੀ ਜਿਨ੍ਹਾਂ ਦੇ ਕੋਲੇ ਸਾਧਨਾਂ ਦੀ ਮੁਕਾਬਲਤਨ ਤੀਜੀ ਦੁਨੀਆ ਦੇ ਕਮੀ ਨਹੀਂ ਸੀ। ਪਰ ਤੀਜੀ ਦੁਨੀਆ ਦੇ ਜਿਹੜੇ ਸੱਤਾਧਾਰੀ ਨੇ, ਤੀਜੀ ਦੁਨੀਆ ਦੀਆਂ ਜਿਹੜੀਆਂ ਹੁਕਮਰਾਨ ਜਮਾਤਾਂ ਨੇ, ਉਹ ਫਿਰ ਬਦਲਵੇਂ ਢੰਗ ਲੱਭਦੀਆਂ ਨੇ, ਜਿਨ੍ਹਾਂ ਦੇ ਵਿੱਚ ਸਭ ਤੋਂ ਅੱਛਾ ਢੰਗ ਇਹ ਹੈ ਕਿ ਇਸ ਸੰਕਟ ਦਾ ਜਿਹੜਾ ਬਦਲ ਇੱਕੋ ਹੀ ਹੈ ਕਿ ਜਿਹੜੀ ਲੋਕਾਂ ਦੇ ਅੰਦਰ ਬਗਾਵਤ ਦੀ ਜਿਹੜੀ ਅੱਗ ਪੈਦਾ ਹੋ ਰਹੀ ਹੈ, ਉਸ ਅੱਗ ਨੂੰ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਗਲਤ ਦਿਸ਼ਾ ਵਿੱਚ ਮੋੜ ਦਿੱਤਾ ਜਾਵੇ। ਇਹਨੂੰ ਅਸੀਂ ਇੱਕ ਤਰ੍ਹਾਂ ਨਾਲ ਇਹ ਵੀ ਕਹਿ ਸਕਦੇ ਹਾਂ ਕਿ ਇੱਕ ਸੇਫਟੀ ਵਾਲਵ ਦਾ ਕੰਮ ਲਿਆ ਜਾਂਦਾ ਇਸ ਤਰ੍ਹਾਂ ਦੀਆਂ ਭਾਵਨਾਵਾਂ ਨੂੰ ਭੜਕਾ ਕੇ। ਪੰਜਾਬ ਦੇ ਵਿੱਚ ਪੰਜਾਬ ਦੇ ਨਾਲ ਲਗਾਤਾਰ ਧੱਕਾ ਕੀਤਾ ਗਿਆ। ਉਸ ਧੱਕੇ ਦੇ ਵਿੱਚੋਂ ਪੰਜਾਬ ਦੇ ਵਿੱਚ ਪੰਜਾਬੀ ਸੂਬੇ ਦਾ ਅੰਦੋਲਨ ਪੈਦਾ ਹੋਇਆ, ਉਹ ਧੱਕਾ ਕੰਟੀਨਿਊ ਰਿਹਾ। ਫਿਰ ਉਹਦੇ ਵਿੱਚੋਂ ਬਿਲਕੁਲ ਖਾਲਿਸਤਾਨ ਦੀ ਲਹਿਰ ਪੈਦਾ ਹੋਈ। ਪਰ ਅਸੀਂ ਇੱਕ ਗੱਲ ਜੇ ਇਤਿਹਾਸਕ ਤੌਰ ਤੇ ਨੋਟ ਕਰਨ ਦਾ ਯਤਨ ਕਰੀਏ ਤਾਂ ਅਸੀਂ ਬਹੁਤ ਆਸਾਨੀ ਨਾਲ ਫੀਲ ਕਰ ਸਕਦੇ ਹਾਂ ਕਿ ਜਿਸ ਖਾਲਿਸਤਾਨ ਨੂੰ ਲੋਕੀ ਸਿੱਖਾਂ ਦਾ ਸੰਘਰਸ਼ ਕਹਿ ਕੇ ਪੇਸ਼ ਕਰਦੇ ਨੇ, ਸਿੱਖ ਯੋਧਿਆਂ ਦਾ ਸੰਘਰਸ਼ ਕਹਿ ਕੇ ਪੇਸ਼ ਕਰਦੇ ਨੇ, ਜੇ ਉਹ ਵੀ ਵਿਸ਼ਲੇਸ਼ਣ ਕਰਕੇ ਦੱਸਣ ਕਿ ਉਸ ਅੰਦੋਲਨ ਨੇ ਸਰਕਾਰਾਂ ਦੀ ਸ਼ਕਤੀ ਲਈ ਸੇਫਟੀ ਵਾਲਵ ਦਾ ਕੰਮ ਜ਼ਿਆਦਾ ਕੀਤਾ ਕਿ ਘੱਟ ਕੀਤਾ, ਇਹ ਇਸ ਤਰੀਕੇ ਦੇ ਨਾਲ ਮੈਨੂੰ ਲੱਗਦਾ ਸੇਫਟੀ ਵਾਲਵ ਜਦੋਂ ਸਿਆਸੀ ਤੌਰ ਦੇ ਉੱਤੇ ਵੀ ਸਰਕਾਰਾਂ ਕੋਲੋਂ ਖਤਮ ਹੋ ਗਿਆ, ਹੁਣ ਕੋਈ ਨਕਸਲੀ ਬਗਾਵਤ ਪੈਦਾ ਨਹੀਂ ਕੀਤੀ ਜਾ ਸਕਦੀ, ਹੁਣ ਪੰਜਾਬ ਦੇ ਵਿੱਚ ਉਸ ਤਰ੍ਹਾਂ ਦੀ ਖਾਲਿਸਤਾਨੀ ਲਹਿਰ ਪੈਦਾ ਨਹੀਂ ਕੀਤੀ ਜਾ ਸਕਦੀ। ਸ਼ਾਇਦ ਇਸ ਕਰਕੇ ਵੀ ਸਾਡੇ ਸਿਸਟਮ ਦੇ ਵਿੱਚ ਜਿਹੜੇ ਇੱਕ ਤਰ੍ਹਾਂ ਨਾਲ ਸਾਡੇ ਦੁਸ਼ਮਣ ਨੇ ਆਮ ਲੋਕਾਂ ਦੇ, ਉਹਨਾਂ ਕੋਲੇ ਇੱਕ ਤਰੀਕਾ ਫਿਰ ਇਹ ਵੀ ਹੈ ਕਿ ਜਵਾਨੀ ਨੂੰ ਉਹਨਾਂ ਰਾਹਾਂ ਦੇ ਵਿੱਚ ਤੋਰ ਦਿੱਤਾ ਜਾਵੇ ਜਿਨ੍ਹਾਂ ਰਾਹਾਂ ਦੇ ਵਿੱਚੋਂ ਉਹ ਬਿਲਕੁਲ ਇਸ ਤਰ੍ਹਾਂ ਨਾਲ ਸੋਚਣਾ ਵੀ ਬੰਦ ਕਰ ਦੇਣ। ਜੇ ਤੁਹਾਨੂੰ ਯਾਦ ਹੋਵੇ ਤਾਂ ਜਦੋਂ ਪੰਜਾਬ ਦੇ ਵਿੱਚ KPS ਗਿੱਲ ਦਾ ਰਾਜ ਚੱਲਦਾ ਸੀ, ਬੇਅੰਤ ਸਿੰਘ ਦੀ ਅਗਵਾਈ ਵਾਲੇ ਰਾਜ ਦੌਰਾਨ, ਤਾਂ ਉਹਨਾਂ ਦਿਨਾਂ ਦੇ ਵਿੱਚ ਜਸ਼ਨ ਦੀ ਗਾਇਕੀ ਸ਼ੁਰੂ ਕੀਤੀ ਗਈ ਸੀ। ਬਹੁਤ ਹੀ ਹਲਕੇ ਲੈਵਲ ਦੇ ਜਿਹੜੇ ਸਿੰਗਰ ਸੀ ਉਹਨਾਂ ਨੂੰ ਪੁਲਿਸ ਦੇ ਵਿੱਚ ਭਰਤੀ ਤੱਕ ਕਰਕੇ ਉਹਨਾਂ ਕੋਲੋਂ ਜਸ਼ਨ ਦੇ ਗੀਤ ਗਵਾਏ ਗਏ ਸਨ। ਪੰਜਾਬ ਦੇ ਨੌਜਵਾਨ ਜਿਹੜੇ ਕੱਲ ਤੱਕ ਨਕਸਲੀ ਬਣ ਕੇ ਇਨਕਲਾਬ ਦੀ ਤਲਾਸ਼ ਕਰ ਰਹੇ ਸਨ, ਪੰਜਾਬ ਦੇ ਸਿੱਖ ਨੌਜਵਾਨ ਜਿਹੜੇ ਖਾਲਿਸਤਾਨ ਦੇ ਨਾਂ ਦੇ ਉੱਤੇ ਕੁਰਬਾਨੀਆਂ ਕਰ ਰਹੇ ਸਨ, ਉਹੀ ਨੌਜਵਾਨ ਬਾਅਦ ਦੇ ਵਿੱਚ KPS ਗਿੱਲ ਦੇ ਜਸ਼ਨੀ ਗੀਤਾਂ ਦੇ ਵਿੱਚ ਡਾਂਸ ਕਰਦੇ ਵੇਖੇ ਗਏ। ਉਹੀ ਜਿਹੜੇ ਨੌਜਵਾਨ ਆ ਬਾਅਦ ਦੇ ਵਿੱਚ ਅਸੀਂ ਖੁਦਕੁਸ਼ੀਆਂ ਦੀ ਇੱਕ ਲਹਿਰ ਪੰਜਾਬ ਦੇ ਵਿੱਚ ਦੇਖੀ ਜਿਹੜੀ ਅਜੇ ਵੀ ਰੁਕੀ ਨਹੀਂ ਹੈ ਕਿਸੇ ਨਾ ਕਿਸੇ ਸ਼ਕਲ ਦੇ ਵਿੱਚ। ਉਹੀ ਜਸ਼ਨੀ ਨੌਜਵਾਨ ਤੁਹਾਨੂੰ ਅੱਜ ਦੀ ਤਰੀਕ ਦੇ ਵਿੱਚ ਨਸ਼ੇ ਦੇ ਚੱਕਰ ਦੇ ਵਿੱਚ ਪਏ ਹੋਏ ਮਿਲ ਜਾਣਗੇ। ਔਰ ਮੈਂ ਸਮਝਦਾ ਮੁੱਚੇ ਦੇ ਪਿੱਛੇ ਕੋਈ ਨਾ ਕੋਈ ਸਾਜ਼ਿਸ਼ ਹੈ, ਪਰ ਇਹਨੂੰ ਏਜੰਸੀਆਂ ਤੱਕ ਸੀਮਿਤ ਸਾਜ਼ਿਸ਼ ਨਾ ਕਹੀਏ, ਇਹ ਪੂਰੇ ਦੇ ਪੂਰੇ ਸਿਸਟਮ ਦੀ ਸਾਜ਼ਿਸ਼ ਆ। ਏਜੰਸੀਆਂ ਨੂੰ ਤਾਂ ਇਹਦੇ ਲਈ ਇਸਤੇਮਾਲ ਕੀਤਾ ਜਾਂਦਾ, ਚਾਹੇ ਉਹ ਪੁਲਿਸ ਦੀਆਂ ਏਜੰਸੀਆਂ ਹੋਣ, ਚਾਹੇ ਉਹ ਪ੍ਰਸ਼ਾਸਨ ਦੀਆਂ ਏਜੰਸੀਆਂ ਹੋਣ, ਚਾਹੇ ਉਹ ਖੁਫੀਆ ਤੰਤਰ ਦੀਆਂ ਏਜੰਸੀਆਂ ਹੋਣ। ਪਰ ਨਵੀਂ ਸਾਜ਼ਿਸ਼ ਜਿਹੜੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਜਾਂ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਜਾਂ ਸਮਾਧਾਂ ਦੀ ਬੇਅਦਬੀ ਜਾਂ ਡੇਰਿਆਂ ਦੇ ਨਾਲ ਇਸ ਤਰ੍ਹਾਂ ਦਾ ਤਿੱਖਾ ਵਿਵਾਦ ਪੈਦਾ ਕਰਨ ਦੀ ਸਾਜ਼ਿਸ਼, ਇਹਦੇ ਪਿੱਛੇ ਇਹ ਸਾਰੀਆਂ ਚੀਜ਼ਾਂ ਨੂੰ ਅਸੀਂ ਜੋੜ ਕੇ ਵੇਖੀਏ ਤਾਂ ਅਸੀਂ ਇਹੀ ਸਮਝਦੇ ਹਾਂ ਕਿ ਸਾਡੇ ਸਿਸਟਮ ਕੋਲ ਸਾਡੇ ਲੋਕਾਂ ਦਾ ਕੋਈ ਜਵਾਬ ਨਹੀਂ ਹੈ। ਜੇ ਅਸੀਂ ਆਪਣੇ ਪ੍ਰਧਾਨ ਮੰਤਰੀ ਦੀਆਂ ਗੱਲਾਂ ਵੀ ਸੁਣ ਲਈਏ, ਤੁਸੀਂ ਇਹਨਾਂ ਨੂੰ ਵੀ ਇਹਦੇ ਨਾਲ ਜੋੜ ਕੇ ਦੇਖ ਸਕਦੇ ਹੋ
ਕਦੇ ਉਹ ਕਬਰਸਤਾਨ ਦੀ ਗੱਲ ਕਰਦੇ ਨੇ, ਕਦੇ ਉਹ ਸ਼ਮਸ਼ਾਨ ਦੀ ਗੱਲ ਕਰਦੇ ਨੇ, ਜਾਂ ਕਦੇ ਦੀਵਾਲੀ ਰਮਜ਼ਾਨ ਦੀ ਗੱਲ ਕਰਦੇ ਨੇ। ਇਹ ਸਾਰੀਆਂ ਚੀਜ਼ਾਂ ਨੂੰ ਅਸੀਂ ਜੋੜ ਕੇ ਦੇਖੀਏ ਤਾਂ ਇਹਦਾ ਸਿੱਧਾ ਸਿੱਧਾ ਅਰਥ ਆ ਕਿ ਸਾਡੇ ਸਿਸਟਮ ਕੋਲ ਨੌਜਵਾਨਾਂ ਦੀ ਬੇਰੁਜ਼ਗਾਰੀ ਦਾ ਹੱਲ ਨਹੀਂ, ਸਾਡੇ ਸਿਸਟਮ ਕੋਲ ਹਜ਼ਾਰਾਂ ਕਰੋੜਾਂ ਗਰੀਬਾਂ ਦੀ ਗਰੀਬੀ ਦਾ ਕੋਈ ਹੱਲ ਨਹੀਂ। ਇਹਨਾਂ ਚੀਜ਼ਾਂ ਨੂੰ ਤੋਂ ਬਚਣ ਲਈ ਸ਼ਾਇਦ ਇਹਨਾਂ ਸਾਰੀਆਂ ਚੀਜ਼ਾਂ ਨੂੰ ਅੰਜਾਮ ਵੱਖੋ ਵੱਖਰੇ ਤਰੀਕੇ ਦੇ ਨਾਲ ਦਿੱਤਾ ਜਾ ਰਿਹਾ, ਔਰ ਉਹਦੇ ਵਿੱਚ ਕਦੇ ਸਰਜੀਕਲ ਸਟ੍ਰਾਈਕ ਕਰਕੇ ਦੇਸ਼ ਭਗਤੀ ਭੜਕਾਈ ਜਾਂਦੀ ਆ, ਕਦੇ ਇੱਕ ਗੁਰਮੇਹਰ ਦੇ ਛੋਟੇ ਜਿਹੇ ਵੀਡੀਓ ਨੂੰ ਜਿਹੜਾ ਬਿਲਕੁਲ ਵੀ ਨੈਗੇਟਿਵ ਨਹੀਂ ਸੀ ਆਪਣੇ ਅਰਥਾਂ ਦੇ ਵਿੱਚ, ਉਹਨੂੰ ਨੈਗੇਟਿਵ ਬਣਾ ਕੇ ਪੇਸ਼ ਕਰ ਦਿੱਤਾ ਜਾਂਦਾ, ਕਦੇ JNU ਦੇ ਵਿਦਿਆਰਥੀਆਂ ਦੇ ਉੱਤੇ ਕੇਸ ਕਰ ਦਿੱਤਾ ਜਾਂਦਾ, ਜੇ ਬਮੁੱਲਾ ਦਾ ਖੁਦਕੁਸ਼ੀ ਕਾਂਡ ਆ ਜਾਂਦਾ ਤਾਂ ਇਸ ਗੱਲ ਤੇ ਸਿਸਟਮ ਬਹਿਸ ਕਰਨੀ ਸ਼ੁਰੂ ਕਰ ਦਿੰਦਾ ਤੇ ਕੀ ਉਹ ਦਲਿਤ ਸੀ ਵੀ ਕਿ ਨਹੀਂ। ਮੇਰਾ ਸਾਰੇ ਕੁਝ ਦਾ ਪਿੱਛੇ ਸਾਜ਼ਿਸ਼ ਇਹੀ ਹੈ ਕਿ ਅਸੀਂ ਲੋਕਾਂ ਨੂੰ ਰੀਅਲ ਦਿਸ਼ਾ ਦੇ ਵਿੱਚ ਸੋਚਣ ਤੋਂ ਕਿਵੇਂ ਰੋਕਣਾ, ਔਰ ਸਿਸਟਮ ਸਾਡਾ ਇਹੀ ਕੁਝ ਕਰ ਰਿਹਾ। ਬਿਲਕੁਲ ਸ਼ਬਦੀਪ ਜੀ, ਮੈਂ ਤੁਹਾਡੀਆਂ ਤਕਰੀਬਨ ਸਾਰੀਆਂ ਗੱਲਾਂ ਦੇ ਨਾਲ ਸਹਿਮਤ ਹਾਂ। ਮੈਂ ਤੇ ਤਾਂ ਹੀ ਕਿਹਾ ਸੀਗਾ ਕਿ ਕੇਂਦਰ ਵੱਲੋਂ ਜਾਂ ਕੇਂਦਰ ਦੀਆਂ ਏਜੰਸੀਆਂ ਵੱਲੋਂ ਜਾਂ ਕਿਸੇ ਪੋਲੀਟੀਕਲ ਪਾਰਟੀ ਵੱਲੋਂ ਜਿਸ ਤਰੀਕੇ ਦਾ ਮਾਹੌਲ ਪੰਜਾਬ ਦੇ ਵਿੱਚ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਇਹ ਸਿਰਫ ਤੇ ਸਿਰਫ ਸਾਡੇ ਪੰਜਾਬ ਦੇ ਲੋਕਾਂ ਦੇ ਹੁਣ ਹੱਥ ਦੇ ਵਿੱਚ ਆ ਕਿ ਉਹਨਾਂ ਨੇ ਗੁੰਮਰਾਹ ਨਹੀਂ ਹੋਣਾ। ਉਹਨਾਂ ਨੇ ਇਹਨਾਂ ਗੱਲਾਂ ਦੇ ਉੱਪਰ ਜਿਸ ਤਰੀਕੇ ਦੇ ਬਿਆਨ ਕੱਲ੍ਹ ਆਏ ਆ ਉੱਦਾਂ ਦੇ ਬਿਆਨ ਨਹੀਂ ਦੇਣੇ ਤੇ ਬੜੇ ਸਹਿਜ ਤਰੀਕੇ ਦੇ ਨਾਲ ਇਹਦਾ ਕੋਈ ਹੱਲ ਲੱਭਣਾ। SGPC ਅਗਰ ਕਹਿੰਦੀ ਆ ਕਿ ਅਸੀਂ ਇਨਕੁਆਇਰੀ ਕਰਾਵਾਂਗੇ, ਮੈਨੂੰ ਨਹੀਂ ਲੱਗਦਾ ਕਿ SGPC ਦੇ ਉੱਪਰ ਇਹ ਪੂਰੀ ਦੀ ਪੂਰੀ ਜ਼ਿੰਮੇਵਾਰੀ ਜਾਂ ਪ੍ਰਸ਼ਾਸਨ ਦੇ ਉੱਪਰ ਜਾਂ ਪੁਲਿਸ ਦੇ ਉੱਪਰ ਇਹ ਜ਼ਿੰਮੇਵਾਰੀ ਛੱਡੀ ਜਾ ਸਕਦੀ ਆ। ਅਗਰ ਅਸੀਂ ਗੁਰੂ ਘਰ ਬਣਾਉਣਾ ਜਾਣਦੇ ਹਾਂ ਤੇ ਉਹਨਾਂ ਦੀ ਜਿਹੜੀ ਸੁਰੱਖਿਆ, ਉਹਨਾਂ ਦੀ ਸਾਂਭ ਸੰਭਾਲ ਵੀ ਸਾਡੀ ਹੋਣੀ ਚਾਹੀਦੀ ਆ। ਮੈਂ ਅਕਸਰ ਕਿਹਾ ਕਰਦਾ ਕਿ ਪੰਜਾਬ ਦੇ ਵਿੱਚ ਸਾਡੀ ਖਾਸ ਕਰ ਸਿੱਖਜ਼ਮ ਦੇ ਵਿੱਚ ਕੋਈ ਵੀ ਐਸੀ ਕੋਈ ਵੀ ਐਸਾ ਪ੍ਰੋਗਰਾਮ ਨਹੀਂ ਹੈਗਾ। ਸਿੱਖ ਮਿਸ਼ਨਰੀ ਕਾਲਜ ਜ਼ਰੂਰ ਚੱਲਦਾ, ਸਿੱਖਿਆ ਦਿੱਤੀ ਜਾਂਦੀ ਹੈ ਗ੍ਰੰਥੀ ਸਿੰਘਾਂ ਨੂੰ, ਪਰ ਇਸ ਤਰ੍ਹਾਂ ਦਾ ਕੋਈ ਪ੍ਰੋਗਰਾਮ ਨਹੀਂ ਹੈਗਾ ਕਿ ਜਿਹੜੇ ਗ੍ਰੰਥੀ ਸਿੰਘ ਵੀ ਆ ਉਹਨਾਂ ਦੀ ਟ੍ਰੇਨਿੰਗ ਤੋਂ ਬਾਅਦ ਉਹਨਾਂ ਦੀ ਇੱਕ ਰਜਿਸਟ੍ਰੇਸ਼ਨ ਹੋਵੇ, ਗੁਰਦੁਆਰੇ ਸਾਰਿਆਂ ਦੀ ਰਜਿਸਟ੍ਰੇਸ਼ਨ ਹੋਵੇ, ਔਰ ਉਹਨਾਂ ਗੁਰਦੁਆਰਿਆਂ ਦੇ ਵਿੱਚ ਇਹ ਮੰਡੇਟ ਹੋਵੇ, ਇਹ ਜ਼ਰੂਰੀ ਹੋਵੇ ਕਿ ਜਿਹਨੇ ਵੀ ਉੱਥੇ ਮੁੱਖ ਗ੍ਰੰਥੀ ਦੀ ਸੇਵਾ ਨਿਭਾਉਣੀ ਆ ਉਹ ਜਿਹੜਾ ਹੈ ਉਹ SGPC ਵੱਲੋਂ ਜਾਂ ਜਿਹੜੀ ਵੀ ਕੋਈ ਬਾਡੀ ਇੱਕ ਬਣਾਈ ਜਾਵੇ ਉਹਦੇ ਵੱਲੋਂ ਟ੍ਰੇਨਡ ਹੋਵੇ, ਉਹਦਾ ਲਾਇਸੈਂਸ ਹੋਵੇ, ਉਹਦਾ ਇੱਕ ਰਜਿਸਟ੍ਰੇਸ਼ਨ ਨੰਬਰ ਹੋਵੇ। ਔਰ ਜਿਹੜੀ ਇਸ ਤਰੀਕੇ ਦੇ ਨਾਲ ਇਹਨੂੰ ਇੱਕ ਜਿੱਦਾਂ ਕਹਿ ਸਕਦੇ ਕਿ ਅੱਜ ਮਾਡਰਨ ਯੁੱਗ ਆ, ਇਹਨੂੰ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਇੱਕ ਮੈਨੇਜਮੈਂਟ ਤਰੀਕੇ ਦੇ ਨਾਲ ਜਿਹੜਾ ਹੈਗਾ ਗੁਰਦੁਆਰਾ ਸਿਸਟਮ ਨੂੰ ਵੀ ਲਿਆਉਣ ਦੀ ਲੋੜ ਹੈ। ਅਸੀਂ ਮੰਨਦੇ ਹਾਂ ਕਿ ਇੱਕ ਪਿੰਡ ਦੇ ਵਿੱਚ 5-5 ਗੁਰਦੁਆਰੇ ਹਨ, ਪਰ ਜੇ ਸੇਵਾ ਲਈ ਲੋਕ ਉੱਥੇ ਜਾ ਸਕਦੇ ਨੇ ਤਾਂ ਮੇਰਾ ਖਿਆਲ ਹੈ ਅਗਰ ਥੋੜ੍ਹਾ ਜਿਹਾ ਧਿਆਨ ਹੁਣ ਇਹਨਾਂ ਦੀ ਮੈਨੇਜਮੈਂਟ ਵੱਲ ਵੀ ਦਿੱਤਾ ਜਾਵੇ, ਜਿਹੜੀਆਂ ਲੋਕਲ ਕਮੇਟੀਆਂ ਹੈਗੀਆਂ ਉਹਨਾਂ ਵੱਲੋਂ ਵੀ, ਪਿੰਡਾਂ ਦੇ ਵਸਿੰਦਿਆਂ ਵੱਲੋਂ ਵੀ ਤੇ SGPC ਵੱਲੋਂ ਵੀ ਰਲ ਕੇ ਕੋਈ ਉਪਰਾਲਾ ਕੀਤਾ ਜਾਵੇ ਤਾਂ ਇਹਦਾ ਹੱਲ ਹੋ ਸਕਦਾ। ਮੈਨੂੰ ਨਹੀਂ ਲੱਗਦਾ ਕਿ ਇੱਕ ਬਹੁਤ ਵੱਡੀ ਗੱਲ ਹੈਗੀ ਆ ਕਿ ਅਸੀਂ ਗੁਰਦੁਆਰਿਆਂ ਦੀ ਜਿਹੜੀ ਸੁਰੱਖਿਆ ਹੈਗੀ ਆ ਉਹ ਨਹੀਂ ਕਰ ਸਕਦੇ। ਕਿਤੇ ਨਾ ਕਿਤੇ ਸਾਡੀ ਆਪਣੀ ਢਿੱਲ ਹੈ ਕਿ ਇਹ ਘਟਨਾਵਾਂ ਜਿਹੜੀਆਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ, ਔਰ ਜਿਹੜੇ ਦੁਸ਼ਮਣ ਆ ਜਿਹੜੇ ਚਾਹੁੰਦੇ ਆ ਕਿ ਪੰਜਾਬ ਦੇ ਹਾਲਾਤ ਖਰਾਬ ਕਰਨੇ, ਉਹਨਾਂ ਨੂੰ ਅਸੀਂ ਬਾਰ-ਬਾਰ ਮੌਕਾ ਦੇ ਰਹੇ ਹਾਂ ਤੇ ਉਹ ਪੰਜਾਬ ਦੇ ਵਿੱਚ ਵੜ ਕੇ ਸਾਡੇ ਪੰਜਾਬ ਨੂੰ ਤੇ ਸਾਡੇ ਦਿਲਾਂ ਨੂੰ ਜਿਹੜਾ ਬਾਰ-ਬਾਰ ਜਿਹੜਾ ਨੁਕਸਾਨ ਪਹੁੰਚਾ ਕੇ ਜਾਂਦੇ ਆ ਜੀ। ਇਸੇ ਉਮੀਦ ਦੇ ਨਾਲ ਕਿ ਸਾਡੇ ਪੰਜਾਬ ਦੇ ਲੋਕ ਇਹਨਾਂ ਚਾਲਾਂ ਤੋਂ, ਇਹਨਾਂ ਜਿਹੜੀਆਂ ਕੋਝੀਆਂ ਸਾਜ਼ਿਸ਼ਾਂ ਹੈਗੀਆਂ ਉਹਦੇ ਤੋਂ ਬਚ ਕੇ ਆਪਣੇ ਆਪ ਇਹਦਾ ਕੋਈ ਵਧੀਆ ਹੱਲ ਲੱਭਣਗੇ ਸ਼ਾਂਤਮਈ ਤਰੀਕੇ ਦੇ ਨਾਲ। ਕਿਸੇ ਪੜ੍ਹੀ ਲਿਖੀ ਪੀੜ੍ਹੀ ਨੂੰ ਇਹਦੇ ਵਿੱਚ ਅੱਗੇ ਆਉਣ ਦੀ ਲੋੜ ਹੈ, ਇੱਕ ਸਿਸਟਮ ਜਿਹੜਾ ਹੈ ਬਣਾਉਣ ਦੀ ਲੋੜ ਹੈ ਤਾਂ ਕਿ ਇਹ ਜਿਹੀਆਂ ਘਟਨਾਵਾਂ ਦੇ ਉੱਪਰ ਜਿਹੜਾ ਹੈ ਉਹ ਰੋਕਥਾਮ ਲੱਗ ਸਕੇ। ਸ਼ਬਦੀਪ ਜੀ, ਪਰਮਜੀਤ ਜੀ ਤੇ CP ਜੀ, ਤੁਹਾਡਾ ਮੇਰੇ ਨਾਲ ਭਖਦੀਆਂ ਖਬਰਾਂ ਦੇ ਇਸ ਸੈਗਮੈਂਟ ਵਿੱਚ ਜੁੜਨ ਵਾਸਤੇ ਬਹੁਤ-ਬਹੁਤ ਧੰਨਵਾਦ ਤੇ ਪ੍ਰੋਗਰਾਮ ਦੇਖ ਰਹੇ ਸਾਰੇ ਦਰਸ਼ਕਾਂ ਦਾ ਵੀ ਕੁਲਵੀਰ ਥਿੰਦ ਵੱਲੋਂ ਬਹੁਤ-ਬਹੁਤ ਧੰਨਵਾਦ। ਇੱਕ ਬ੍ਰੇਕ ਲੈਣਾ ਜੀ, ਬ੍ਰੇਕ ਤੋਂ ਬਾਅਦ ਹਾਜ਼ਰ ਹੋਵਾਂਗੇ ਦੂਸਰੇ ਟੌਪਿਕ ਦੇ ਨਾਲ। ਲੈਣਾ ਜੀ ਇੱਕ ਬ੍ਰੇਕ।